अस्सलामुअलैकुम, सलाम, सत श्री अकाल, गुड मॉर्निंग, गुड इवनिंग, साढ़े भैनों, भराओ, सज्जनों, मित्रों और सारी दुनिया च वसन आले साढ़े सोने सोने पंजाबियों। अज दे साढ़े जेड़े मेहमान ने वो बहुत ही सोहने सुचज्जे लखारी और सिर्फ लिखारी नहीं मैं जरा कह रही ਹਾਂ कि सोने और सचज्जे ਤੇ ਉਹਦੇ ਵਿੱਚ ਇਹ ਵੀ ਹੈ ਕਿ ਇੱਕ ਬਹੁਤ ਹੀ ਖੂਬਸੂਰਤ ਸ਼ਖਸੀਅਤ ਦੀ ਮਾਲਿਕ ਖਾਤੂਨ ਨੇ ਔਰ ਇਹਨਾਂ ਦੇ ਬਹੁਤ ਸਾਰੇ ਹਵਾਲੇ ਨੇ ਸ਼ਾਇਰ ਹੋਣਾ ਰਾਈਟਰ ਹੋਣਾ ਔਰ ਜਿਹੜਾ ਇੱਕ ਹਵਾਲਾ ਇਹਨਾਂ ਨੂੰ ਖੁਦ ਆਪਣੀ ਜ਼ਾਤ ਦਾ ਬਹੁਤ ਜ਼ਿਆਦਾ ਪਸੰਦ ਹੈ ਔਰ ਹਮੇਸ਼ਾ ਉਹਦੇ ਤੇ ਫਖਰ ਵੀ ਕਰਦੇ ਨਜ਼ਰ ਆਉਂਦੇ ਨੇ ਉਹ ਇੱਕ ਉਸਤਾਦ ਹੋਣਾ ਹੈ। ਇਸ ਦੇ ਇਲਾਵਾ ਇੱਕ ਬਹੁਤ ਅੱਛੀ ਆਪਣੀ ਜ਼ਾਤੀ ਜ਼ਿੰਦਗੀ 'ਚ ਇਹਨਾਂ ਦੇ ਬਹੁਤ ਸਾਰੇ ਮੈਂ ਤਾਂ ਉਹਨਾਂ ਨੂੰ ਕਹਾਂਗੀ ਕਿ ਸਿਹਤਮੰਦ ਮਸ਼ਾਗਲ ਨੇ ਜਿਨ੍ਹਾਂ ਤੋਂ ਕਿ ਸਾਨੂੰ ਸਾਰਿਆਂ ਨੂੰ ਕਾਫੀ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਹੈ। ਤੇ ਹੁਣ ਮੈਂ ਬਹੁਤਾ ਵਿੱਚ ਦੇਰ ਨਹੀਂ ਪਾਵਾਂਗੀ ਤੇ ਮੈਂ ਆਪਣੀ ਮਹਿਮਾਨ ਅੱਜ ਦੇ ਸਮੀਨਾ ਤਬਸਮ ਹੋਰਾਂ ਨੂੰ ਖੁਸ਼ ਆਮਦੀਦ ਕਰਨੀ ਹੈ ਸ਼ੋਅ 'ਚ। ਤੇ ਸਮੀਨਾ ਜੀ खुश आमदीद समीना जी, ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਬਹੁਤ ਹੀ ਸ਼ਾਰਟ ਨੋਟਿਸ ਤੇ ਮੇਰੀ ਰਿਕੁਐਸਟ ਤੇ ਤੁਸੀਂ ਇਸ ਰਿਕੁਐਸਟ ਨੂੰ ਮੰਨਿਆ ਔਰ ਅੱਜ ਦੇ ਸ਼ੋਅ 'ਚ ਮੇਰੇ ਨਾਲ ਜੁਆਇਨ ਕੀਤਾ। ਤੇ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਨੇ ਆ ਔਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਦਰਖਾਸਤ ਕਰਾਂਗੀ ਕਿ ਚੂੰਕਿ ਮੈਂ ਤੇ ਤੁਹਾਡੀ ਫੈਨ ਵੀ ਆ ਔਰ ਫਾਲੋਅਰ ਵੀ ਆ ਤੇ ਇਸ ਲਈ ਮੈਨੂੰ ਤੇ ਉਹ ਕੀ ਕਹਿੰਦੇ ਨਾ ਕਿ ਕੁਝ ਗੱਲਾਂ ਤੁਹਾਡੇ ਬਾਰੇ ਜ਼ਿਆਦਾ ਥੋੜੀਆਂ ਜਿਹੀਆਂ ਪਤਾ ਨੇ ਲੇਕਿਨ ਜਿਹੜੇ ਸਾਡੇ ਬਹੁਤ ਸਾਰੇ ਸਾਥੀ ਇਸ ਟਾਈਮ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਨੂੰ ਹਜੇ ਨਹੀਂ ਇੰਨਾ ਸ਼ਾਇਦ ਕੁਝ ਲੋਕਾਂ ਨੂੰ ਇੰਨਾ ਨਹੀਂ ਪਤਾ ਹੋਏਗਾ ਤੇ ਮੈਂ ਚਾਹਾਂਗੀ ਕਿ ਅਗਰ ਤੁਸੀਂ ਆਪਣਾ ਕੋਈ ਤਾਰਫ ਮਜ਼ੀਦ ਤਫਸੀਲ ਚ ਕਰਾ ਦਿਓ ਤੇ ਬਹੁਤ ਅੱਛੀ ਗੱਲ ਹੈ ਸਾਡੇ ਲਈ। ਬਹੁਤ ਸ਼ੁਕਰੀਆ ਤਾਹਿਰਾ ਜੀ ਤੇ ਸਭ ਦੇਖਣ ਸੁਣਨ ਵਾਲਿਆਂ ਨੂੰ अस्सलाम वालेकुम ਜੀ। ਮੈਨੂੰ ਬਹੁਤ ਖੁਸ਼ੀ ਹੈ ਥੈਂਕਸ ਟੂ ਟੈਕਨੋਲੋਜੀ ਕਿ ਜਿਨੇ ਸਾਨੂੰ ਇੰਨੀ ਦੂਰ ਬਿਠਾ ਕੇ ਵੀ ਆਪਣੇ ਪੰਜਾਬ ਦੇ ਨਾਲ ਜੋੜ ਦਿੱਤਾ। ਅੱਧੀ ਤੋਂ ਜ਼ਿਆਦਾ ਬਲਕਿ ਤਾਹਿਰਾ ਜੀ ਇਹਨੂੰ ਪੌਣੀ ਮੁਲਾਕਾਤ ਕਰਨੀ ਚਾਹੀਦੀ ਹੈ ਰਾਈਟ ਕਿ ਬਸ ਅਸੀਂ ਸਹੀ ਤਰ੍ਹਾਂ ਜੱਫੀ ਨਹੀਂ ਪਾਈ ਬਾਕੀ ਤੇ ਕੋਈ ਦੂਰੀ ਨਹੀਂ ਰਹਿ ਗਈ। ਤੇ ਮੇਰਾ ਖਿਆਲ ਹੈ ਕਿ ਉਹ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਪੈਂਡੈਮਿਕ ਜਾਂ ਕਰੋਨਾ ਚੱਲ ਰਿਹਾ ਤੇ ਉਹ ਵੀ ਮੁਮਕਿਨ ਨਹੀਂ ਹੈ। ਬਹਰਹਾਲ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਦੱਸਿਆ ਕੱਲ ਤੇ ਸਭ ਨੂੰ ਹੀ ਪਤਾ ਹੈ ਕਿ ਆਮ ਤੌਰ ਤੇ ਮੈਨੂੰ ਇੰਟਰਵਿਊਜ਼ ਦੇਣੇ ਬੜੇ ਮੁਸ਼ਕਿਲ ਲੱਗਦੇ ਨੇ। ਉਹਦਾ ਇੱਕ ਸਭ ਤੋਂ ਜ਼ਿਆਦਾ ਮਸਲਾ ਹੈ ਕਿ ਮੇਰੀ ਜ਼ਿੰਦਗੀ ਬਹੁਤ ਹੀ ਮਸਰੂਫ ਗੁਜ਼ਰੀ ਹੈ ਬਹੁਤ ਸਾਰੇ ਚੈਲੰਜਸ ਦੇ ਨਾਲ ਔਰ ਜਦੋਂ ਮੈਂ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਗੱਲਾਂ ਕਰਨੀਆਂ ਸ਼ੁਰੂ ਕਰਦਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਸਟਾਪ ਕਿੱਥੇ ਕਰਨਾ ਹੈ। ਇਸ ਲਈ ਫਿਰ ਮੈਂ ਕਹਿੰਦੀ ਹਾਂ ਕਿ ਮੈਂ ਚੁੱਪ ਹੀ ਰਹਾਂ ਤੇ ਜ਼ਿਆਦਾ ਬਿਹਤਰ ਹੈ। ਸੋ ਬਹਰਹਾਲ ਜੀ मेरा नाम समीना तबस्सुम है और अपने आप मनु टीचर समीना तबस्सुम कहलाना ज़्यादा अच्छा लगता है पसंद है। मेरी पैदाइश वाकंत दी है। मेरे नानके दादके सब जहलम दे ने ते असी पंजाबी हाँ। पूरी फैमिली बहुत अपने पंजाबी होन ते अपने मान करती है अपने कल्चर दे नाल जुड़े हुए हैं। सारी फैमिली सारे बहुत पढ़े लिखे होने के बावजूद सब पंजाबी बोलते ने पंजाबी कल्चर दे नाल जुड़े हुए ने। मेरे नाल वाकंट दी ਜਿਹੜੀ ਬੇਸਿਕਲੀ ਤੁਸੀਂ ਅਗਰ ਜਾਣਦੇ ਹੋ ਉੱਥੇ ਆਬਾਦ ਜਿਹੜੀ ਕਮਿਊਨਿਟੀ ਨੇ ਜਿਹੜੇ ਲੋਕ ਨੇ ਤੇ ਉਹ ਮਲਟੀਕਲਚਰਲ ਕਮਿਊਨਿਟੀ ਹੈਗੀ ਬੇਸਿਕਲੀ ਮਤਲਬ ਉਹ ਪਾਕਿਸਤਾਨ ਦੇ ਸਾਰੇ ਸ਼ਹਿਰਾਂ ਚੋਂ ਆਏ ਹੋਏ ਲੋਕ ਨੇ। ਉੱਥੇ ਪੰਜਾਬੀ ਵੀ ਨੇ ਉੱਥੇ ਪਸ਼ਤੂਨ ਵੀ ਨੇ ਉੱਥੇ ਬਲੋਚ ਵੀ ਨੇ ਉੱਥੇ ਉਰਦੂ ਸਪੀਕਿੰਗ ਲੋਕ ਵੀ ਨੇ ਸਾਰੇ ਫਿਰਕਿਆਂ ਦੇ ਲੋਕ ਨੇ। ਤੇ ਕਿਉਂਕਿ ਮੈਂ ਉਸ ਮਾਹੌਲ ਵਿੱਚ ਪੈਦਾ ਹੋਈ ਫਿਰ ਉਸ ਤੋਂ ਬਾਅਦ ਮੈਂ ਇਸਲਾਮਾਬਾਦ ਮੂਵ ਹੋ ਗਈ ਸ਼ਾਦੀ ਤੋਂ ਬਾਅਦ ਤੇ ਉੱਥੇ ਵੀ ਇਹੋ ਹੀ ਮਲਟੀਕਲਚਰਲ ਸੀ ਤੇ ਮੇਰੇ ਅੰਦਰ ਮਿਲ ਜੁਲ ਕੇ ਰਹਿਣ ਵਾਲੀ ਇੱਕ ਦੂਜੇ ਦੀ ਰਿਸਪੈਕਟ ਕਰਨ ਵਾਲੀ ਇੱਕ ਦੂਜੇ ਦੀ ਜ਼ੁਬਾਨ ਦਾ ਕਲਚਰ ਦਾ ਪਹਿਨਾਵੇ ਦਾ ਹਰ ਚੀਜ਼ ਦਾ ਇਹਤਰਾਮ ਕਰਨਾ ਜਿਹੜਾ ਉਹ ਮੇਰੀ ਮਿੱਟੀ 'ਚ ਕਿ ਸੋ ਇਸ ਲਈ ਬਾਜ਼ ਔਕਾਤ ਮੈਂ ਹਵਾਲਾ ਨਹੀਂ ਦਿੰਦੀ ਕਿ ਮੈਂ ਪੰਜਾਬੀ ਹਾਂ ਲੇਕਿਨ of course कि मैं पंजाबी हाँ and I'm a proud पंजाबी लेकिन उस तो बाद भी I respect everyone ते बाकी this is my मैं पूरी कोशिश करांगी कि पंजाबी ही बोलती रहा। हूँ थानू पता है कि
तायरा जी तुहानू पता है कि मैं पंजाबी बोलदी हाँ, उर्दू च लिखती पढ़दी हाँ और इंग्लिश पढ़ांदी हाँ, इसलिए मैं ट्रैक तो इधर उधर हो जाती हाँ, तो प्लीज मैनू वापस ले आना जिस वक्त मैं मैं ਸਮੀਨਾ ਜੀ ਦੇ ਤਾਰਫ ਦੇ ਵਿੱਚ ਥੋੜਾ ਜਿਹਾ ਐਡ ਕਰਨਾ ਚਾਹਾਂਗੀ ਕਿ ਸਮੀਨਾ ਜੀ ਨੇ ਤੇ ਬਹੁਤ ਹੀ ਕਸਰੇ ਨਫਸੀ ਤੋਂ ਕੰਮ ਲਿੱਤਾ ਹੈ, ਲੇਕਿਨ ਮੈਂ ਆਪਣੇ ਜਿਹੜੇ ਵੇਖਣ ਵਾਲੇ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਮਾਸ਼ਾਅੱਲਾ ਸਮੀਨਾ ਜੀ ਦੀਆਂ 6 ਨਜ਼ਮਾਂ ਦੀਆਂ ਕਿਤਾਬਾਂ ਨੇ ਔਰ ਉਹਦੇ ਵਿੱਚ ਬਹੁਤ ਮਸ਼ਹੂਰ ਕਿਤਾਬਾਂ ਦੇ ਕੁਝ ਨਾਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ मैं आज की नज़म हूँ, मिट्टी की औरत, ਐਨੀ ਸ਼ਾਹਿਦ। ਇਸੇ ਤਰ੍ਹਾਂ ਫਿਰ ਸਮੀਨਾ ਜੀ ਨੇ ਜਿਹੜਾ ਹੈ ਪਰਚਮ ਤਲੇ ਨਸਰ ਦੀ ਕਿਤਾਬ ਵੀ ਲਿਖੀ ਹੈ ਔਰ ਉਹ ਵੀ ਜਿਹੜੀ ਹੈ ਉਹ ਮਤਲਬ ਕਿਉਂਕਿ ਸਮੀਨਾ ਜੀ ਦੀ ਜਿਹੜੀ ਸ਼ਾਇਰੀ ਹੈ, ਮੈਂ ਜਦੋਂ ਵੀ ਪੜ੍ਹਨੀ ਆ ਇਹਨਾਂ ਦੀ ਸ਼ਾਇਰੀ ਨੂੰ ਤਾਂ ਉਹ ਬਿਲਕੁਲ ਉਸ ਸ਼ਾਇਰੀ ਤੋਂ ਇਹ ਨਹੀਂ ਲੱਗਦਾ ਕਿ ਇਹ ਬੜੇ ਅਰਸੇ ਦੇ ਪਾਕਿਸਤਾਨ ਚੋਂ ਕੈਨੇਡਾ ਚਲੇ ਗਏ ਨੇ ਤੇ ਹੁਣ ਇੱਕ ਕੈਨੇਡੀਅਨ ਸ਼ਾਇਰੀ ਵੀ ਨੇ ਪਾਕਿਸਤਾਨੀ ਓਰੀਜਨ ਹੋਣ ਦੇ ਨਾਲ ਨਾਲ ਔਰ ਪੰਜਾਬੀ ਓਰੀਜਨ ਹੋਣ ਦੇ ਨਾਲ ਨਾਲ ਤੇ ਇੰਝ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਸਮੀਨਾ ਸਾਡੇ ਕਿਤੇ ਆਲੇ ਦੁਆਲੇ ਹੀ ਬੈਠੀ ਹੋਈ ਹੈ। ਅੱਛਾ ਜੀ ਸਮੀਨਾ ਜੀ, ਮੈਂ ਮਤਲਬ ਜਿਹੜਾ ਕਿ ਤੁਹਾਡੇ ਕੋਲੋਂ ਖਾਸ ਤੌਰ ਤੇ ਪੁੱਛਣਾ ਚਾਹਾਂਗੀ ਕਿ ਇਸ ਸਮੀਨਾ ਦੇ ਜਿਹੜੇ ਇੰਨੇ ਮਲਟੀ ਡਾਇਮੈਂਸ਼ਨਲ ਉਹਨੇ ਰੁਖ ਨੇ, ਮਸਲਨ ਕਿਤੇ ਮੈਨੂੰ ਸਮੀਨਾ ਇੱਕ ਬਹੁਤ ਹੀ ਖੂਬਸੂਰਤ ਨਜ਼ਮ ਲਿਖਦੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਕਿ ਔਰਤ ਦਾ ਹੋਣ ਦਾ ਜਿਹੜਾ ਇੱਕ ਫੀਲਿੰਗ ਔਰ ਜਿਹੜਾ ਕਰਬ ਹੈ ਔਰ ਜਿਹੜਾ ਉਹਨੂੰ ਉਹਦੀ ਹੈਸੀਅਤ ਨੂੰ, ਉਹਦੀ ਸ਼ਖਸੀਅਤ ਨੂੰ ਜਿਸ ਤਰ੍ਹਾਂ ਕਿ ਬਿਲਕੁਲ ਕੀ ਕਹਿੰਦੇ ਨਾ ਨੇਗੇਟ ਕੀਤਾ ਜਾਂਦਾ ਹੈ, ਕਿਉਂਕਿ ਕੁਝ ਲਫ਼ਜ਼ਾਂ ਦਾ ਸਾਡੇ ਕੋਲ ਇੱਕਦਮ ਪੰਜਾਬੀ ਉਹ ਨਹੀਂ ਜ਼ਿਹਨ 'ਚ ਆਉਂਦੀ ਤੇ ਇੱਕ ਤਰਫ ਤੇ ਸਮੀਨਾ ਉਸ ਦੁੱਖ, ਉਸ ਕਰਬ, ਉਸ ਉਹਨੂੰ ਜਿਹੜਾ ਹੈ ਬਹੁਤ ਖੂਬਸੂਰਤ ਅੰਦਾਜ਼ ਨਾਲ ਬਿਆਨ ਕਰਦੀ ਹੈ। ਦੂਸਰੀ ਤਰਫ ਸਮੀਨਾ ਜਿਹੜੀ ਹੈ ਉਹ ਉਮਹਾਤੁਲ ਮੋਮਨੀਨ ਰਜ਼ੀ ਅੱਲਾਹ ਤਾਲਾ ਅਨਹਾ ਦੇ ਜਿਹੜੀ ਜ਼ਿੰਦਗੀ ਦੀ ਉਹਨਾਂ ਦੀ ਖੂਬਸੂਰਤ ਕੰਟਰੀਬਿਊਸ਼ਨ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ 'ਚ, ਉਹਨੂੰ ਇੰਤਹਾਈ ਖੂਬਸੂਰਤ ਅੰਦਾਜ਼ ਨਾਲ ਬਿਆਨ ਕਰਦੀ ਹੈ ਕਿ ਸਾਡੀ ਉਹ ਜਿਹੜੀਆਂ ਮਾਵਾਂ ਸਨ ਉਹ ਕਿੰਨੀਆਂ ਇੰਪਾਵਰਡ ਸਨ। ਫਿਰ ਇੱਕ ਤਰਫ ਜਿਹੜੀ ਹੈ ਸਮੀਨਾ ਉਹ ਪੂਰੀ ਦੁਨੀਆ ਦੇ ਜਿਹੜੇ ਉੱਥੇ ਨਵੇਂ ਮਾਈਗ੍ਰੈਂਟ ਆਏ ਨੇ ਉਹਨਾਂ ਨੂੰ ਪੜ੍ਹਾ ਰਹੀ ਹੈ ਔਰ ਇੱਕ ਸਮੀਨਾ ਹੈ ਜਿਹੜੀ ਕਿਚਨ ਦੇ ਆਪਣੇ ਘਰ ਦੇ ਵਿੱਚ ਕਿਚਨ ਗਾਰਡਨਿੰਗ ਵੀ ਕਰ ਰਹੀ ਹੈ ਤੇ ਜਿਸ ਤਰ੍ਹਾਂ ਹੀ ਪਹਿਲੀ ਬਰਫ਼ਬਾਰੀ ਹੁੰਦੀ ਹੈ ਤੇ ਚੰਨ ਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ। ਤੇ ਮੈਂ ਤੁਹਾਡੇ ਲਈ ਸ਼ੇਰ ਮੈਂ ਨਾ ਲੱਭਿਆ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਸਮੀਨਾ ਦੇ ਲਈ ਮੈਂ ਕੀ ਕਵਾਂਗੀ ਨਾ, ਤੇ ਸਮੀਨਾ ਨੂੰ ਮੈਂ ਜਦੋਂ ਵੀ ਵੇਖਣੀ ਹੈ ਤੇ ਮੈਂ ਨਾ ਤੁਹਾਨੂੰ ਜਦੋਂ ਵੀ ਤੁਹਾਨੂੰ ਦੇਖਣੀ ਹੈ ਤੇ ਇੱਕ ਮੇਰੇ ਨਾ ਜ਼ਿਹਨ 'ਚ ਸ਼ੇਰ ਆਉਂਦਾ ਹੈ ਕਿ ਸਭ ਦੇ ਦਿਲ ਵਿੱਚ ਵਸਦੀ ਹੈ, ਸਭ ਦੇ ਦਿਲ ਵਿੱਚ ਵਸਦੀ ਹੈ, ਬੁੱਲੀਆਂ 'ਚ ਲੋਕ ਹੱਸਦੇ, ਤੂੰ ਅੱਖਾਂ ਵਿੱਚੋਂ ਹੱਸਦੀ ਹੈ। ਵਾਹ ਕਿੰਨਾ ਸੋਹਣਾ ਸ਼ੇਰ ਹੈ। ਹੁਣ ਜਿਹੜਾ ਨਾ ਇਹ ਤਮਹੀਦ ਬਣਨ ਦਾ ਮਕਸਦ ਇਹ ਹੈ ਕਿ ਹੁਣ ਸਮੀਨਾ ਜਿਹੜਾ ਨਾ ਸਾਨੂੰ ਥੋੜਾ ਜਿਹਾ ਇਹ ਦੱਸਣ ਕਿ ਅੱਜ ਜਿਹੜੀ ਸਮੀਨਾ ਇੱਕ ਬਹੁਤ ਵੱਡਾ ਨਾਮ ਹੈ ਔਰ ਬੜਾ ਅਦਬੀ ਸ਼ਖਸੀਅਤ ਵੀ ਹੈ, ਇੱਕ ਵੈਲ ਨੋਨ ਟੀਚਰ ਵੀ ਹੈ। ਹਜੇ ਤਾਂ ਇੱਕ ਹੋਰ ਸਾਡੀ ਸ਼ਖਸੀਅਤ ਦਾ ਪਹਿਲੂ ਹੈ ਜਿਹੜਾ ਕਿ ਮੈਂ ਹਜੇ ਨਹੀਂ ਇੱਥੇ ਜ਼ਿਕਰ ਕੀਤਾ, ਉਹ ਅਸੀਂ ਉਹਦੇ 'ਚ ਬਾਅਦ 'ਚ ਲਹਿਦਾ ਤੋਂ ਡਿਸਕਸ ਕਰਾਂਗੇ ਇਹਦੇ ਵਿੱਚ ਹੀ। ਲੇਕਿਨ ਪਹਿਲੋਂ ਮੈਂ ਪੁੱਛਣਾ ਚਾਹਾਂਗੀ ਕਿ ਇਸ ਸਮੀਨਾ ਨੂੰ ਇਹ ਸਮੀਨਾ ਬਣਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨਲ ਜਰਨੀ ਕਿੱਥੋਂ ਸ਼ੁਰੂ ਹੋਈ ਔਰ ਅੱਜ ਦੀ ਸਮੀਨਾ ਕਿਸ ਤਰ੍ਹਾਂ ਬਣੀ? ਦੇਖੋ ਹੁਣ ਇਹ ਤੇ ਹੁਣ ਤੁਸੀਂ ਪੂਰੀ ਕੀ ਕਹਿੰਦੇ ਨੇ ਅੱਧੀ ਸਦੀ ਦਾ ਕਿੱਸਾ ਪੁੱਛ ਲਿਆ ਔਰ ਹੁਣ ਮੈਂ ਦੱਸਣੀ ਸ਼ੁਰੂ ਕਰਾਂਗੀ ਤੇ ਆਫ ਕੋਰਸ ਕਿ ਲੰਬੀ ਕਹਾਣੀ ਹੈ, लेकिन बहरहाल ਅੱਜ ਸਮੀਨਾ ਜੋ ਵੀ ਹੈ, ਸਮੀਨਾ ਤਬਸਮ ਮੇਰੀ ਮੈਨੂੰ ਬਹੁਤ ਇਸ ਗੱਲ ਤੇ ਮਾਣ ਹੈ, ਫਖਰ ਹੈ। ਮੇਰਾ ਖਿਆਲ ਹੈ ਅੱਜ ਤੱਕ ਕਿਸੇ ਪਾਕਿਸਤਾਨੀ ਔਰਤ ਨੇ ਗੱਲ ਕਹੀ ਨਹੀਂ ਹੋਏਗੀ, ਪਰ ਮੈਂ ਡੈਫੀਨੇਟਲੀ ਕਹਿਣਾ ਚਾਹੁੰਦੀ ਹਾਂ ਕਿ ਅੱਜ ਦੀ ਸਮੀਨਾ ਤਬਸਮ ਉਹ ਸਭ ਕੁਛ ਹੈ ਜੋ ਇਸਲਾਮ ਨੇ ਔਰਤ ਨੂੰ ਹਕੂਕ ਦਿੱਤੇ ਨੇ ਔਰ ਉਹਨਾਂ ਹਕੂਕ ਦੀ ਬੇਸ ਤੇ ਉਹ ਆਪਣੇ ਪੈਰਾਂ ਤੇ ਖਲੋ ਸਕਦੀ ਹੈ। ਇਹ ਮੇਰਾ ਮਤਲਬ ਇਹ ਮੇਰਾ ਐਲਾਨ ਵੀ ਸਮਝੋ, ਇਹ ਮੇਰਾ ਆਪਣੀ ਪਾਕਿਸਤਾਨੀ ਔਰਤਾਂ ਲਈ, ਆਪਣੀਆਂ ਭੈਣਾਂ ਲਈ, ਸਾਰੇ ਮੁਸਲਮਾਨ ਔਰਤਾਂ ਲਈ ਇੱਕ ਐਜ਼ਾਜ਼ ਦੀ ਗੱਲ ਵੀ ਸਮਝੋ ਕਿ ਇਸਲਾਮ ਨੇ ਤੁਹਾਨੂੰ ਇੰਨੀ ਪਾਵਰ ਦਿੱਤੀ ਹੈ, ਇੰਨੀ ਤਾਕਤ ਦਿੱਤੀ ਹੈ ਕਿ ਕੋਈ ਤੁਹਾਡੇ ਕੋਲੋਂ ਤੁਹਾਡਾ ਸਿਰ ਨੀਵਾਂ ਨਹੀਂ ਕਰ ਸਕਦਾ, ਕੋਈ ਤੁਹਾਡੀਆਂ ਲੱਤਾਂ ਨਹੀਂ ਖਿੱਚ ਸਕਦਾ ਅਗਰ ਤੁਸੀਂ ਉਹਨੂੰ ਜਾਣਦੇ ਹੋ। ਪਰ ਅਗਰ ਤੁਹਾਡੀ ਆਪਣੀ ਸੋਚ ਮਹਿਦੂਦ ਹੈ, ਅਗਰ ਤੁਸੀਂ ਆਪਣੀ ਤੁਹਾਡਾ ਇਲਮ ਮਹਿਦੂਦ ਹੈ ਇਸਲਾਮ ਦੇ ਬਾਰੇ 'ਚ, ਅਗਰ ਤੁਸੀਂ ਇਹੋ ਹੀ ਸਮਝਦੇ ਹੋ ਕਿ ਔਰਤ ਦਾ ਮਕਾਮ ਇਹੋ ਹੀ ਹੈ ਕਿ ਚੁੱਪ ਕਰਕੇ ਘਰ ਬਹਿ ਜਾ, ਬੋਲਣਾ ਨਹੀਂ ਹੈ,
ਅੱਗੋਂ ਜਵਾਬ ਨਹੀਂ ਦੇਣਾ, ਸਵਾਲ ਨਹੀਂ ਕਰਨੇ, ਤੇ ਫਿਰ ਉਹ ਤੁਹਾਡੀ ਆਪਣੀ ਕਮੀ ਔਰ ਕੋਤਾਹੀ ਹੈ। ਸੋ ਬਹਰਹਾਲ ਇਹ ਜ਼ਰੂਰ ਮੈਂ ਕਹਿਣਾ ਚਾਹੁੰਦੀ ਸੀ। ਤੇ ਇਸ ਸਮੀਨਾ ਤਬਸਮ ਨੇ ਸ਼ੁਰੂ ਤੋਂ, ਬਹੁਤ ਸ਼ੁਰੂ ਤੋਂ ਆਪਣੇ ਇਸਲਾਮ ਦੀ ਔਰ ਆਪਣੇ ਹਕੂਕ ਦੀ ਉਂਗਲੀ ਪਕੜ ਕੇ ਆਪਣਾ ਸਫ਼ਰ ਸ਼ੁਰੂ ਕੀਤਾ। ਸਫ਼ਰ ਤਵੀਲ ਸੀ, ਬਹੁਤ ਮੁਸ਼ਕਿਲ ਸੀ, ਬਹੁਤ ਚੈਲੰਜਿੰਗ ਸੀ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਇੱਕ ਐਸੀ ਫੈਮਿਲੀ ਦੇ ਵਿੱਚ ਪੈਦਾ ਹੋਣਾ ਜਿਹੜੀ ਬਹੁਤ ਮਜ਼ਹਬੀ ਫੈਮਿਲੀ ਹੈ। ਹੁਣ ਮਜ਼ੇ ਦੀ ਗੱਲ ਹੈ ਕਿ ਜਿੱਥੇ ਤੁਸੀਂ ਜ਼ਿਆਦਾ ਮਜ਼ਹਬੀ ਫੈਮਿਲੀ ਦੇਖੋਗੇ, ਉਥੇ ਔਰਤਾਂ ਦੇ ਹਕੂਕ ਬਹੁਤ ਹੀ ਜ਼ਿਆਦਾ ਪਾਮਾਲ ਕੀਤੇ ਜਾਂਦੇ ਨੇ। ਆਈ ਐਮ ਸੌਰੀ ਬਟ ਆਈ ਹੈਵ ਟੂ ਸੇ ਦੈਟ। ਤੁਸੀਂ ਦੇਖੋਗੇ ਕਿ ਉਸੇ ਮਜ਼ਹਬ ਦੇ ਨਾਂ ਤੇ ਜਿਹਨੇ ਮੈਨੂੰ ਪਾਵਰਫੁਲ ਬਣਾਇਆ, ਉਸੇ ਮਜ਼ਹਬ ਦੇ ਨਾਂ ਤੇ ਤੁਸੀਂ ਔਰਤਾਂ ਨੂੰ ਦਬਾ ਕੇ, ਬਿਠਾ ਕੇ, ਗੁੰਮ ਕਰਕੇ ਰੱਖ ਦਿੰਦੇ ਹੋ। ਪੂਰੀ ਇਸਲਾਮੀ ਦੁਨੀਆ ਵਿੱਚ ਦੇਖੋ ਤੁਸੀਂ, ਕੋਈ ਮੁਸਲਮਾਨ ਔਰਤ ਤੁਹਾਨੂੰ ਅੱਜ ਕਿਤੇ ਨਜ਼ਰ ਨਹੀਂ ਆਏਗੀ ਜਿਹਨੇ ਕੁਝ ਕੰਮ ਕੀਤਾ ਹੈ, ਜਿਹਦਾ ਕੋਈ ਨਾਂ ਹੈਗਾ, ਜਿਹਦੇ ਤੇ ਤੁਸੀਂ ਫਖਰ ਕਰ ਸਕੋ। ਅਗਰ ਕੋਈ ਨਜ਼ਰ ਵੀ ਆਉਂਦੀਆਂ ਨੇ ਤਾਂ ਸਿਰਫ ਇਸ ਲਈ ਨਜ਼ਰ ਆਉਂਦੀਆਂ ਨੇ ਕਿ ਕਿਸੇ ਨਾ ਕਿਸੇ ਮਰਦ ਦਾ, ਕਿਸੇ ਨਾ ਕਿਸੇ ਖਾਨਦਾਨ ਦਾ ਉਹਨਾਂ ਦੇ ਹਵਾਲੇ ਨਾਲ ਕੋਈ ਨਾ ਕੋਈ ਮੁਫਾਦ ਵਾਬਸਤਾ ਹੁੰਦਾ ਹੈ। ਇੱਕ ਔਰਤ ਨੂੰ ਤੁਸੀਂ ਆਪਣੇ ਸਮਾਜ ਦੇ ਵਿੱਚ ਉਹਦੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਮੋਹਲਤ ਹੀ ਨਹੀਂ ਦਿੰਦੇ। ਔਰ ਆਈ ਐਮ ਸੋ ਸੌਰੀ, ਮੈਨੂੰ ਵੀ ਸਾਰੀਆਂ ਕਿਤਾਬਾਂ ਦਾ ਪਤਾ ਹੈ, ਸਾਰੇ ਐਲਾਨਾਤ ਦਾ ਪਤਾ ਹੈ, ਸਾਰੇ ਉਹ ਨਾਰੇ, ਸਾਰੀਆਂ ਤਕਰੀਰਾਂ, ਸਾਰੇ ਵਾਅਦੇ, ਜੋ ਕੁਝ ਵੀ ਹੁੰਦੇ ਨੇ। 50 ਸਾਲ ਤੋਂ ਜ਼ਿਆਦਾ ਉਮਰ ਹੋ ਗਈ ਮੇਰੀ ਆਪਣੇ ਹੀ ਸਮਾਜ ਵਿੱਚ ਰਹਿਣ ਦੇ ਬਾਵਜੂਦ, ਇੱਥੇ ਆ ਕੇ ਪੂਰੀ ਦੁਨੀਆ ਤੋਂ ਆਏ ਹੋਏ ਮੁਸਲਮਾਨਾਂ ਦੇ ਵਿੱਚ ਨਾਲ ਰਹਿਣ ਦੇ ਬਾਵਜੂਦ ਮੈਂ ਸਮਝਦੀ ਹਾਂ ਕਿ ਜੋ ਔਰਤ ਦਾ ਅਸਲ ਮਕਾਮ ਸੀ ਉਹ ਉਹਨੂੰ ਨਹੀਂ ਦਿੱਤਾ ਜਾਂਦਾ। ਉਹਦੀ ਕੀ ਵਜ੍ਹਾ ਹੈ? ਤਾਇਰਾ ਜੀ, ਤੁਸੀਂ ਆਪ ਪੜੋ ਇਸਲਾਮ ਦੇ ਹਕੂਕ, ਇਸਲਾਮ ਨੇ ਜੋ ਔਰਤ ਨੂੰ ਦਿੱਤੇ ਨੇ। ਐਨੀਵੇਜ਼, ਮੈਂ ਇਸ ਮਾਮਲੇ 'ਚ ਕਿਉਂਕਿ ਬਹੁਤ ਜ਼ਿਆਦਾ ਇਮੋਸ਼ਨਲ ਹਾਂ ਔਰ ਬਹੁਤ ਜ਼ਿਆਦਾ ਹਕੀਕਤ ਪਸੰਦ ਹਾਂ, ਇਸ ਲਈ ਮੇਰੇ ਲਈ ਬਹੁਤ ਜ਼ਰੂਰੀ ਸੀ ਕਿ ਮੈਂ ਆਪਣੇ ਪ੍ਰੋਫੈਸ਼ਨਲ ਸਫ਼ਰ ਤੋਂ ਗੱਲ ਸ਼ੁਰੂ ਕਰਨ ਤੋਂ ਪਹਿਲੇ ਇਹ ਚੀਜ਼ ਵਾਜ਼ੇ ਕਰ ਦਿਆਂ। ਸੋ ਮੇਰੀ ਬਹੁਤ ਮਜ਼ਹਬੀ ਫੈਮਿਲੀ ਦੇ ਵਿੱਚ ਸ਼ੁਰੂ ਤੋਂ ਮੈਨੂੰ ਇਹੋ ਹੀ ਸਿਖਾਇਆ ਗਿਆ ਕਿ ਚੁੱਪ ਕਰਕੇ ਰਹਿਣਾ ਹੈ, ਆਪਣੇ ਵਾਲਿਦ ਦੀ ਤਰਫ, ਆਪਣੇ ਬ੍ਰਦਰ ਭਾਈਜਾਨ ਦੀ ਤਰਫ, ਆਪਣੇ ਵੱਡੇ ਛੋਟੇ ਰਿਸ਼ਤੇਦਾਰਾਂ ਦੀ ਤਰਫ ਸਿਰ ਚੁੱਕ ਕੇ ਨਹੀਂ ਦੇਖਣਾ, ਅੱਖਾਂ ਪਾ ਕੇ ਨਹੀਂ ਗੱਲ ਕਰਨੀ, ਔਰ ਜੋ ਉਹ ਕਹਿਣਗੇ ਉਹਦੇ ਤੇ ਹਾਂ ਕਰਨੀ ਹੈ। ਔਰ ਬਹੁਤ ਛੋਟੀ ਏਜ ਤੋਂ ਮੇਰੇ ਅੰਦਰ ਇਹ ਸਵਾਲ ਹੁੰਦਾ ਸੀ ਕਿ ਅਗਰ ਮੈਂ ਉਹਨਾਂ ਸਭ ਦੀ ਹਾਂ 'ਚ ਹਾਂ ਮਿਲਾਣੀ ਹੈ ਤੇ ਕੋਈ ਮੇਰੀ ਹਾਂ 'ਚ ਹਾਂ ਮਿਲਾਏਗਾ ਕਿ ਨਹੀਂ? ਕੋਈ ਕਦੀ ਇਹ ਵੀ ਮੰਨੇਗਾ ਜਾਂ ਇਹ ਵੀ ਸੁਣੇਗਾ ਕਿ ਹਾਂ ਵਾ ਇਸਮੀਨਾ, ਤੂੰ ਕੀ ਚਾਹਨੀ ਹੈ, ਤੂੰ ਕੀ ਕਰਦੀ ਹੈ? ਬਹੁਤ ਸਫ਼ਰ ਦੇ ਆਗਾਜ਼ ਤੋਂ ਮੈਨੂੰ ਯਾਦ ਹੈ ਕਿ ਜਦੋਂ ਮੇਰੀ ਪਹਿਲੀ ਕਲਾਸ ਦੇ ਵਿੱਚ ਦਾਖਲਾ ਹੋਣਾ ਸੀ, ਇਟਸ ਫਨੀ ਟੂ ਕਿ ਅੰਮੀ ਮੈਨੂੰ ਲੈ ਕੇ ਗਏ ਔਰ ਮੈਨੂੰ ਯਾਦ ਹੈ, ਔਰ ਵਾਕੈਂਟੀ 'ਚ ਆਫਕੋਰਸ FG ਗਰਲਸ ਹਾਈ ਸਕੂਲ ਨੰਬਰ 2, ਉਹਦੇ ਵੱਡੇ ਦੇ ਮੈਦਾਨ ਵਿੱਚ ਬਹੁਤ ਸਾਰੇ ਬੱਚੇ ਸਨ ਆਪਣੀ ਆਪਣੀ ਅੰਮੀਆਂ ਦੇ ਨਾਲ ਆਏ ਹੋਏ ਲਾਈਨਾਂ ਦੇ ਵਿੱਚ। ਤੇ ਜਦੋਂ ਸਾਡੀ ਵਾਰੀ ਆਈ ਔਰ ਮੇਰੀ ਅੰਮੀ ਨੇ ਵੀ ਉਹ ਨਾਂ ਦੱਸਿਆ ਜਿਹੜਾ ਕਿ ਮੇਰੇ ਬੱਜ ਨੇ ਮੇਰਾ ਰੱਖਿਆ ਸੀ, 6 ਸਾਲ ਦੀ ਸਾਂ ਉਦੋਂ ਮੈਂ, ਤੇ ਮੇਰਾ ਉਹ ਨਾਂ ਸੀ ਤੇ ਅੰਮੀ ਨੇ ਨਾਂ ਲਿਖਵਾਇਆ ਮੇਰਾ ਕਿ ਇਹ ਨਾਂ ਹੈ। ਤੇ ਮੈਂ ਕਿਹਾ ਨਹੀਂ, ਇਹ ਮੇਰਾ ਨਾਂ ਨਹੀਂ ਹੈਗਾ। ਔਰ ਉਹ ਹੈਰਾਨ ਹੋ ਗਏ ਕਿ ਇਹ ਕੀ ਬੇਵਕੂਫੀ ਦੀ ਗੱਲ ਹੈ। ਤੇ ਫਿਰ ਮੈਂ ਕਿਹਾ ਮੇਰਾ ਨਾਂ ਸਮੀਨਾ ਤਬਸਮ ਹੈ। ਔਰ ਉਹ ਹੈਡਮਿਸ ਸੀ ਸਕੂਲ ਦੇ ਜਿਹੜੇ ਲਿਖ ਰਹੇ ਸੀ, ਉਹ ਬੜੇ ਹੈਰਾਨ ਹੋਏ ਇਸ ਗੱਲ ਤੇ। ਅੰਮੀ ਵੀ ਹੱਸੇ ਕਿ ਐਵੇਂ ਬੇਵਕੂਫ ਹੈ, ਐਵੇਂ ਉਹਨੂੰ ਸਮਝ ਨਹੀਂ ਆ ਰਹੀ। ਤੇ ਬਟ ਉਹਨਾਂ ਨੂੰ ਮੈਂ ਇਸਰਾਰ ਕੀਤਾ ਕਿ ਨਹੀਂ, ਮੇਰਾ ਨਾਂ ਸਮੀਨਾ ਤਬਸਮ ਹੈ। ਉਹਨੇ ਇਹੋ ਹੀ ਲਿਖਿਆ। ਅੰਮੀ ਨੇ ਘਰ ਆ ਕੇ ਦੱਸਿਆ, ਮੇਰੇ ਭੈਣ ਭਰਾਵਾਂ ਨੇ ਬਹੁਤ ਮਜ਼ਾਕ ਉਡਾਇਆ ਮੇਰਾ। ਬਾਕੀ ਸਭ ਦੇ ਨਾਂ ਫਰਕ ਨੇ, ਮਤਲਬ ਸੈਕਿੰਡ ਨਾਮ ਮੈਂ ਆਪੇ ਹੀ ਚੂਜ਼ ਕੀਤਾ ਕਿ ਇਹੋ ਹੀ ਮੇਰਾ ਨਾਂ। ਉਸ ਤੋਂ ਸੋ ਮੇਰਾ ਆਪਣਾ ਨਾਮ ਮੈਂ ਆਪ ਹੀ ਰੱਖਿਆ, ਆਪਣਾ ਸਰਕਾਰੀ ਨਾਂ ਜਿਹੜਾ ਹੈ। ਸੋ ਤੁਸੀਂ ਕਹਿ ਸਕਦੇ ਹੋ, ਇਹ ਮੈਂ ਦੱਸਦੀ ਜਾਵਾਂ ਕਿ ਅਸੀਂ ਮਾਸ਼ਾਅੱਲਾ 10 ਭੈਣ ਭਰਾਵਾਂ, ਮੇਰੀਆਂ 6 ਭੈਣਾਂ ਨੇ, 3 ਭਰਾ ਨੇ, ਮਾਸ਼ਾਅੱਲਾ ਸਾਰੇ ਪੜ੍ਹੇ ਲਿਖੇ ਨੇ ਔਰ ਸਭ ਨੇ ਆਪਣੇ ਆਪਣੇ ਹਿੱਸੇ ਦੇ ਚੈਲੰਜਿਸ ਔਰ ਆਪਣੇ ਆਪਣੇ ਸਫ਼ਰ ਦੀਆਂ ਮੁਸ਼ਕਿਲਾਂ ਤੈਅ ਕੀਤੀਆਂ ਨੇ। ਦੂਸਰੀ ਚੀਜ਼ ਜਿਹੜੀ ਮੈਨੂੰ ਆਪਣੇ ਸਫ਼ਰ ਦੀ ਯਾਦ ਹੈ, ਉਹ ਮੇਰੀ ਇੱਕ ਨਾਕਾਮੀ ਹੈ, ਬਹੁਤ ਵੱਡੀ ਨਾਕਾਮੀ, ਜਿਹਨੇ ਮੈਨੂੰ ਇਹ ਸਬਕ ਦਿੱਤਾ ਕਿ ਨਾਕਾਮੀ ਕਿਤਨੀ ਬੁਰੀ ਚੀਜ਼ ਹੈ। ਨਾਕਾਮੀ ਤੁਹਾਨੂੰ ਕਿੰਨਾ ਸ਼ਰਮਿੰਦਾ ਕਰਾਉਂਦੀ ਹੈ, ਤੁਸੀਂ ਕਿੰਨੇ ਮਜ਼ਾਕ ਦਾ ਬਾਇਸ ਬਣ ਸਕਦੇ ਹੋ, ਸਿਰਫ ਇਸ ਲਈ ਕਿ ਤੁਸੀਂ ਕੇਅਰ ਨਹੀਂ ਕਰਦੇ ਔਰ ਤੁਸੀਂ ਇਸ ਗਰੂਰ ਵਿੱਚ ਮੁਬਤਲਾ ਹੋ ਜਾਂਦੇ ਹੋ ਕਿ ਮੈਨੂੰ ਸਭ ਕੁਝ ਆਉਂਦਾ ਹੈ। ਸੋ ਮੇਰੀ ਇਹ ਨਾਕਾਮੀ ਹੈਗੀ ਕੱਚੀ ਕਲਾਸ ਵਿੱਚ। ਤੁਹਾਨੂੰ ਪਤਾ ਹੈ ਅਸੀਂ ਜਦੋਂ ਸਕੂਲ ਦਾਖਲ ਹੋਏ ਤੇ ਉਦੋਂ ਕੱਚੀ ਪੱਕੀ ਹੁੰਦੀ ਸੀ, ਉਰਦੂ ਮੀਡੀਅਮ ਸਕੂਲ ਸੀ ਮੇਰਾ। ਤੇ
ਕੱਚੀ ਤੱਕ ਤੇ ਅਸੀਂ ਸਾਰੇ ਸਬਕ ਜਿਹੜੇ ਸੀ ਜ਼ੁਬਾਨੀ ਯਾਦ ਕਰਦੇ ਸੀ, ਇਮਤਿਹਾਨ ਜ਼ੁਬਾਨੀ ਹੁੰਦੇ ਸੀ, ਲਿਖਣ ਦਾ ਕੋਈ ਨਹੀਂ ਸੀ। ਪੱਕੀ 'ਚ ਫਿਰ ਅਸੀਂ ਲਿਖਣਾ ਸ਼ੁਰੂ ਕਰ ਦਿੰਦੇ ਸੀ। ਤੇ ਜਦੋਂ ਮੇਰਾ ਪੱਕੀ ਕਲਾਸ ਦਾ ਇਮਤਿਹਾਨ ਹੋਇਆ ਤੇ ਮੈਂ ਸਵਾਏ ਇਸਲਾਮੀਆਤ ਦੇ ਸਾਰੇ ਮਜ਼ਮੂਨਾਂ 'ਚ ਫੇਲ ਹੋ ਗਈ। ਔਰ ਮੇਰੀ ਫੈਮਿਲੀ ਕੀ ਆਫ ਕੋਰਸ ਕਿ ਉਹ ਇੰਨੇ ਸਦਮੇ ਦੀ ਗੱਲ ਸੀ ਮੇਰੇ ਲਈ, ਇੰਨੇ ਸਦਮੇ ਦੀ ਗੱਲ ਸੀ ਕਿ ਫਿਰ ਸਕੂਲੋਂ ਘਰ ਆਉਣ ਦੀ ਬਜਾਏ ਮੈਂ ਕਿਤੇ ਨੱਸ ਗਈ ਜਾ ਕੇ ਛੁਪ ਗਈ ਇੰਨੀ। ਔਰ ਉਸ ਵਕਤ ਸ਼ਾਇਦ ਤੁਹਾਨੂੰ ਯਾਦ ਹੋਏ, ਆਈ ਮੀਨ ਕਿ ਉਸ ਵਕਤ 71 ਦੀ ਜੰਗ ਤੋਂ ਬਾਅਦ ਸਾਡੇ ਵਾਕੈਂਟ ਦੇ ਵਿੱਚ ਬੈਕਯਾਰਡਸ ਦੇ ਵਿੱਚ ਮੋਰਚੇ ਖੁਦੇ ਹੋਏ ਸਨ ਤੇ ਬਹੁਤ ਕਿਸੇ ਦੇ ਮੋਰਚੇ ਦੇ ਅਜੇ ਤੱਕ ਲੋਕਾਂ ਨੇ ਬੰਦ ਨਹੀਂ ਸੀ ਕੀਤੇ, ਉਹਨਾਂ ਨੂੰ ਯੂਜ਼ ਕਰ ਰਹੇ ਹੁੰਦੇ ਸੀ। ਤੇ ਉਹਦੇ ਚ ਕਿਸੇ ਮੋਰਚੇ ਦੇ ਵਿੱਚ ਜਾ ਕੇ ਮੈਂ ਛੁਪ ਗਈ ਔਰ ਪੂਰਾ ਦਿਨ ਮੇਰੇ ਘਰ ਵਾਲੇ ਮੈਨੂੰ ਲੱਭਦੇ ਰਹੇ ਔਰ ਮੈਂ ਉਸ ਮੋਰਚੇ ਦੇ ਬੈਠ ਕੇ ਰੋਂਦੀ ਰਹੀ ਆਪਣੇ ਆਪ ਨੂੰ, ਮਤਲਬ ਕੀ ਕਹਿਣਾ ਚਾਹੀਦਾ, ਕਰਸ ਕਰਦੀ ਰਹੀ ਕਿ ਤੂੰ ਫੇਲ ਕਿਸ ਤਰ੍ਹਾਂ ਹੋ ਗਈ, ਫੇਲ ਤਾਂ ਇਹੋ ਹੀ ਸੀ ਕਿ ਕਦੀ ਲਿਖਣ ਵੱਲ ਤਵੱਜੋ ਹੀ ਨਹੀਂ ਸੀ ਉਸ ਵਕਤ ਦਿੱਤੀ। ਜ਼ੁਬਾਨੀ ਸਭ ਕੁਝ ਆਂਦਾ ਸੀ ਤੇ ਮੈਨੂੰ ਐਸੀ ਕਿ ਮੈਨੂੰ ਤੇ ਸਾਰਾ ਕੁਝ ਆਂਦਾ। ਐਨੀਵੇਜ਼ ਤੇ ਉਸ ਤੋਂ ਬਾਅਦ ਜੋ ਫਿਰ ਮੇਰੇ ਭੈਣ ਭਰਾਵਾਂ ਨੇ ਮੇਰਾ ਮਜ਼ਾਕ ਬਣਾਇਆ ਹਰ ਕਈ ਸਾਲ ਤੱਕ। ਤੁਹਾਨੂੰ ਪਤਾ ਹੈ ਭੈਣ ਭਰਾ ਕੀ ਜੋ ਹੁੰਦੇ ਨੇ, ਖਾਸ ਤੌਰ ਸੇ ਭਾਈਜਾਨ ਨੇ, ਹਰ ਇੱਕ ਨੇ ਮੈਨੂੰ ਫੇਲੀਅਰ ਨਕਮੀ ਕਹਿ ਕੇ ਛੇੜਨਾ, ਹਰ ਇੱਕ ਨੇ। ਔਰ ਉਹ ਇਤਨਾ ਵੱਡਾ ਸਬਕ ਸੀ ਮੇਰੇ ਲਈ ਕਿ ਆਈ ਡਿਸਾਈਡਡ ਕਿ ਇਸ ਤੋਂ ਬਾਅਦ ਮੈਂ ਕਦੀ ਫੇਲ ਨਹੀਂ ਹੋਣਾ। ਮੈਂ ਕੋਈ ਅੱਛਾ ਫੈਸਲਾ ਕਰਾਂਗੀ, ਮੈਂ ਕੋਈ ਗਲਤ ਫੈਸਲਾ ਕਰਾਂਗੀ, ਉਹ ਇੱਕ ਅਲੱਗ ਗੱਲ ਹੈ, ਪਰ ਨੰਬਰ 1 ਮੈਂ ਆਪਣਾ ਫੈਸਲੇ ਆਪ ਕਰਨੇ ਆ, ਨੰਬਰ 2 ਮੈਂ ਕਦੀ ਫੇਲ ਨਹੀਂ ਹੋਣਾ ਜ਼ਿੰਦਗੀ 'ਚ। ਤੇ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਫਿਰ ਇੱਕ ਬਹੁਤ ਘੁੱਟੇ ਹੋਏ ਮਾਹੌਲ ਚੋਂ, ਮਜ਼ਹਬੀ ਮਾਹੌਲ ਚੋਂ, ਜਿੱਥੇ ਔਰਤਾਂ ਦੇ ਲਈ ਦਰਵਾਜ਼ਾ ਖੜਕਣ ਤੇ ਅੰਦਰੋਂ ਪੁੱਛਣਾ ਵੀ ਮਨਾ ਸੀ ਕਿ ਕੌਣ ਹੈ ਬਾਹਰ, ਬਟ ਉਥੇ ਮੈਂ ਇੱਕ ਦਫਾ ਮੈਨੂੰ ਹੋਰ ਯਾਦ ਹੈ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੁਰੂ ਤੋਂ ਸ਼ੌਕ ਸੀ, ਕਿਉਂਕਿ ਫਿਰ ਉਸ ਤੋਂ ਬਾਅਦ ਮੈਂ ਬਹੁਤ ਆਪਣੀ ਪੜ੍ਹਾਈ ਸ਼ੜਾਈ ਵੱਲ ਔਰ ਆਪਣੀ ਤਰਫ ਮੈਂ ਬਹੁਤ ਤਵੱਜੋ ਰੱਖੀ ਸੀਰੀਅਸਲੀ। ਕਿਤਾਬਾਂ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਸੀ। ਮੇਰੇ ਸਫ਼ਰ ਦਾ ਇੱਕ ਹੋਰ ਜਿਹੜਾ ਬਹੁਤ ਤਲਖ ਤਜਰਬਾ ਮੈਨੂੰ ਅਜੇ ਤੱਕ ਯਾਦ ਹੈ ਕਿ ਕੋਈ ਰਿਸਾਲਾ ਸੀ, ਕੋਈ ਮੈਗਜ਼ੀਨ ਸੀ ਜਾਂ ਕੋਈ ਕਿਤਾਬ ਸੀ ਛੋਟੀ ਜਿਹੀ ਜਿਹੜੀ ਮੈਂ ਖਰੀਦਣੀ ਸੀ। ਔਰ ਮੈਂ ਪਹਿਲੇ ਅੰਮੀ ਦੇ ਤਰਲੇ ਕਰਦੀ ਰਹੀ, ਭਾਈਜਾਨ ਦੇ, ਸਭ ਨੇ ਕਿਹਾ ਸਾਡੇ ਕੋਲ ਕੋਈ ਪੈਸੇ ਨਹੀਂ। ਤੇ ਫਿਰ ਮੈਂ ਬੜੀ ਹਿੰਮਤ ਕਰਕੇ ਅੱਬਾ ਜੀ ਦੇ ਕੋਲ ਗਈ ਔਰ ਉਹਨਾਂ ਨੂੰ ਕਿਹਾ ਕਿ ਮੈਨੂੰ ਕਿਤਾਬ ਖਰੀਦਣ ਲਈ ਪੈਸੇ ਦੇ ਦਿਓ। ਤੇ ਸਾਡੇ ਸਭ ਲਈ, ਮਤਲਬ ਅੰਮੀ ਦੇ ਲਈ, ਭਾਈਜਾਨ ਦੇ ਲਈ, ਅੱਬੂ ਦੇ ਲਈ, ਸਭ ਦੇ ਆਪਣੇ ਆਪਣੇ ਮੈਗਜ਼ੀਨਸ ਆਉਂਦੇ ਸਨ। ਤੁਹਾਨੂੰ ਯਾਦ ਹੋਏਗਾ ਜ਼ੇਬੂ ਨਿਸਾ, ਹਕਾਇਤ ਤੇ ਇੱਕ ਹੋਰ ਸੀ ਜਿਹੜਾ ਹੁਣ ਦੇਖੋ ਮੈਨੂੰ ਯਾਦ ਨਹੀਂ ਆ ਰਿਹਾ ਨਾ, ਖਵਾਤੀਨ ਡਾਈਜੈਸਟ ਮੇਰੀਆਂ ਭੈਣਾਂ ਲਈ ਆਉਂਦਾ ਸੀ, ਵੱਡੀਆਂ ਸਿਸਟਰਸ ਲਈ। ਮਤਲਬ ਸਾਡੇ ਘਰ ਬਕਾਇਦਾ ਰਿਸਾਲੇ ਆਉਂਦੇ ਸੀ ਹਰ ਮਹੀਨੇ। ਪਰ ਜਿਹੜਾ ਮੇਰਾ ਰਿਸਾਲਾ ਸੀ ਉਹ ਮੈਂ ਕਿਹਾ ਨਹੀਂ ਮੈਂ ਉਹ ਰਿਸਾਲਾ ਲੈਣਾ, ਤੇ ਅੱਬੂ ਕਹਿੰਦੇ ਨੇ ਕਿ ਨਹੀਂ। ਅੱਬੂ ਨੇ 2-3 ਦਫਾ ਮੈਨੂੰ ਕਿਹਾ ਕਿ ਨਹੀਂ ਕੋਈ ਜ਼ਰੂਰਤ ਨਹੀਂ, ਜਿਹੜੀਆਂ ਹੈ ਕਿਤਾਬਾਂ ਉਹੀ ਪੜ੍ਹ, ਆਪਣੀਆਂ ਕਿਤਾਬਾਂ ਜਾ ਕੇ ਪੜ੍ਹ। ਤੇ ਮੈਂ 2-3 ਦਫਾ ਜਿਸ ਵਕਤ ਜ਼ਿੱਦ ਕੀਤੀ ਤਾਂ ਉਹਨਾਂ ਨੇ ਚਪੇੜ ਲਗਾਈ ਕਿ ਚੱਲ ਤੋੜ ਜਾ ਇੱਥੋਂ। ਇਹ ਇੱਕ ਨਾਰਮਲ ਰਵਈਆ ਹੈਗਾ ਪਾਕਿਸਤਾਨ ਵਿੱਚ, ਰਾਈਟ? ਇੱਕ ਚਪੇੜ ਲਾਓ ਤੇ ਚੁੱਪ ਕਰਾ ਦਿਓ। ਦੂਸਰਾ ਸਬਕ ਜਿਹੜਾ ਮੈਂ ਆਪਣੀ ਜ਼ਿੰਦਗੀ ਦਾ ਸਿੱਖਿਆ ਕਿ ਮੈਂ ਅੱਜ ਤੋਂ ਬਾਅਦ ਕਿਸੇ ਕੋਲੋਂ ਪੈਸੇ ਨਹੀਂ ਮੰਗਣੇ। ਇਹ ਉਹ ਚੀਜ਼ਾਂ ਸੀ ਜਿਹੜੀਆਂ ਮੇਰੀ ਮਿੱਟੀ 'ਚ ਬੁਣੀਆਂ ਹੋਈਆਂ ਨੇ ਕਿ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ, ਮੈਂ ਕਦੀ ਆਪਣੀ ਜ਼ਿੰਦਗੀ 'ਚ ਨਾਕਾਮ ਨਹੀਂ ਹੋਣਾ। ਔਰ ਅਗਰ ਨਾਕਾਮੀ ਹੋ ਗਈ ਹੈ ਤੇ ਉਹਨੂੰ ਫੇਸ ਕਰਕੇ ਛੁਪਣਾ ਨਹੀਂ, ਨੱਸਣਾ ਨਹੀਂ, ਜਿਸ ਵਕਤ ਤੱਕ ਕਿ ਮੈਂ ਉਹਨੂੰ ਆਪਣੀ ਕਾਮਯਾਬੀ 'ਚ ਨਹੀਂ ਬਦਲ ਲੈ। ਤੇ ਇਹ ਉਸ ਮਾਈਲਸਟੋਨਸ ਨੇ ਜਿਨ੍ਹਾਂ ਦੀ ਬੇਸ ਤੇ ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ਸ਼ੁਰੂ ਕੀਤੀ। ਆਪਣੀ ਜ਼ਿੰਦਗੀ 'ਚ ਮੈਂ ਹਮੇਸ਼ਾ ਦੇਖਿਆ ਕਿ ਸਾਡੇ ਘਰ ਅੰਮੀ ਅੱਬੂ ਦੀ ਲੜਾਈ ਦਾ ਆਗਾਜ਼ ਜਿਹੜਾ ਹੈ ਉਹ ਪੈਸਿਆਂ ਤੋਂ ਹੁੰਦਾ ਸੀ। ਅੰਮੀ ਕਿਸੇ ਨਾ ਕਿਸੇ ਬੱਚੇ ਦੀ ਫੀਸ ਦੇਣ ਲਈ, ਕਿਸੇ ਦੇ ਕੱਪੜੇ ਬਣਾਉਣ ਲਈ, ਕਿਸੇ ਦੇ ਜੁੱਤੀਆਂ ਬਣਾਉਣ ਲਈ, ਜੋ ਵੀ, ਅੱਬੂ ਕੋਲ ਪੈਸੇ ਮੰਗਦੇ ਸੀ। ਫਿਰ ਉਹਨਾਂ ਦੀ ਇੱਕ ਆਪਣੀ ਲੜਾਈ ਸ਼ੁਰੂ ਹੋ ਜਾਂਦੀ ਸੀ, ਬਹਿਸ ਸ਼ੁਰੂ ਹੋ ਜਾਂਦੀ ਸੀ। ਔਰ ਸਿਰਫ ਮੇਰੀ ਮਦਰ ਨਹੀਂ, ਮਤਲਬ ਉਸ ਮੁਹੱਲੇ ਦੇ ਵਿੱਚ ਜਿੰਨੀਆਂ ਵੀ ਫੈਮਿਲੀਜ਼ ਸਨ, ਅਕਸਰ ਮੈਂ ਦੇਖਿਆ ਕਿ ਜਿਸ ਵਕਤ ਔਰਤਾਂ ਇਕੱਠੀਆਂ ਬਹਿੰਦੀਆਂ ਸਨ, ਆਪਸ ਵਿੱਚ ਇੱਕ ਦੂਜੇ ਨੂੰ ਆਪਣੇ ਦੁੱਖ ਸੁੱਖ ਦੱਸ ਰਹੀਆਂ ਹੁੰਦੀਆਂ ਸਨ, ਰੋ ਰਹੀਆਂ ਹੁੰਦੀਆਂ ਸਨ,
ਕਿਸੇ ਦੀ ਪਟਾਈ ਹੋ ਗਈ ਹੁੰਦੀ ਸੀ, ਉਹ ਦੱਸ ਰਹੀ ਹੁੰਦੀ ਸੀ, ਕਿਸੇ ਦੇ ਨੀਲ ਪਏ ਨੇ, ਕਿਸੇ ਦੇ। ਸੋ ਉਹ ਮੇਰੀ ਆਪਣੇ ਬਾਕੀ ਆਸ-ਪਾਸ ਦੇ ਲੋਕਾਂ ਦੀ ਨਿਸਬਤ ਆਬਜ਼ਰਵੇਸ਼ਨ ਇਹਨਾਂ ਚੀਜ਼ਾਂ ਦੇ ਲਈ ਬਹੁਤ ਜ਼ਿਆਦਾ ਹੁੰਦੀ ਸੀ। ਮੈਂ ਸੋਚਦੀ ਸੀ ਕਿ ਐਸਾ ਕਿਉਂ ਹੁੰਦਾ ਹੈ? ਔਰਤਾਂ ਨੂੰ ਕੁੱਟ ਕਿਉਂ ਪੈਂਦੀ ਹੈ? ਔਰਤਾਂ ਹਰ ਵੇਲੇ ਰੋਂਦੀਆਂ ਕਿਉਂ ਰਹਿੰਦੀਆਂ ਨੇ? ਔਰਤਾਂ ਹਰ ਵੇਲੇ ਸ਼ਿਕਾਇਤਾਂ ਕਿਉਂ ਕਰਦੀਆਂ ਰਹਿੰਦੀਆਂ ਨੇ? ਹਾਲਾਂਕਿ ਸਾਰੇ ਕੰਮ ਕਰ ਰਹੀਆਂ ਹੁੰਦੀਆਂ ਸੀ। ਬੱਚੇ ਪੈਦਾ ਕਰ ਰਹੀਆਂ ਨੇ, ਉਹਨਾਂ ਨੂੰ ਪਾਲ ਰਹੀਆਂ ਨੇ, ਸਕੂਲ ਭੇਜ ਰਹੀਆਂ ਨੇ, 3-3 ਟਾਈਮ ਖਾਣੇ ਪਕਾ ਰਹੀਆਂ ਨੇ। ਪਰ ਫਿਰ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਸਾਰੀਆਂ ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮਰਦਾਂ ਦੀਆਂ ਮੁਹਤਾਜ ਨੇ। ਮੈਨੂੰ ਅੰਦਾਜ਼ਾ ਹੋਇਆ ਕਿ ਮੁਹਤਾਜੀ ਕਿੰਨੀ ਵੱਡੀ ਲਾਨਤ ਹੈ, ਤੁਹਾਨੂੰ ਕਿੰਨਾ ਕਮਜ਼ੋਰ ਕਰ ਦਿੰਦੀ ਹੈ। ਉਸ ਵਕਤ ਮੇਰਾ ਤੀਸਰਾ ਫੈਸਲਾ ਜ਼ਿੰਦਗੀ 'ਚ ਸੀ, ਅੱਲਾ ਮੈਨੂੰ ਮਾਫ ਕਰੇ, ਅੱਲਾ ਮੈਨੂੰ ਆਪਣੀ ਅਮਾਨ ਵਿੱਚ ਰੱਖੇ ਔਰ ਕਦੀ ਵੱਡਾ ਬੋਲ ਨਾ ਬੁਲਵਾਏ, ਪਰ ਮੈਂ ਕਦੀ ਕਿਸੇ ਇਨਸਾਨ ਦਾ ਮੁਹਤਾਜ ਨਹੀਂ ਹੋਣਾ ਚਾਹੁੰਦੀ ਸੀ। ਉਸ ਤੋਂ ਬਾਅਦ ਆਪਣੇ ਬੱਜ ਦੇ ਨਾਲ ਮੈਂ ਪ੍ਰੋਮਿਸ ਕੀਤਾ ਕਿ 5ਵੀਂ ਕਲਾਸ ਤੋਂ ਪਹਿਲੇ ਕਿ ਮੈਂ ਹਰ ਸਾਲ ਮੈਂ ਆਪਣੇ ਵਜ਼ੀਫਾ ਲਵਾਂਗੀ, ਮੈਂ ਬਹੁਤ ਅੱਛਾ ਪੜ੍ਹਾਂਗੀ। ਮੇਰੇ ਬੱਜ ਨੇ ਵੀ ਉਹਦੀ ਬਹੁਤ ਹੌਸਲਾ ਅਫਜ਼ਾਈ ਕੀਤੀ। ਸਾਰੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਪੜ੍ਹਨ ਲਿਖੇ ਵਾਲਾ ਮਾਹੌਲ ਸੀ, ਕਿਉਂਕਿ ਤੁਹਾਡੇ ਕੋਲ ਹੋਰ ਕੋਈ ਚੋਇਸ ਹੀ ਨਹੀਂ ਸੀ, ਹੋਰ ਤੁਹਾਡੇ ਕੋਲ ਕੋਈ ਫਨ ਹੀ ਨਹੀਂ ਸੀ। ਨਾ ਉਸ ਵਕਤ ਟੀਵੀ ਸਨ, ਨਾ ਉਸ ਵੇਲੇ ਕੰਪਿਊਟਰ ਸਨ, ਨਾ ਕੋਈ ਹੋਰ ਚੀਜ਼ ਸੀ ਜਿਸ ਤੁਸੀਂ ਆਪਣਾ ਟਾਈਮ ਲਗਾਓ, ਨਾ ਹੀ ਮੈਨੂੰ ਕੋਈ ਬਾਹਰ ਫਿਰਨ ਦਾ ਜਾਂ ਸਾਨੂੰ ਇਜਾਜ਼ਤ ਸੀ ਬਾਹਰ ਫਿਰਨ ਦੀ। ਅਸੀਂ ਸਭ ਭੈਣ ਭਰਾਵਾਂ ਨੇ ਆਪਣਾ ਦਿਲ 100% ਕਿਤਾਬਾਂ 'ਚ ਲਗਾਇਆ ਹੋਇਆ ਸੀ। ਸੋ ਇੱਕ ਮੈਂ ਹੀ ਨਹੀਂ, ਮੇਰੇ ਸਾਰੇ ਭੈਣ ਭਰਾ ਨੇ ਜਿਹੜੇ ਸਭ ਨੇ ਬਾਕਾਇਦਾ ਮਤਲਬ ਇੱਕ 5ਵੀਂ ਕਲਾਸ ਤੋਂ ਲੈ ਕੇ ਜਿੰਨਾ ਵੀ ਉਹਨਾਂ ਨੇ ਪੜ੍ਹਿਆ, ਕਮ ਸੇ ਕਮ BA ਤੱਕ ਸਭ ਸਕਾਲਰਸ਼ਿਪ ਤੇ ਪੜ੍ਹੇ ਨੇ। ਦ ਬੈਸਟ ਸਟੂਡੈਂਟ ਇਨ ਕਲਾਸ ਉਸ ਸਕਾਲਰਸ਼ਿਪ ਤੇ। ਮੇਰੀ ਉਸ ਤੋਂ ਜ਼ਿਆਦਾ ਖੁਸ਼ਕਿਸਮਤੀ ਥੋੜੀ ਐਸੀ ਕਿ ਕਿਉਂਕਿ ਬੱਚੀ ਫੌਜ ਵਿੱਚ ਸਨ ਤੇ ਮੈਨੂੰ ਨਾਲ ਫੌਜੀ ਫਾਊਂਡੇਸ਼ਨ ਦਾ ਵੀ ਵਜ਼ੀਫਾ ਮਿਲਦਾ ਸੀ ਤੇ BA ਤੱਕ ਮੈਂ ਡਬਲ ਸਕਾਲਰਸ਼ਿਪ ਦੇ ਨਾਲ ਪੜ੍ਹਿਆ। ਜੋ ਵੀ ਸੀ ਪੜ੍ਹਾਈ ਤੇ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਬਹੁਤ ਸਾਰੇ ਕੰਮ ਕੀਤੇ, ਬਹੁਤ ਸਾਰਾ ਹੈ। ਤੁਸੀਂ ਥੱਕਦੇ ਨਹੀਂ ਗਏ ਮੇਰੀਆਂ ਗੱਲਾਂ ਸੁਣ ਕੇ? ਹਾਏ ਨਹੀਂ ਸੱਚ ਲੱਗ ਰਿਹਾ ਕਿ ਮਤਲਬ ਤੁਹਾਡੇ ਨਾਲ ਜਿਹੜਾ ਸਾਰਾ ਤੁਹਾਡਾ ਸਫ਼ਰ ਹੈ ਨਾ, ਉਹ ਮੈਨੂੰ ਨਜ਼ਰ ਆ ਰਿਹਾ ਹੈ। ਮੈਨੂੰ ਲੱਗ ਰਿਹਾ ਕਿ ਮੈਂ ਸਮੀਨਾ ਦੇ ਨਾਲ ਚੱਲ ਰਹੀ ਹਾਂ। ਔਰ ਇਸ ਟਾਈਮ ਸਾਡੇ ਜਿਹੜੇ ਬਹੁਤ ਸਾਰੇ ਭੈਣ ਭਰਾ ਸਾਨੂੰ ਜਿਹੜੇ ਦੇਖ ਵੀ ਰਹੇ ਨੇ ਸਾਡੇ ਪ੍ਰੋਗਰਾਮ ਨੂੰ, ਔਰ ਉਹਨਾਂ ਦੇ ਕਮੈਂਟ ਮੈਂ ਸ਼ੋ ਵੀ ਕਰ ਰਹੀ ਹਾਂ, ਉਹ ਸਭ ਲੋਕ ਵੀ ਬਹੁਤ ਦਿਲਚਸਪੀ ਨਾਲ ਦੇਖ ਰਹੇ ਨੇ। ਔਰ ਮਾਸ਼ਾਅੱਲਾ ਅੱਜ ਤੁਹਾਨੂੰ ਸੱਦਣ ਦਾ ਮਕਸਦ ਵੀ ਇਹ ਸੀ ਕਿ ਅਸੀਂ ਸਮੀਨਾ ਤਬਸਮ ਨੂੰ ਜਾਣੀਏ। ਅਸੀਂ ਸਾਡੀ ਸ਼ਾਇਰੀ ਨੂੰ ਤੇ ਜਾਣਦੇ ਆ, ਮਾਸ਼ਾਅੱਲਾ ਤੁਸੀਂ ਬਹੁਤ ਅੱਛੀ ਸ਼ਾਇਰਾ ਹੋ ਔਰ ਬਹੁਤ ਖੂਬਸੂਰਤ ਲਿਖਦੇ ਹੋ, ਟੀਚਰ ਵੀ ਯਕੀਨਨ ਬਹੁਤ ਆਲਾ ਹੋ, ਉਹ ਵੀ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਤੁਹਾਡੇ ਮੁਖਤਲਿਫ ਪੋਸਟਾਂ ਤੋਂ। ਲੇਕਿਨ ਸਮੀਨਾ ਨੂੰ ਜਾਣਨਾ ਚਾਹ ਰਹੇ ਹਾਂ ਨਾ ਅਸੀਂ ਅੱਜ। ਜੀ ਬਿਲਕੁਲ, ਮੈਂ ਵੀ ਐਸੇ ਲਈ ਆਪਣੀ ਅਸਲ ਕਹਾਣੀ ਸੁਣਾ ਰਹੀ ਹਾਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਲਈ ਫੈਂਟੇਸਾਈਜ਼ ਕਰਦੇ ਨੇ ਕਿ ਸ਼ਾਇਦ ਉਹ ਕੱਪੜੇ ਬਹੁਤ ਅੱਛੇ ਪਾਉਂਦੇ ਨੇ, ਕਿ ਸ਼ਾਇਦ ਦੇ ਆਰ ਰੋਲ ਮਾਡਲਸ। ਆਈ ਐਮ ਅ ਰੋਲ ਮਾਡਲ ਬਟ ਨਾਟ ਬਿਕਾਜ਼ ਆਫ ਮਾਈ ਕਲੋਥਸ। ਆਪਣੇ ਵਾਲਾਂ ਦੀ ਵਜ੍ਹਾ ਤੋਂ ਜਾਂ ਆਪਣੀ ਸੁਰਖੀ ਦੀ ਵਜ੍ਹਾ ਤੋਂ ਜਾਂ ਆਪਣੇ ਕੱਪੜਿਆਂ ਦੀ ਵਜ੍ਹਾ ਤੋਂ ਜਾਂ ਕੈਨੇਡਾ 'ਚ ਰਹਿਣ ਦੀ ਵਜ੍ਹਾ ਤੋਂ ਮੈਂ ਰੋਲ ਮਾਡਲ ਹਰਗਿਜ਼ ਨਹੀਂ ਹੈਗੀ। ਅਗਰ ਮੈਂ ਰੋਲ ਮਾਡਲ ਬਣਨਾ ਚਾਹੁੰਦੀ ਹਾਂ, ਅਗਰ ਮੈਂ ਰੋਲ ਮਾਡਲ ਹੈਗੀ ਹਾਂ ਤੇ ਇੱਕ ਟੀਚਰ ਦੇ ਤੌਰ ਤੇ, ਇੱਕ ਪੜ੍ਹੀ ਲਿਖੀ ਪਾਕਿਸਤਾਨੀ ਔਰਤ ਦੇ ਤੌਰ ਤੇ ਮੇਰੇ ਲਈ ਇਹੋ ਹੀ ਸਭ ਤੋਂ ਵੱਡਾ ਇਜ਼ਾਜ਼ ਹੈ। ਐਨੀਵੇਜ਼, ਮੈਂ ਕਿਹਾ ਮੈਂ ਥੋੜੀ ਜਿਹੀ ਸੀਰੀਅਸ ਟਾਕ ਤੋਂ ਥੋੜੀ ਜਿਹੀ ਬ੍ਰੇਕ ਲੈ ਕੇ ਰੀਫਰੈਸ਼ ਕਰਦਾ ਕਿ ਪਰ ਮੇਰੀ ਜ਼ਿੰਦਗੀ 'ਚ ਜਦੋਂ ਮੈਂ ਸਫ਼ਰ ਸ਼ੁਰੂ ਕੀਤਾ ਔਰ ਇਹ ਸਾਰਾ ਕੁਝ ਮੈਂ ਗੱਲ ਕਰ ਰਹੀ ਹਾਂ, ਮਕਸਦ ਦੱਸਣ ਦਾ ਹੈ ਕਿ ਮੈਂ ਕਦੀ ਆਪਣੇ ਆਪ ਨੂੰ ਮਜ਼ਲੂਮ ਸਾਬਿਤ ਕਰਨ ਦੀ ਜਾਂ ਮਜ਼ਲੂਮ ਸਮਝਣ ਦਾ ਇੱਕ ਲਮਹੇ ਲਈ ਕੋਸ਼ਿਸ਼ ਨਹੀਂ ਕੀਤੀ। ਮੈਂ ਉਸ ਮਜ਼ਲੂਮੀਅਤ ਦੀ ਵਜ੍ਹਾ ਤਲਾਸ਼ ਕੀਤੀ ਕਿ ਕੀ ਵਜ੍ਹਾ ਹੈ, ਔਰਤਾਂ ਕਿਉਂ ਮਜ਼ਲੂਮ ਬਣ ਜਾਂਦੀਆਂ ਨੇ, ਉਹ ਕਿਉਂ ਰੋਣੀਆਂ ਸ਼ਕਲਾਂ ਬਣਾ ਕੇ ਫਿਰਦੀਆਂ ਰਹਿੰਦੀਆਂ ਨੇ। ਓਨੈਸਟਲੀ ਤੁਸੀਂ ਹੁਣ ਵੀ ਦੇਖੋ, ਬਹੁਤ ਸਾਰੀਆਂ ਔਰਤਾਂ ਨੂੰ ਸ਼ਾਇਦ ਇਸ ਗੱਲ ਵਿੱਚ ਪਨਾਹ ਮਿਲ ਜਾਂਦੀ ਹੈ ਕਿ ਹਾਏ ਮੈਨੂੰ ਤਾਂ ਕੁਝ ਵੀ ਨਹੀਂ ਪਤਾ, ਐਂਡ ਦੇ ਆਰ ਸੋ ਪ੍ਰਾਊਡ ਆਫ ਦੈਟ ਕਿ ਮੈਨੂੰ ਕੁਝ ਵੀ ਨਹੀਂ ਪਤਾ। ਫਿਰ ਐਨੀਵੇਜ਼ ਲੈਟਸ ਨਾਟ ਗੋ ਦੇਅਰ। ਤੇ ਵਾਪਸ ਆਉਂਦੇ ਆ ਮੇਰੇ BA ਤੱਕ ਦੀ ਪੜ੍ਹਾਈ। ਉਸ ਵਕਤ ਤੱਕ ਆਪਣੀ ਕਾਲਜ ਤੇ ਸਕੂਲ ਦੇ ਜ਼ਮਾਨੇ 'ਚ, ਕਾਲਜ ਦੇ ਜ਼ਮਾਨੇ 'ਚ ਮੈਂ ਬਹੁਤ ਜ਼ਿਆਦਾ ਸਫ਼ਰ ਕੀਤਾ। ਤੁਹਾਨੂੰ ਪਤਾ ਸਾਡੇ ਜ਼ਮਾਨੇ 'ਚ ਯੂਨੀਅਨਸ ਹੁੰਦੀਆਂ ਸਨ, ਸਕੂਲ ਔਰ ਕਾਲਜ ਯੂਨੀਅਨ, ਉਹਨਾਂ ਦੇ ਥਰੂ ਜਿਹੜੇ ਆਲ ਪਾਕਿਸਤਾਨ ਡਿਬੇਟਸ ਹੁੰਦੀਆਂ ਸੀ, ਉਹਦੇ ਲਈ ਮੈਂ ਪੂਰੇ ਕਰਾਚੀ ਤੋਂ ਪਿਸ਼ਾਵਰ ਤੱਕ ਸਾਰੇ ਪਾਕਿਸਤਾਨ ਦੀ ਸੈਰ ਕੀਤੀ।
हर मुकाबले 'ਚ ਹਿੱਸਾ ਲਿਆ ਔਰ ਮੁਕਾਬਲੇ 'ਚ ਹਿੱਸਾ ਵੀ ਇਸ ਤਰ੍ਹਾਂ ਲਿਆ ਕਿ ਅਗਰ ਸੈਕਿੰਡ ਪੋਜੀਸ਼ਨ ਆ ਜਾਂਦੀ ਸੀ ਤੇ ਓ ਮਾਈ ਗॉड ਮੈਨੂੰ ਲੱਗਦਾ ਸੀ ਕੋਈ ਬਹੁਤ ਹੀ ਵੱਡਾ ਜੁਰਮ ਹੋ ਗਿਆ ਮੇਰੇ ਕੋਲੋਂ। ਸੋ ਟਰਾਫੀਜ਼ ਲੈ ਕੇ ਆਣੀਆਂ ਘਰ, ਅੱਬਾ ਜੀ ਨੇ ਬਹੁਤ ਖੁਸ਼ ਹੋਣਾ, ਬਹੁਤ ਐਪਰੀਸ਼ੀਏਟ ਕਰਦੇ ਸੀ ਅੱਬਾ ਜੀ। ਅੰਮੀ ਵੀ ਆਫ ਕੋਰਸ ਸਾਰੇ ਹੀ, ਪਰ ਬੇਸਿਕ ਤੁਹਾਨੂੰ ਪਤਾ ਸਾਡੇ ਪੰਜਾਬੀ ਘਰਾਂ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਬੇਸ ਇੱਕ ਸਤੂਨ ਜਿਹੜਾ ਫੈਮਿਲੀ ਦਾ ਹੁੰਦਾ ਉਹ ਅੱਬਾ ਜੀ ਹੁੰਦੇ ਨੇ। ਸੋ ਅੱਬਾ ਜੀ ਇੱਕ ਪਾਸੇ ਬਹੁਤ ਸਖਤ ਸਨ, ਲੇਕਿਨ ਦੂਜੇ ਪਾਸੇ ਉਹ ਇੰਤਹਾਈ ਇਨਕਰੇਜਿੰਗ ਸਨ। ਉਹਨਾਂ ਨੇ ਹਮੇਸ਼ਾ ਕਿਹਾ ਕਿ ਪੜ੍ਹੋ ਲਿਖੋ, ਉਹਦੇ 'ਚ ਉਹਨਾਂ ਨੇ ਕਦੀ ਸਟਾਪ ਨਹੀਂ ਕੀਤਾ, ਕਦੀ ਮਨਾ ਨਹੀਂ ਕੀਤਾ ਕਿ ਤੂੰ ਜਾ ਨਹੀਂ ਸਕਦੀ ਦਿਸ ਐਂਡ ਦੈਟ। ਹਾਂ ਕਦੀ ਪੈਸੇ ਥੋੜੇ ਦੇਣੇ ਦਿੱਤੇ ਹੋਣ ਟ੍ਰਿਪ ਤੇ ਜਾਂਦੇ ਹੋਏ ਔਰ ਉਹਦੇ ਵਾਸਤੇ ਮੈਂ ਰੋਂਦੀ ਪਿੱਟਦੀ ਰਹੀ ਹੋਵਾਂ ਤੇ ਉਹ ਅਲੱਗ ਗੱਲ ਪਰ ਜ਼ਾਹਿਰ ਹੈ ਕਿ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਕਿ ਸਤੰਬਰ ਅਕਤੂਬਰ ਨਵੰਬਰ ਸ਼ੁਰੂ ਹੋ ਗਿਆ ਤੇ ਇਹਨੇ ਸੁਮੀਨਾ ਨੇ ਹਰ 4 ਦਿਨ ਬਾਅਦ ਇੱਕ ਇਨਵੀਟੇਸ਼ਨ ਲੈ ਕੇ ਖਲੋ ਜਾਣਾ ਕਿ ਅੱਬਾ ਜੀ ਮੈਂ फलाने शहर जाना है और फलाने शहर पर सो एनीवेज ਉਹਦੇ ਨਾਲ ਮੈਂ ਡਿਬੇਟਸ ਦੇ ਨਾਲ ਮੈਂ ਆਪਣੀ ਸ਼ਾਇਰੀ ਉਸ ਵਕਤ ਸ਼ੁਰੂ ਕੀਤੀ ਕਾਲਜ ਤੋਂ ਤੇ ਕਾਲਜ ਵਿੱਚ ਸਭ ਤੋਂ ਪਹਿਲੇ ਮੈਨੂੰ ਯਾਦ ਹੈ ਕਿ ਗਜ਼ਲ ਮੈਂ ਸ਼ੁਰੂ ਕੀਤੀ ਇਸ ਲਈ ਕਿ ਜਿਹੜੀ ਮੇਰੇ ਉਰਦੂ ਦੇ ਟੀਚਰ ਸਨ ਕਾਲਜ ਵਿੱਚ ਉਹਨਾਂ ਨੇ ਸਾਨੂੰ ਗਜ਼ਲ ਦੇ ਬਾਰੇ 'ਚ ਦੱਸਿਆ, ਔਜ਼ਾਨ ਦੇ ਬਾਰੇ 'ਚ ਦੱਸਿਆ, ਕਿਸ ਤਰ੍ਹਾਂ ਫਿਕਰਿਆਂ ਨੂੰ ਲਫ਼ਜ਼ਾਂ ਨੂੰ ਕਿਸ ਤਰ੍ਹਾਂ ਫਿਕਸ ਕਰਨਾ ਹੈ, ਉਹ ਸਾਰਾ ਕੁਝ ਉਹਨਾਂ ਨੇ ਸਮਝਾਇਆ। ਉਸ ਤੋਂ ਬਾਅਦ ਜਿਹੜੇ ਸਾਨੂੰ ਇਨਵੀਟੇਸ਼ਨ ਦੇ ਵਿੱਚ ਤਰਾ ਮਿਸਰਾ ਜਾਂ ਉਹ ਦੱਸਦੇ ਸਨ ਉਸ ਦੇ ਮੁਤਾਬਿਕ ਅਸੀਂ ਬੈਠ ਕੇ ਲਿਖਣਾ, ਫਿਰ ਆਪਣੀ ਟੀਚਰ ਨੂੰ ਦਿਖਾਣਾ, ਉਹਨਾਂ ਨੇ ਫਿਕਸ ਕਰਨਾ ਉਹਨੂੰ ਔਰ ਜਨਾਬ ਅਸੀਂ ਜਾ ਕੇ ਮੁਸ਼ਾਇਰੇ 'ਚ ਗਜ਼ਲ ਪੜ੍ਹਨੀ ਔਰ ਉਹ ਅੱਜ ਕੱਲ੍ਹ ਜਿਹੜਾ ਉਹ ਕਹਿੰਦੇ ਨੇ ਮੁਸ਼ਾਇਰਾ ਲੁੱਟ ਲੈਣਾ ਤੇ ਹਮੇਸ਼ਾ ਇੰਟਰਸਟਿੰਗਲੀ ਗਜ਼ਲ ਵਿੱਚ ਵੀ ਸ਼ੁਰੂ 'ਚ ਕਿ ਉਹ ਸਭ ਤੋਂ ਜ਼ਿਆਦਾ ਮੈਨੂੰ ਮਜ਼ਾ ਆਉਂਦਾ ਸੀ ਉਸ ਵਕਤ ਗਜ਼ਲ ਦੀ ਪ੍ਰਾਈਜ਼ ਲੈਂਦੇ ਹੋਏ। ਉਹਦੇ 'ਚ ਸਭ ਤੋਂ ਜ਼ਿਆਦਾ ਮੇਰਾ ਜਿਹੜਾ ਸਭ ਤੋਂ ਅੱਛਾ ਇਨਾਮ ਸੀ ਜਾਂ ਸ਼ਾਬਾਸ਼ ਸਭ ਤੋਂ ਜ਼ਿਆਦਾ ਮੈਨੂੰ ਮਿਲੀ ਉਹ ਕਿਸ਼ਵਰ ਨਾਹੀਦ ਮੇਰੇ ਫਸਟ ਈਅਰ ਦਾ ਕੰਪੀਟੀਸ਼ਨ ਸੀ ਜਦੋਂ ਉਹਨਾਂ ਤੋਂ ਮੈਂ ਪ੍ਰਾਈਜ਼ ਲਿਆ, ਉਹਨਾਂ ਨੇ ਬੜੀ ਸ਼ਾਬਾਸ਼ ਦਿੱਤੀ। ਦੂਸਰੀ ਜਿਹੜੀ ਸਭ ਤੋਂ ਅਹਿਮ ਮੇਰੀ ਯਾਦਗਾਰ ਹੈ ਉਹ ਫਹਿਮੀਦਾ ਰਿਆਜ਼ ਦੀ ਵਜ੍ਹਾ ਤੋਂ ਹੈ। ਉਹਨਾਂ ਨਾਲ ਮੇਰੀ ਮੁਲਾਕਾਤ ਇਸਲਾਮਾਬਾਦ ਹਲਕਾ ਰਬਾਬ ਜ਼ੌਕ ਦੇ ਮੁਸ਼ਾਇਰੇ 'ਚ ਹੋਈ ਸੀ ਤੇ ਉਸ ਵਕਤ ਉੱਥੇ ਸੀ। ਉਹਨਾਂ ਨੇ ਸੁਣੀ ਆਫ ਕੋਰਸ ਕਿ ਆਦਮੀਆਂ ਨੂੰ ਮੇਰੀਆਂ ਨਜ਼ਮਾਂ ਕੁਝ ਜ਼ਿਆਦਾ ਅੱਛੀਆਂ ਨਹੀਂ ਲੱਗਦੀਆਂ, ਥੋੜੀ ਦੇਰ ਉਹ ਹੱਕਾ ਬੱਕਾ ਜਿਹੇ ਹੋ ਜਾਂਦੇ ਨੇ, but that's okay, that's ਆਦਮੀ and we love them, we just ignore those things ਤੇ ਬਹਰਹਾਲ ਉਹਨਾਂ ਨੇ ਬਾਅਦ ਵਿੱਚ ਮੁਸ਼ਾਇਰਾ ਖਤਮ ਹੋਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਫਲਾਣ ਰੂਮ ਵਿੱਚ ਠਹਿਰੀ ਹੋਈ ਹਾਂ ਉੱਥੇ ਤੇ ਮੇਰੇ ਕਮਰੇ 'ਚ ਆਈ ਮੁਸ਼ਾਇਰੇ ਤੋਂ ਬਾਅਦ ਮੈਂ ਗਈ ਉੱਥੇ। ਉਹਨਾਂ ਨੇ ਕਿਹਾ ਕਿ ਆਪਣੀ ਡਾਇਰੀ 'ਚੋਂ ਨਜ਼ਮਾਂ ਹੋਰ ਵੀ ਸੁਣਾ ਮੈਨੂੰ ਤੇ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਕਿ ਬਹੁਤ ਅੱਛਾ ਲਿਖ ਰਹੀ ਹੈ, ਪਰ ਨਾਲ ਹੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਦੀਆਂ ਨਜ਼ਮਾਂ ਤੂੰ ਲਿਖ ਰਹੀ ਹੈ ਇਹ ਆਸਾਨੀ ਦੇ ਨਾਲ ਹਜ਼ਮ ਹੋਣ ਵਾਲੀਆਂ ਨਜ਼ਮਾਂ ਨਹੀਂ ਨੇ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਤੈਨੂੰ ਬਹੁਤ ਬੁਰਾ ਭਲਾ ਕਹਿਣਾ ਹੈ, ਤੇਰੀ नज्म ਨੂੰ रिजेक्ट कर देंगे, वो कहेंगे लोग तो ऐसी नज़में नहीं लिखते, आपने कहाँ से लिखनी शुरू कर दी ये नज़में, ऐसे नहीं होता वैसे नहीं होता। ਤੇ ਉਹਨਾਂ ਦੀ ਗੱਲ ਬਿਲਕੁਲ ਨਹੀਂ ਸੁਣੀ ਔਰ ਇਹੀ ਗੱਲ ਮੈਂ ਪੱਕੀ ਪੱਲੇ ਬੰਨੀ ਹੋਈ ਹੈ ਕਿ ਮੈਂ ਕਿਸੇ ਦੇ ਖੁਸ਼ ਕਰਨ ਲਈ ਅੱਜ ਤੱਕ ਕੁਝ ਨਹੀਂ ਲਿਖਿਆ। ਆਈ ਐਮ ਸੌਰੀ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀਆਂ ਨਜ਼ਮਾਂ ਪੜ੍ਹਦੇ ਹੋ, ਉਹਨਾਂ ਨੂੰ ਪਸੰਦ ਕਰਦੇ ਹੋ, ਬਹੁਤ ਸਾਰੇ ਲੋਕਾਂ ਨੂੰ, ਬਹੁਤ ਮਰਦਾਂ ਨੂੰ ਆਈ ਸ਼ੁਡ ਸੇ ਬਹੁਤ ਵੱਟ ਵੀ ਪੈ ਜਾਂਦੇ ਨੇ, ਬਟ ਦਾ ਪੁਆਇੰਟ ਇਜ਼ ਕਿ ਇਹ ਕੋਈ ਸਾਡੀ ਰਿਐਲਿਟੀ ਹੈਗੀ। ਮਤਲਬ ਮੇਰੇ ਖਿਆਲ ਵਿੱਚ ਜੇ ਤੂੰ ਲਿਖਾਰੀ ਕਿਸੇ ਨੂੰ ਖੁਸ਼ ਕਰਨ ਲਈ ਲਿਖਣਾ ਸ਼ੁਰੂ ਕਰ ਦਿੰਦਾ ਨਾ, ਉਹਦੀ ਤਖਲੀਕ, ਉਹਦੇ ਲਫ਼ਜ਼ ਉਹਦੇ ਅੰਦਰ ਮਰਨਾ ਸ਼ੁਰੂ ਹੋ ਜਾਂਦੇ ਨੇ। ਆਈ ਕੈਨ ਨਾਟ ਐਕਸੈਪਟ ਦੈਟ। ਸੋ ਐਨੀਵੇਜ਼ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੈਂ ਸ਼ਾਇਰਾ ਨਹੀਂ, ਐਵੇਂ ਤੁਕਬਾਜ਼ੀ ਕਰਦੀ ਹਾਂ ਫਲਾਂ ਫਲਾਂ। ਥੈਂਕ ਯੂ ਸੋ ਮਚ। ਜਦੋਂ ਤੁਸੀਂ ਮੈਨੂੰ ਸਟਾਪ ਕਰਦੇ ਹੋ ਤਾਂ ਮੈਨੂੰ ਹੋਰ ਪਾਵਰ ਮਿਲਦੀ ਹੈ। ਆਈ ਐਮ ਹੇਅਰ ਟੂ ਫੇਸ ਐਵਰੀਥਿੰਗ। ਐਨੀਵੇਜ਼ ਸਫ਼ਰ ਜਾਰੀ ਰਿਹਾ। ਮਤਲਬ ਉਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਮੈਂ ਸ਼ੁਰੂ ਕੀਤੀ ਉਹ ਸੀ ਰੇਡੀਓ ਪਾਕਿਸਤਾਨ ਤੇ ਪ੍ਰੋਗਰਾਮ, ਸਟੂਡੈਂਟਸ ਦੇ ਜਿਹੜੇ ਪ੍ਰੋਗਰਾਮ ਹੁੰਦੇ ਸੀ। ਮਕਸਦ ਐਸੀ ਇਹ 3 ਚੀਜ਼ਾਂ ਮੈਂਸ਼ਨ ਕਰਨ ਦਾ, ਟਰੈਵਲ ਔਰ ਦੂਸਰੇ ਡਿਬੇਟਸ ਔਰ ਮੁਸ਼ਾਇਰੇ ਔਰ ਗਜ਼ਲ ਦਾ ਆਗਾਜ਼ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਔਰ ਨੰਬਰ 3 ਜਦੋਂ ਮੈਂ ਰੇਡੀਓ ਤੇ ਬਾਕਾਇਦਾ ਪ੍ਰੋਗਰਾਮ। ਔਰ ਇਹ ਸਾਰੇ ਉਸ ਫੈਮਿਲੀ ਦੀ ਕੁੜੀ ਕਰ ਰਹੀ ਸੀ ਜਿਹਦੇ ਤੇ ਬਹੁਤ ਪਾਬੰਦੀਆਂ ਸੀ, ਜਿਹਨੂੰ ਘਰੋਂ ਨਿਕਲਣ ਦੀ, ਕਿਸੇ ਨੂੰ ਘਰੋਂ ਨਿਕਲਣ ਦੀ ਇਜਾਜ਼ਤ ਨਹੀਂ ਸੀ। ਤੁਸੀਂ ਵਾਹ ਕੈਂਟ ਦੇ ਲੋਕਾਂ ਨੂੰ ਪੁੱਛੋ, ਅਗਰ ਉਹ ਇਹ ਸਭ ਕੁਝ ਸੁਣਨਗੇ ਤੇ ਡੈਫੀਨੇਟਲੀ ਉਹ ਖੁਸ਼ ਵੀ ਹੋਣਗੇ ਔਰ ਹੈਰਾਨ ਵੀ ਹੋਣਗੇ ਕਿ ਉਸ ਵਕਤ ਮੈਂ ਇਹ ਸਭ ਕੁਝ ਕਰ ਰਹੀ ਸੀ। ਸੋ ਜਦੋਂ ਹੁਣ ਇਹ ਕੋਈ ਕਹਿੰਦਾ ਨਾ ਕਿ ਜੀ ਮੇਰੇ ਘਰ ਵਾਲੇ तो इजाजत ही नहीं देते, सो आई एम सॉरी बट आई डोंट एक्सेप्ट दैट।
ਅਗਰ ਤੁਸੀਂ ਆਪ ਕੁਝ ਕਰਨਾ ਚਾਹੁੰਦੀਆਂ ਹੋ, ਅਗਰ ਤੁਸੀਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦੀਆਂ ਹੋ, ਯੂ ਕੈਨ ਡੂ ਐਵਰੀਥਿੰਗ। ਸਿਰਫ ਉਹਦਾ ਹੈ ਕਿ ਆਪਣੀ ਤੁਸੀਂ ਆਪਣੇ ਲਿਮਿਟਸ ਨੂੰ ਕ੍ਰਾਸ ਨਾ ਕਰੋ, ਆਪਣੀ ਫੈਮਿਲੀ ਦੀ ਇੱਜ਼ਤ ਦਾ ਖਿਆਲ ਰੱਖੋ, ਆਪਣੀ ਇੱਜ਼ਤ ਦਾ ਖਿਆਲ ਰੱਖੋ। ਉਸ ਤੋਂ ਬਾਅਦ ਕੋਈ ਚੀਜ਼ ਨਹੀਂ ਐਸੀ ਜਿਹੜੀ ਤੁਹਾਨੂੰ ਰੋਕ ਸਕਦੀ ਹੋਏ। ਬਿਲਕੁਲ ਤੇ BA ਕਰਨ ਤੱਕ 3rd ਈਅਰ ਵਿੱਚ ਸਭ ਠੀਕ ਠਾਕ ਰਿਹਾ, ਸਫਰ ਐਵਰੀਥਿੰਗ ਵਾਸ ਗੋਇੰਗ ਵੈਲ। ਪਰ ਜਿਹੜਾ ਉੱਥੇ ਸਟੋਰੀ ਦੇ ਵਿੱਚ ਟਵਿਸਟ ਆ ਜਾਂਦਾ ਹੈ ਤਾਇਰਾ ਜੀ, ਉਹ ਇਹ ਟਵਿਸਟ ਆ ਗਿਆ ਕਿ ਮੇਰੀ ਸ਼ਾਦੀ ਹੋ ਗਈ। ਸਹੀ। ਤੇ ਅਕਸਰ ਕੁੜੀਆਂ ਦੀ ਜ਼ਿੰਦਗੀ 'ਚ ਟਵਿਸਟ ਆਉਂਦਾ ਹੈ ਨਾ, ਸਭ ਦੀ ਆਲਮੋਸਟ ਆਉਂਦਾ ਹੈ। ਬਿਲਕੁਲ, ਉਹ ਇੰਤਹਾਈ ਸ਼ਦੀਦ ਕਿਸਮ ਦਾ ਟਵਿਸਟ ਕਿ ਤੁਹਾਡਾ ਕੋਈ ਇhtਜਾਜ ਕੋਈ ਨਹੀਂ ਸੁਣਦਾ, ਕੋਈ ਨਹੀਂ ਸੁਣਨਾ ਚਾਹੁੰਦਾ। ਉਸ ਵਕਤ ਦੀ ਗੱਲ ਕਰ ਰਹੀ ਹਾਂ। ਮੇਰੀ ਫੈਮਿਲੀ ਤੇ ਖੈਰ ਹੁਣ ਵੀ ਹੈ ਕਿ ਕੁੜੀਆਂ ਨੂੰ ਰਿਸ਼ਤਾ ਹੋਣ ਤੋਂ ਬਾਅਦ ਦੱਸ ਦਿੰਦੇ ਨੇ। ਹੁਣ ਵੀ ਸਾਰੀਆਂ ਕੁੜੀਆਂ ਮਾਸ਼ਾਅੱਲਾ ਪੜ੍ਹੀਆਂ ਲਿਖੀਆਂ, ਸਭ ਕੁਝ ਹੈ। ਕੁੜੀਆਂ ਨੂੰ ਨਹੀਂ, ਮੁੰਡਿਆਂ ਨੂੰ ਹੈ। ਮਾਂ ਪਿਓ ਪਸੰਦ ਕਰ ਲੈਣਗੇ, ਉਹ ਦੱਸ ਦੇਣਗੇ ਕਿ ਹਾਂ ਭਾਈ ਫਲਾਣੀ ਤਾਰੀਖ ਨੂੰ ਤੇਰੀ ਮੰਗਣੀ ਆ, ਨਿਕਾਹ ਹੈਗਾ ਤੇ ਅੱਲਾ ਅੱਲਾ ਖੈਰ ਸਲਾ। ਤੇ ਜਦੋਂ ਮੈਨੂੰ ਵੀ ਪਤਾ ਚੱਲਿਆ, ਔਰ ਮਜ਼ੇ ਦੀ ਗੱਲ ਹੈ ਕਿ ਮੈਂ ਉਸ ਵਕਤ ਮੇਰੀ ਸੱਸ ਔਰ ਦੇਵਰ ਮੈਨੂੰ ਦੇਖਣ ਲਈ ਆਏ ਵੈਰੀ ਫਸਟ ਟਾਈਮ, ਤੇ ਅੰਮੀ ਅਬੂ ਦੋਨੋਂ ਘਰ ਨਹੀਂ ਸੀ, ਔਰ ਮੈਂ ਆਪਣੇ ਮਜ਼ੇ ਨਾਲ ਬੈਠੀ ਕੋਈ ਕੁਝ ਪੜ੍ਹ ਰਹੀ ਸਾਂ। ਤੇ ਉਹ ਮੇਰੀ ਸੱਸ ਔਰ ਦੇਵਰ ਉਹ ਆਏ ਅੰਦਰ, ਸਲਾਮ ਦੁਆ ਕੀਤੀ, ਪਾਣੀ ਸ਼ਾਨੀ ਪੁੱਛਿਆ। ਤੇ ਉਹਨਾਂ ਨੇ ਮੇਰੇ ਕੋਲ ਪੁੱਛਿਆ ਕਿ ਕਿਤਾਬਾਂ ਹੀ ਪੜ੍ਹਦੀ ਹੈ। ਮੇਰੀ ਸੱਸ ਦੀ ਜਿਹੜੀ ਸਭ ਤੋਂ ਪਹਿਲੀ ਕਨਵਰਸੇਸ਼ਨ ਸੀ ਮੇਰੇ ਨਾਲ ਕਿ ਕਿਤਾਬਾਂ ਹੀ ਪੜ੍ਹਦੀ ਰਹਿਣੀ ਹੈ ਜਾਂ ਕੁਝ ਹਾਂਡੀ ਰੋਟੀ ਵੀ ਆਉਂਦੀ ਤੈਨੂੰ। ਬਿਲਕੁਲ ਸਹੀ। ਤੇ ਮੈਂ ਜ਼ਰਾ ਸੂਰਤ ਹਾਲ ਦਾ ਅੰਦਾਜ਼ਾ ਲਗਾਇਆ। ਮੈਂ ਕਿਹਾ ਇਹ ਕੋਈ ਸਵਾਲ ਆਮ ਆਂਟੀ ਨਹੀਂ ਕਰ ਸਕਦੀ, ਰਾਈਟ? ਇਹਨਾਂ ਦੇ ਕੁਝ ਹੋਰ ਖੁਫੀਆ ਮਕਾਸਦ ਨੇ। ਤੇ ਮੈਂ ਕਿਹਾ ਨਹੀਂ ਅੰਮਾ ਜੀ, ਮੈਨੂੰ ਤੇ ਬਿਲਕੁਲ ਕੋਈ ਹਾਂਡੀ ਰੋਟੀ ਨਹੀਂ ਕਰਨੀ ਆਉਂਦੀ, ਮੈਨੂੰ ਤੇ ਸ਼ੌਕ ਹੀ ਨਹੀਂ ਕਿਚਨ 'ਚ ਜਾਣ ਦਾ। ਮੈਨੂੰ ਇਹ ਵੀ ਨਹੀਂ ਪਤਾ ਕਿ ਅੰਡੇ ਪਕਾਉਣ ਲਈ ਕਿੰਨਾ ਪਾਣੀ ਪਾਉਂਦੇ ਨੇ ਉਹਦੇ ਵਿੱਚ। ਔਰ ਇਸ ਕਿਸਮ ਦੀਆਂ 2-3 ਬੋਂਗੀਆਂ ਸ਼ੋਂਗੀਆਂ ਮਾਰੀਆਂ ਤੇ ਉਹਨਾਂ ਦਾ ਮੂੰਹ ਸੁਰਖ ਹੋ ਗਿਆ। ਤੇ ਬਹਰਹਾਲ ਇਹ ਗੱਲ ਮੇਰੇ ਦੇਵਰ ਨੇ ਸਾਰੀ ਜ਼ਿੰਦਗੀ ਮੈਨੂੰ ਕਹੀ ਕਿ ਤੁਸੀਂ ਕੋਸ਼ਿਸ਼ ਬੜੀ ਕੀਤੀ ਬਚਣ ਦੀ, ਪਰ ਅਸੀਂ ਤੁਹਾਨੂੰ ਫੜ ਹੀ ਲਿਆ। ਬੜੇ ਨਾਰਾਜ਼ ਹੋ ਗਏ ਇਸ ਗੱਲ ਤੇ। ਬਹਰਹਾਲ ਸੋ ਮੈਂ 3rd ਈਅਰ ਵਿੱਚ ਸੀ ਜਦੋਂ, ਨੋਟ 3rd ਈਅਰ, 4th ਈਅਰ ਵਿੱਚ ਜਦੋਂ ਮੇਰੇ ਐਗਜ਼ਾਮ ਹੋਣ ਵਾਲੇ ਸੀ ਫਾਈਨਲ। ਤੇ ਉਸ ਵਕਤ ਮੇਰੀ ਨਾਨੀ ਜੀ, ਜਿਨ੍ਹਾਂ ਦੇ ਨਾਲ ਮੈਂ ਬਹੁਤ ਕਲੋਜ਼ ਸੀ ਸ਼ੁਰੂ ਤੋਂ, ਆਪਣੇ ਨਾਨੀ ਜੀ, ਦਾਦਾ ਜੀ ਦੇ ਨਾਲ, ਔਰ ਅੰਮਾ ਜੀ ਔਰ ਨਾਨਾ ਜੀ ਦੇ ਨਾਲ ਮੈਂ ਬਹੁਤ ਕਲੋਜ਼ ਸਾਂ। ਛੁੱਟੀਆਂ 'ਚ ਮੈਂ ਹਮੇਸ਼ਾ ਅੰਮੀ ਦੇ ਨਾਲ ਗਾਂ ਚਲੇ ਜਾਣਾ, ਉੱਥੇ ਰਹਿਣਾ, ਸਭ ਕੁਝ। ਸੋ ਉੱਥੇ ਜਿਸ ਉਹਨਾਂ ਦੀ ਡੈਥ ਹੋ ਗਈ ਮੇਰੇ ਅੰਮਾ ਜੀ ਦੀ, ਅੱਲਾਹ ਤਾਲਾ ਉਹਨਾਂ ਦੀ ਬਖਸ਼ਿਸ਼ ਕਰੇ। ਤੇ ਇਟ ਵਾਜ਼ ਅ ਬਿਗ ਸ਼ੌਕ ਫॉर ਹੋਲ ਫੈਮਿਲੀ, ਕਿਉਂਕਿ ਮਾਸ਼ਾਅੱਲਾ ਉਹ ਬਿਲਕੁਲ ਠੀਕ ਠਾਕ ਸਨ, ਸਿਹਤਮੰਦ ਸਨ। ਆਲ ਆਫ ਅ ਸਡਨ ਤੇ ਅੰਮੀ ਚਲੇ ਗਏ ਜੇਹਲਮ, ਔਰ ਅੰਮੀ ਚੂੰਕਿ ਆਪਣੀ ਭੈਣਾਂ ਭਰਾਵਾਂ 'ਚ ਸਭ ਤੋਂ ਵੱਡੇ ਸਨ ਤੇ ਉਹ ਕਾਫੀ ਰਹੇ, ਮੇਰਾ ਖਿਆਲ ਮਹੀਨਾ ਡੇਢ ਉੱਥੇ ਰਹੇ ਸਾਰੇ ਮਾਮਲਾਤ ਦੇਖਣ ਸੰਭਾਲਣ ਲਈ। ਮੇਰੇ ਘਰ ਵਿੱਚ ਮੇਰੀਆਂ ਵੱਡੀਆਂ ਭੈਣਾਂ ਦੀ ਸ਼ਾਦੀ ਹੋ ਗਈ ਸੀ, ਸੋ ਆਈ ਵਾਸ ਦਾ ਓਲਡੈਸਟ ਵਨ, ਤੇ ਸਾਰੀ ਰਿਸਪੌਂਸਿਬਿਲਿਟੀ ਮੇਰੇ ਤੇ ਆ ਗਈ ਸਭ। ਤੇ ਉਹ ਖਾਣੇ ਪਕਾने और ये वो सब कुछ करते करते, और उस वक्त मैं बहुत ही ज्यादा शॉक और डिस्टर्ब हुई सी। ते मैं अपने लास्ट 2 एग्जाम्स नहीं दे सकी, आखिरी 2 पेपर्स हैं जेड़े वो नहीं दे सकी BA दे। और मतलब एक 2 सदमे सन जेड़े। और तीसरा सदमा है कि जो अम्मी वापस आए और सारे हालात थोड़े जे नॉर्मल होए तो उन्होंने ऑल ऑफ अ सडन, क्योंकि वो रिश्ता जेड़े अम्मा जी आई सी, वो रिश्ता बहुत अच्छा सी। उस वक्त उस बंदे ने CSP किता सी, 17वें ग्रेड विच ओदी जॉब लगी सी, सारे बड़े खुश सी जी, वाह वाह वाह, बहुत अच्छी गल हो गई है। उन्होंने आनन फानन फड़ के मेरा निकाह कर दिता। ते सब नूं इहो सी कि बस दैट्स इट, कहानी मुक गई कि तू हुण की कर सकदी। मतलब हुण जस्ट भाईजान नूं इहो ही सी ਸਵਾਏ ਚਾਹ ਬਣਾਉਣ ਦੇ, ਮਤਲਬ ਚਾਹ ਨਹੀਂ ਬਲਕਿ ਮੇਰੇ ਅੱਬਾ ਜੀ ਕਹਿੰਦੇ ਸੀ ਮੱਝਾਂ ਵਾਲਾ ਕਾੜਾ ਬਣਾਉਣ ਦੇ, ਤੈਨੂੰ ਹੋਰ ਕੁਛ ਆਂਦਾ ਕੋਈ ਨਹੀਂ। ਤੇ ਕੁਝ ਰੋਟੀ ਪਾਣੀ ਪਕਾਣੀ, ਰੋਟੀ ਪਾਣੀ ਕਰਨਾ ਸਿੱਖ, ਆਟਾ ਗੁੰਨਣਾ ਸਿੱਖ, ਇਹ ਸਿੱਖ ਉਹ ਸਿੱਖ। ਔਰ ਮੈਂ ਗੁੱਸੇ ਦੇ ਮਾਰੇ ਜੋ ਕੁਝ ਵੀ ਸੀ, ਮਤਲਬ ਯਕੀਨ ਕਰੋ ਕਿ ਹਰ ਰੋਜ਼ ਹੀ ਕਰੀ ਹੁੰਦੀ ਸੀ। ਅਫਕੋਰਸ ਕੁਕਿੰਗ ਤੁਹਾਨੂੰ ਪਤਾ ਹੈ ਹਰ ਰੋਜ਼ ਹੀ ਅਸੀਂ ਕਰਨੀ ਹੁੰਦੀ ਹੈ, ਹਰ ਰੋਜ਼ ਕਰਨਾ, ਔਰ ਹਰ ਰੋਜ਼ ਰੋਂਦੇ ਰਹਿਣਾ ਬੈਠ ਕੇ ਕਿ ਮਾਈ ਗॉड ਇਹ ਹੁਣ ਮੇਰੀ ਜ਼ਿੰਦਗੀ ਹੈ, ਇਹ ਸਾਰਾ ਟਾਈਮ ਤੁਸੀਂ ਰੋਟੀਆਂ ਪਕਾਉਂਦੇ ਰਹੋਗੇ ਬੈਠ ਕੇ। ਬਟ ਦੈਟ ਵਾਸ ਅ ਚੈਲੰਜ। ਜਦੋਂ ਮੈਨੂੰ ਅੰਦਾਜ਼ਾ ਹੋਇਆ ਕਿ ਹੁਣ ਮੇਰੇ ਘਰ ਵਾਲੇ ਤੇ ਮੇਰੀ ਕੋਈ ਗੱਲ ਨਹੀਂ ਸੁਣ ਰਹੇ, ਔਰ ਉਹਨਾਂ ਨੇ ਮੇਰੀ ਸ਼ਾਦੀ ਕਰ ਹੀ ਦੇਣੀ ਹੈ, ਔਰ ਆਫ ਕੋਰਸ ਮੇਰਾ ਨਿਕਾਹ ਹੋ ਗਿਆ ਸੀ 1 ਸਾਲ ਪਹਿਲੇ। ਔਰ ਉਸ ਤੋਂ ਬਾਅਦ ਫਿਰ ਜਦੋਂ ਮੇਰੀ ਰੁਖਸਤੀ ਹੋ ਗਈ
और और शादी ਦੀ ਸਿਰਫ ਇਹ ਵਜ੍ਹਾ ਸੀ, ਇਹ ਨਹੀਂ ਕਿ ਮੇਰੀ ਸ਼ਾਦੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਰਨੀ। ਘਰ ਵਾਲਿਆਂ ਲਈ ਮਸਲਾ ਇਹ ਸੀ ਕਿ ਮੇਰੇ ਭਾਈਜਾਨ ਜਿਹੜੇ ਸਾਡੇ ਸਾਰੇ 5 ਭੈਣਾਂ ਤੋਂ ਵੱਡੇ ਸੀ, ਉਹਨਾਂ ਦੇ ਲਈ ਮੇਰੀ ਅੰਮੀ ਨੂੰ ਬਹੁਤ ਅੱਛੀ ਕੁੜੀ ਪਸੰਦ ਆ ਗਈ ਸੀ। ਮੇਰੀਆਂ 4 ਭੈਣਾਂ ਦੀ ਸ਼ਾਦੀ ਹੋ ਚੁੱਕੀ ਸੀ ਤੇ ਉਹਨਾਂ ਨੇ ਕਿਹਾ ਕਿ ਚਲੋ ਇਹ 2 ਕੰਮ ਜਿਹੜੇ ਨੇ ਇਕੱਠੇ ਨਿਬੇੜ ਦਈਏ। ਬਸ ਇਸ ਲਈ ਉਹਨਾਂ ਨੇ ਫਟਾਫਟ ਮੇਰੇ ਇਮਤਿਹਾਨਾਂ ਦੀ ਕਿਸੇ ਦੀ ਵੀ ਪਰਵਾਹ ਕੀਤੇ ਬਗੈਰ ਸ਼ਾਦੀ ਹੋ ਗਈ। ਕੁਛ ਇਹ ਵੀ ਸੀ ਹੁੰਦਾ ਸੀ ਕਿ ਇੱਕੋ ਰੋਟੀ 'ਚ 2 ਕੰਮ ਨਿਬੜ ਜਾਣਗੇ। ਬਿਲਕੁਲ। ਔਰ ਫਿਰ ਉਹ ਕਿਉਂਕਿ ਉਹ ਨੌਕਰੀ ਪੇਸ਼ਾ ਲੋਕ ਨੇ ਸਾਰੇ, ਸਭ ਨੂੰ ਇਹੋ ਹੀ ਸੀ ਕਿ ਇੱਕੋ ਦੇ ਵਿੱਚ ਸਾਰੇ ਕੰਮ ਹੋ ਜਾਣਗੇ। ਔਰ ਆਫ ਕੋਰਸ ਉਹਨਾਂ ਦੇ ਤੇ ਕੰਮ ਹੋ ਗਏ। ਔਰ शादी वाले दिन अपने हस्बैंड ਨੂੰ मैं सिर्फ एक चीज कही। इंटरेस्टिंगली मतलब मेरे इन लॉज ਦਾ बैकग्राउंड भी ਇਹੋ ਹੀ ਹੈ ਕਿ ਸਾਰੇ ਫੌਜੀ ਨੇ, ਮੇਰੇ ਸ਼ੋਹਰ ਨਹੀਂ ਨੇ ਕਿਉਂਕਿ ਉਹ ਸਿਵਲ ਸਰਵਿਸ 'ਚ ਆ ਗਏ ਸੀ। ਤੇ ਉਹਨਾਂ ਦੇ ਖਾਨਦਾਨ ਵਿੱਚ ਵੀ ਇੱਕ ਟਿਪੀਕਲ ਜਿਹੜਾ ਰਾਜਪੂਤਾਂ ਦਾ ਮਾਹੌਲ ਹੁੰਦਾ ਹੈ ਕਿ ਕੋਈ ਕੁੜੀ ਵੀ ਮੇਰਾ ਖਿਆਲ ਹੈ ਮੈਟ੍ਰਿਕ ਵੀ ਨਹੀਂ ਸੀ ਉਦੋਂ, 1-2 ਕੁੜੀਆਂ ਹੋਣਗੀਆਂ ਤੇ ਉਹ ਸਾਂਵਲੀਆਂ ਸਲੋਨੀਆਂ, ਬਹੁਤ ਅੱਛੀ ਫੈਮਿਲੀ ਸਾਰੇ ਲੋਕ। ਪਰ ਉਹਨਾਂ ਦੇ ਲਈ ਬੜੀ ਗੱਲ ਸੀ ਕਿ ਜੀ ਪੜ੍ਹੀ ਲਿਖੀ ਕੁੜੀ। ਔਰ ਮੇਰੇ ਹਸਬੈਂਡ ਵਾਹਿਦ ਸਨ ਪਹਿਲੇ ਆਦਮੀ ਜਿਹਨੇ ਖਾਨਦਾਨ ਤੋਂ ਬਾਹਰ ਸ਼ਾਦੀ ਕੀਤੀ ਸੀ, ਰਾਜਪੂਤਾਂ ਤੋਂ ਬਾਹਰ। ਤੇ ਉਹ ਸਾਰੇ ਬੜੇ ਖੁਸ਼ ਸਨ ਇਸ ਗੱਲ ਤੇ, ਮੇਰੇ ਹਸਬੈਂਡ ਵੀ ਬਹੁਤ ਖੁਸ਼ ਸਨ। ਆਫ ਕੋਰਸ ਉਹਨਾਂ ਨੂੰ ਮੈਂ ਸਿਰਫ ਇੱਕ ਗੱਲ ਕਹੀ ਕਿ ਜ਼ਿੰਦਗੀ 'ਚ ਤੁਸੀਂ ਜੋ ਕੁਝ ਵੀ ਕਹੋਗੇ ਮੈਂ ਬਗੈਰ ਕੋਈ ਸਵਾਲ ਕੀਤੇ, ਚੂੰ-ਚਰਾਂ ਕੀਤੇ ਉਹਨੂੰ ਮੰਨਾਂਗੀ। ਇੱਕ ਗੱਲ ਤੇ ਮੈਂ ਕਦੀ ਕੰਪਰੋਮਾਈਜ਼ ਨਹੀਂ ਕਰਨਾ, ਔਰ ਉਹ ਹੈਗੀ ਮੇਰੀ ਪੜ੍ਹਾਈ। ਔਰ ਮੈਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਜੌਬ ਕਰਨੀ ਹੈ। ਐਂਡ ਹੀ ਵਾਜ਼ ਸ਼ੌਕਡ ਕਿ ਇੱਕ ਤੁਸੀਂ ਤਸੱਵੁਰ ਕਰੋ ਜ਼ਰਾ, ਉਹ ਸੁਰਖ ਕਿਸਮ ਦੇ ਦੁਪੱਟੇ ਔਰ ਕੰਮ ਕੀ ਕਹਿੰਦੇ ਉਹਨੂੰ, ਚਮਚਮ ਵਾਲੀ ਜਿਹੜੀ ਹੁੰਦੀ ਹੈ ਨਾ ਮਿਠਾਈ ਦੀ ਦੁਕਾਨ ਟਾਈਪ ਦੀ ਔਰਤ, ਜਿਹੜੀ ਦੁਲਹਨ ਬਣੀ ਹੁੰਦੀ ਸੀ ਸਾਡੇ ਇਸ ਜ਼ਮਾਨੇ ਦੇ ਵਿੱਚ। ਮੈਂ ਉਸ ਸੀਨ ਸਾਰਾ ਇਮੇਜਿਨ ਕਰ ਰਹੀ ਹਾਂ। ਇਮੇਜਿਨ ਕਰੋ, ਬਸ ਤੁਸੀਂ ਇਮੇਜਿਨ ਕਰੋ। ਔਰ ਸਿਰਫ ਮੇਰਾ ਸੀਨ ਨਾ ਇਮੇਜਿਨ ਕਰੋ, ਤੁਸੀਂ ਮੇਰੇ ਸ਼ੋਹਰ ਦੀ ਸ਼ਕਲ ਵੀ ਇਮੇਜਿਨ ਕਰੋ ਨਾਲ, ਕਿ ਸੋਚਦਾ ਹੋਏਗਾ ਹਾਂ ਇਹ ਕਿੱਥੋਂ ਆ ਗਈ है। बहरहाल उन्होंने कहा कि नहीं आप फिक्र ना करें, सब जैसा आप कहेंगी वैसा ही होगा। ओके जनाब, ਅਸੀਂ ਇਹ ਗੱਲ ਆਪਣੇ ਪੱਲੇ ਬੰਨ ਲਈ ਕਿ जैसा हम कहेंगे वैसा ही होगा। सो शादी ਦੇ ਪਹਿਲੇ 5 ਸਾਲ ਬੇਹੱਦ ਮੁਸ਼ਕਲ ਸਨ, ਹਰ ਲਿਹਾਜ਼ ਨਾਲ ਮੁਸ਼ਕਲ ਸਨ। ਇੱਕ ਤੇ ਸਸੁਰਾਲ ਸੀ, ਮੇਰੀ ਤਰ੍ਹਾਂ ਦੀ ਕੇਅਰ ਫਰੀ ਔਰਤ ਜਿਹਨੇ ਕਦੀ ਇਹ ਸੋਚਿਆ ਹੀ ਨਹੀਂ ਸੀ ਕਿ ਇੱਕ ਵੱਡੀ ਨੂੰਹ ਹੋ ਕੇ ਉਹਨੇ ਇੱਕ ਐਸੀ ਫੈਮਿਲੀ ਦੇ ਵਿੱਚ ਜਾਣਾ ਹੈ ਜਿੱਥੇ ਉਹਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਆ ਜਾਣਗੀਆਂ। ਉਹ ਆਪਣੀ ਬਰਾਦਰੀ ਤੋਂ ਬਾਹਰ ਦੀ ਔਰਤ ਹੈ, ਉਹਨੂੰ ਚੈਲੰਜਸ ਫੇਸ ਕਰਨੇ ਪੈਣਗੇ, ਉਹਨੂੰ ਆਪਣੀ ਸੱਸ ਦੇ ਨਾਲ ਹੱਸੀ ਖੁਸ਼ੀ ਰਹਿਣਾ ਪਏਗਾ। ਕਿਉਂਕਿ ਮੇਰੀ ਫੈਮਿਲੀ ਸਭ ਨੂੰ ਪਤਾ ਸੀ, ਸਭ ਪੂਰਾ ਯਕੀਨ ਕਰਦੇ ਸੀ ਕਿ 4 ਦਿਨ ਬਾਅਦ ਇਹਨੇ ਉਜੜ ਕੇ ਘਰ ਆ ਜਾਣਾ, ਇਹ ਤੇ ਵਸਣ ਵਾਲੀ ਹੈ ਹੀ ਨਹੀਂ। ਸੋ ਫਿਰ ਬਹੁਤ ਸਾਰੇ ਮਸਾਇਲ। ਮੇਰੇ ਲਈ ਜਿਹੜੀ ਸਭ ਤੋਂ ਵੱਡਾ ਮਸਲਾ ਸੀ ਉਹ ਸੀ ਮੇਰੀ ਪੜ੍ਹਾਈ, ਨਾਮੁਕੰਮਲ ਪੜ੍ਹਾਈ। ਸੋ ਸ਼ਾਦੀ ਦੇ 5 ਸਾਲ, ਪਹਿਲੇ 5 ਸਾਲ ਮੈਂ ਆਪਣੀਆਂ 2 ਡਿਗਰੀਆਂ ਮੁਕੰਮਲ ਕੀਤੀਆਂ, BA ਐਂਡ BEd, ਔਰ ਮਾਸ਼ਾਅੱਲਾ 3 ਬੱਚੇ ਪੈਦਾ ਕੀਤੇ। ਕਿ that was ਉਹ ਉਹਨਾਂ ਦੀ ਡਿਮਾਂਡ ਸੀ ਔਰ ਇਹ ਮੇਰੀ ਡਿਮਾਂਡ ਸੀ ਕਿ I have to do that. Thanks God I could do that. ਇਸ ਸਿਲਸਿਲੇ 'ਚ ਵੀ ਮੈਂ ਇੱਕ ਬਹੁਤ ਜ਼ਰੂਰੀ ਵਾਕਿਆ ਜਿਹੜਾ ਉਹ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ, ਆਪਣੇ ਇਮਤਿਹਾਨਾਂ ਦੇ ਬਾਰੇ 'ਚ। ਫਿਰ ਪੁੱਛ ਰਹੀ ਹਾਂ, ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਕਹਾਣੀ ਜਾਰੀ ਰੱਖਾਂ? ਥੱਕ ਤੇ ਨਹੀਂ ਗਏ? ਨਹੀਂ ਜਨਾਬ, ਅਸੀਂ ਬਿਲਕੁਲ ਨਹੀਂ ਥੱਕੇ, ਔਰ ਨਾ ਸਾਡੇ ਨਾਲ ਜਿਹੜੇ ਦੇਖਣ ਵਾਲੇ ਨੇ ਉਹ ਥੱਕੇ ਨੇ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਹੁਤ ਸਾਰੇ ਭੈਣਾਂ ਭਰਾ ਜਿਹੜੇ ਨੇ ਉਹ ਸਾਡੀ ਗੱਲਬਾਤ ਨਾ ਸਿਰਫ ਹੈ ਕਿ ਮੁਸਤਕਿਲ ਮਸਾਜੀ ਨਾਲ ਸੁਣ ਰਹੇ ਨੇ, ਬਲਕਿ ਉਹਨੂੰ ਸਰਾਹ ਵੀ ਰਹੇ ਨੇ। ਤੇ ਉਹਨਾਂ ਸਭ ਦਾ ਸ਼ੁਕਰੀਆ। ਮੈਂ ਉਹਨਾਂ ਦੇ ਕਮੈਂਟ ਨਾਲ ਸ਼ੋਅ ਵੀ ਕਰ ਰਹੀ ਹਾਂ, ਉਮੀਦ ਹੈ ਕਿ ਤੁਹਾਨੂੰ ਵੀ ਨਜ਼ਰ ਆ ਰਹੇ ਹੋਣਗੇ। ਤੇ ਤੁਸੀਂ ਪਲੀਜ਼ ਜਾਰੀ ਰੱਖੋ ਤੇ ਇਹਨੂੰ ਐਂਡ ਤੱਕ ਪਹੁੰਚਾ ਕੇ ਫਿਰ ਅੱਗੇ ਜਾਵਾਂਗੇ। ਬਹੁਤ ਸ਼ੁਕਰੀਆ ਜੀ ਸੁਣਨ ਵਾਲਿਆਂ ਦੇ ਸਬਰ ਦਾ ਵੀ। ਪਰ ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਅਸੀਂ ਉਹ ਸ਼ੇਅਰ ਕਰਦੇ ਹਾਂ ਨਾ ਜਿਹੜਾ ਮਿੱਠਾ ਮਿੱਠਾ ਹੁੰਦਾ, ਜਿਹੜਾ ਕੋੜਾ ਕੋੜਾ ਹੁੰਦਾ, ਉਹਦੇ ਤੇ ਚਿੱਟੀ ਚਾਦਰ ਪਾ ਕੇ ਤੇ ਬੈਠ ਜਾਂਦੇ ਆ ਕਿ ਚਲੋ ਜੀ ਸਭ ਠੀਕ ਹੈ। ਜ਼ਿੰਦਗੀ 'ਚ ਕਦੀ ਵੀ ਸਭ ਠੀਕ ਨਹੀਂ ਹੁੰਦਾ, ਸਿਰਫ ਉਹ ਠੀਕ ਹੁੰਦਾ ਹੈ ਜਿਹੜਾ ਤੁਸੀਂ ਆਪ ਠੀਕ ਕਰ ਲੈਂਦੇ ਹੋ। ਬਿਲਕੁਲ ਸਹੀ।
ਮੈਨੂੰ ਫਿਕਰ ਸੀ ਟਾਈਮ ਦੀ ਵੀ, ਤੁਹਾਡਾ ਟਾਈਮ ਵੀ ਜ਼ਿਆਦਾ ਹੋ ਗਿਆ, ਕਾਫੀ ਜ਼ਿਆਦਾ, ਬਟ ਐਨੀਵੇਜ਼ ਕੋਈ ਹੁਣ ਗੱਲ ਨਹੀਂ, ਕਹਾਣੀ ਤੇ ਚੱਲ। ਟਾਈਮ ਸਾਡਾ ਆਪਣਾ ਹੀ ਹੈ ਤੇ ਅਸੀਂ ਹੁਣ ਇਹਨੂੰ ਜ਼ਰਾ ਮੁਕੰਮਲ ਕਰ ਲਈਏ जी जी क्योंकि बिल्कुल। एक हिस्ट्री भी डॉक्यूमेंट हो रही है ना, देखो मतलब एक डॉक्यूमेंट भी हो रही है ना एक चीज। हाँ जी बिल्कुल, इस ਲਈ मैं चाह रही हाँ कि कोई ऐसी गल रह ना जाए कि ਜਿਹੜੀ ਮੈਨੂੰ ਬਾਅਦ ਵਿੱਚ ਅਫਸੋਸ ਹੋਏ ਕਿ ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀ। ਇਹਦੇ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਕਿ ਜਿਹੜੀ ਸਿਰਫ ਇੱਕ ਸਮੀਨਾ ਤਬਸਮ ਦੀ ਕਹਾਣੀ ਹੈ। ਸ਼ੇਅਰ ਕਰਨ ਦਾ ਮਕਸਦ ਹੈ ਕਿ ਇਹ ਪਾਕਿਸਤਾਨ ਦੀ ਹਰ ਔਰਤ ਦੀ ਕਹਾਣੀ ਹੈ। ਹਰ ਔਰਤ ਆਪਣੇ ਮਾਹੌਲ ਤੋਂ, ਆਪਣੇ ਮਾਪਿਓ ਤੋਂ, ਆਪਣੇ ਸਹੁਰਿਆਂ ਪੇਕਿਆਂ ਤੋਂ ਕੀ ਸਿੱਖਦੀ ਹੈ, ਉਹਦੇ ਆਪਣੇ ਮਿਜ਼ਾਜ ਤੇ ਡਿਪੈਂਡ ਕਰਦਾ ਹੈ। ਪਰ ਅਗਰ ਤੁਸੀਂ ਇੱਕ ਇੰਡੀਪੈਂਡੈਂਟ ਔਰਤ ਬਣਨਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਮਤਿਹਾਨ ਦੇਣੇ ਆ ਬਹੁਤ ਸਾਰੇ, ਉਹਨਾਂ ਦੇ ਵਿੱਚ ਪਾਸ ਹੋਣਾ ਹੈ। ਐਨੀਵੇਜ਼ ਜਦੋਂ ਮੈਂ ਆਪਣੀ ਫਰਸਟ ਪ੍ਰੈਗਨੈਂਸੀ ਸੀ, ਫਸਟ ਟਾਈਮ ਮੈਂ ਆਪਣੀ ਮੇਰੀ ਬੇਟੀ ਹੈ ਵੱਡੀ ਮਾਸ਼ਾਅੱਲਾ, ਜਦੋਂ ਮੈਂ ਉਹਦੇ ਨਾਲ ਪ੍ਰੈਗਨੈਂਟ ਸੀ ਫਸਟ ਟਾਈਮ, ਔਰ ਮੈਨੂੰ ਯਾਦ ਹੈ ਕਿ 8ਵਾਂ ਮਹੀਨਾ ਸੀ ਮੇਰਾ, ਜਦੋਂ ਮੇਰੇ ਇਮਤਿਹਾਨ ਸਨ, ਔਰ ਉਹ ਸੀ ਇੰਗਲਿਸ਼ ਔਰ ਇਕਨੋਮਿਕਸ, ਇਹ ਦੋ ਸਬਜੈਕਟ ਰਹਿ ਗਏ ਸਨ। ਬਹੁਤ ਮੁਸ਼ਕਿਲ ਨਾਲ ਮੈਂ ਤਿਆਰੀ ਕੀਤੀ, ਬੜੀ ਹੀ ਮੁਸ਼ਕਿਲ ਮੇਰੀ ਪ੍ਰੈਗਨੈਂਸੀ ਸੀ ਕਿ ਬਸ ਓ ਮਾਈ ਗॉड। ਐਨੀਵੇਜ਼ ਤੇ ਜਿਸ ਦਿਨ ਮੈਂ ਇਮਤਿਹਾਨ ਦੇਣ ਗਈ, ਮੇਰੀ ਇਕਨੋਮਿਕਸ ਦਾ ਇਮਤਿਹਾਨ ਪੇਪਰ ਸੀ ਉਸ ਦਿਨ, ਔਰ ਮੈਂ ਗਈ, ਔਰ ਆਫ ਕੋਰਸ ਯੂ ਕੈਨ ਇਮੇਜਿਨ ਕਿ ਮੈਂ ਬਿਲਕੁਲ ਉਹ ਇੱਕ ਕੀ ਕਹਿੰਦੇ ਨੇ ਹੱਡੀ ਮਾਸ ਬਣੀ ਹੋਈ ਸੀ, ਵੋਮਿਟਿੰਗ ਕਰ ਕਰਕੇ, ਇੰਨਾ ਵੱਡਾ ਪੇਟ ਨਿਕਲਿਆ ਹੋਇਆ। ਕੈਨ ਯੂ ਬਿਲੀਵ, ਬਜਾਏ ਇਹਦੇ ਕਿ ਮੇਰੀਆਂ ਟੀਚਰਸ ਮੈਨੂੰ ਕੋਈ ਸ਼ਾਬਾਸ਼ ਦਿੰਦੀਆਂ, ਮੇਰੇ ਨਾਲ ਹਮਦਰਦੀ ਕਰਦੀਆਂ ਜਾਂ ਕੁਛ, सब तो पहली गल जी एक टीचर ने कही, उन्हें कहा कि शर्म नहीं आती तुम्हें, इतना बड़ा पेट उठा के आ गई हो, तुम्हें तो देख के हमें शर्म आ रही। एक टीचर दे इल्फाज सन, एंड आई वाज शॉक्ड, क्योंकि मनुष्य कि चलो ठीक है, अगर मेरी मदर इन लॉ या मेरी सस ने करूं मैनू है कह के क्या कि कितना बुरा लग रहा है, कितनी शर्मिंदगी है कि तुम इम्तिहान दे इस हालत च बाहर जा रही। तो मैनू बहुत उम्मीद सी कि एटलीस्ट ਜਦੋਂ ਮੈਂ ਕਾਲਜ ਜਾਵਾਂਗੀ ਤੇ ਇਟ ਇਜ਼ ਗੋਇੰਗ ਟੂ ਬੀ ਡਿਫਰੈਂਟ, ਬਟ ਮੈਂ ਉਸ ਵਕਤ ਸੋਚਿਆ, ਔਰ ਦੂਸਰੀ ਟੀਚਰ ਨੇ ਕਿਹਾ ਕਿ ਕੀ ਜ਼ਰੂਰਤ ਹੈ ਤੈਨੂੰ ਧੱਕੇ ਖਾਣ ਦੀ ਸਮੀਨਾ, ਹੁਣ ਤੇਰਾ ਹਸਬੈਂਡ ਜਿਹੜਾ ਸਟਾਰਵਿੰਗ ਗ੍ਰੇਡ ਦਾ ਇੰਨਾ ਵੱਡਾ ਆਫਿਸਰ ਹੈਗਾ, ਤੈਨੂੰ ਕਿਹੜੀ ਚੀਜ਼ ਦੀ ਕਮੀ ਹੈ, ਤੂੰ ਆਪ ਹੀ ਖਰਾਬ ਹੈ, ਔਰ ਦਿਸ ਐਂਡ ਦੈਟ, ਤੈਨੂੰ ਘਰ ਬੈਠਣਾ ਚਾਹੀਦਾ ਸੀ। ਆਮ ਸੌਰੀ, ਮੈਂ ਹਮੇਸ਼ਾ ਇਮੋਸ਼ਨਲ ਹੋ ਜਾਂਦੀ ਹਾਂ ਗੱਲ ਯਾਦ ਕਰਕੇ। ਤੇ ਮੈਨੂੰ ਅੰਦਾਜ਼ਾ ਹੋਇਆ ਕਿ ਪੜ੍ਹਨ ਲਿਖਣ ਤੋਂ ਬਾਅਦ, ਡਿਗਰੀਆਂ ਲੈਣ ਤੋਂ ਬਾਅਦ, ਪ੍ਰੋਫੈਸ਼ਨਲ ਹੋ ਜਾਣ ਤੋਂ ਬਾਅਦ, ਅਗਰ ਤੁਸੀਂ ਆਪਣਾ ਐਟੀਟਿਊਡ, ਅਗਰ ਤੁਸੀਂ ਆਪਣੀ ਸੋਚ ਤਬਦੀਲ ਨਹੀਂ ਕਰਦੇ ਤੇ ਤੁਹਾਡੇ ਵਿੱਚ ਔਰ ਇੱਕ ਅਨਪੜ੍ਹ ਔਰਤ ਦੇ ਵਿੱਚ, ਇੱਕ ਅਨਪੜ੍ਹ ਇਨਸਾਨ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਬਿਲਕੁਲ ਕਮ ਅਜ਼ ਕਮ ਉਸ ਵਕਤ ਕਿ ਜਿਸ ਵਕਤ ਕਿਸੇ ਨੂੰ ਤੁਹਾਡੀ ਹਮਦਰਦੀ ਦੀ ਜ਼ਰੂਰਤ ਹੈ, ਉਸ ਵਕਤ ਆਪਣੇ ਸਮਾਜ ਦੇ ਥੱਲੇ ਦਬੀ ਹੋਈ ਮਜ਼ਲੂਮ ਔਰਤ ਐਕਟ ਕਰਨ ਦੀ ਬਜਾਏ ਕਮ ਅਜ਼ ਕਮ ਉਹਨੂੰ ਆਪਣਾ ਮੁੰਡਾ ਦਵੋ ਕਿ ਉਹ ਕੁਛ ਦੇਰ ਉਹਦੇ ਤੇ ਸਾਹ ਲੈ ਸਕੇ। ਸੋ ਐਨੀਵੇਜ਼ ਕਹਾਣੀ ਦਾ ਟਵਿਸਟ ਇਹ ਹੈਗਾ ਕਿ ਮੈਂ ਆਪਣਾ BA ਪਾਸ ਕਰ ਲਿਆ ਅੱਛੇ ਨੰਬਰਾਂ ਦੇ ਨਾਲ, ਮੈਂ ਆਪਣਾ BA ਪਾਸ ਕਰ ਲਿਆ, ਬੇਟੀ ਹੋਈ। ਉਸ ਤੋਂ ਬਾਅਦ ਅਸੀਂ ਫਿਰ इस्लामाबाद मूव हो गए, मेरे दोनों बेटे उत्थे पैदा हुए, मेरे माशाल्लाह 3 बच्चे ने, 2 बेटे और बेटी। और ਜਦੋਂ ਮੇਰਾ ਸੈਕੰਡ ਬੇਬੀ ਹੋਇਆ ਉਸ ਤੋਂ ਬਾਅਦ ਫਿਰ ਮੈਂ ਆਪਣਾ B.Ed ਸ਼ੁਰੂ ਕੀਤਾ, एंड आई ऑफ कोर्स कि मेरे हस्बैंड ने प्रॉमिस किया सी कि अगर आप पढ़ना चाहती हैं तो आप पढ़ें, खुद भी वो पढ़े लिखे अच्छे इंसान ने। ते मैं अपना B.Ed शुरू किया, मेरा तीसरा बेटा होया, उस तो बाद वो 2 साल का सी, 2.5 साल का, ਜਦੋਂ ਮੈਂ ਆਪਣੀ ਫਸਟ ਜੌਬ ਸ਼ੁਰੂ ਕੀਤੀ ਇਸਲਾਮਾਬਾਦ ਵਿੱਚ। ਸੋ that is ਉਸ ਵਕਤ ਇਸਲਾਮਾਬਾਦ ਮਾਡਲ ਕਾਲਜ F102, ਉੱਥੇ ਹੀ ਮੇਰੀ ਜੌਬ ਰਹੀ 5 ਸਾਲ। ਉਸ ਤੋਂ ਬਾਅਦ ਫਿਰ ਮੈਂ ਮਿਲਟਰੀ ਕਾਲਜ, ਮਿਲਟਰੀ ਸਕੂਲ ਹੈਗਾ, ਉੱਥੇ ਚਲੀ ਗਈ ਸੀ, ਉੱਥੇ ਮੈਂ ਪੜ੍ਹਾਉਂਦੀ ਰਹੀ, ਔਰ ਇੱਥੇ ਆਉਣ ਤੱਕ ਮੈਂ ਉੱਥੇ ਹੀ ਪੜ੍ਹਾ ਰਹੀ ਸੀ। ਆਪਣੀ ਟੀਚਿੰਗ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਦੂਸਰਾ ਆਪਣਾ ਕੰਮ ਮੈਂ ਸ਼ੁਰੂ ਕੀਤਾ ਆਪਣਾ ਸ਼ੌਕ ਪੂਰਾ ਕਰਨ ਲਈ, that was as a newscaster। ਸ਼ਾਇਦ ਤੁਹਾਡੇ ਲਈ ਇਹ ਨਵੀਂ ਗੱਲ ਹੋਏਗੀ ਕਿ PTV 'ਚ ਮੈਂ ਨਿਊਜ਼ਕਾਸਟਰ ਲਈ ਐਡੀਸ਼ਨ ਦਿੱਤਾ। ਉਦੋਂ ਮੈਂ ਬਹੁਤ ਮੁਤਾਸਿਰ ਸੀ ਇਸ਼ਰਤ ਫਾਤਮਾ ਦੇ ਨਾਲ,
ਜਿਹੜੇ ਬਹੁਤ ਖੂਬਸੂਰਤ ਬੋਲਦੀ ਸੀ ਉਹ, ਬਹੁਤ ਅੱਛਾ। ਐਨੀਵੇਜ਼ ਉੱਥੇ ਉਹਦੇ ਲਈ ਮੈਂ ਸਿਲੈਕਟ ਹੋ ਗਈ। ਹਫਤਾ ਇੱਕ ਮੈਂ ਉੱਥੇ ਨਿਊਜ਼ ਪੜ੍ਹੀਆਂ। ਫਿਰ ਜਦੋਂ ਮੈਨੂੰ ਪਤਾ ਚੱਲਿਆ ਕਿ ਅਗਰ ਮੈਂ ਨਿਊਜ਼ ਕਾਸਟਰ ਬਣ ਜਾਵਾਂਗੀ ਤੇ ਉਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਰ ਸਕਦੀ, ਮਤਲਬ ਕਿਸੇ ਹੋਰ ਸ਼ੋਬੇ ਨੂੰ ਤੁਸੀਂ ਨਹੀਂ ਜੁਆਇਨ ਕਰ ਸਕਦੇ, ਯੂ ਹੈਵ ਟੂ ਸਟਿਕ ਟੂ ਦੈਟ। ਤੇ ਗੱਲ ਜਿੰਨੀ ਚੰਗੀ ਮਰਜ਼ੀ ਹੋਏ, ਪਾਬੰਦੀ ਨੋ, ਆਈ ਡੋਂਟ ਐਕਸੈਪਟ ਦੈਟ, ਕਿਉਂਕਿ ਮੈਂ ਉਹ ਕਰਨਾ ਜੋ, ਕਿਉਂਕਿ ਅਗਰ ਤੁਸੀਂ ਪਰ ਖੋਲ ਕੇ ਉੜਨਾ ਹੈ ਤਾਂ ਯੂ ਹੈਵ ਟੂ ਫੇਸ ਆਲ ਦਿਸ ਚੈਲੰਜਸ। ਐਨੀਵੇਜ਼ ਇੱਕ ਹਫਤੇ ਬਾਅਦ ਫਿਰ ਮੈਂ ਛੋੜ ਦਿੱਤਾ, ਫਿਰ ਮੈਂ ਆਪਣਾ ਡਰਾਮੇ 'ਚ ਆ ਗਈ। ਸੋ ਪੀਟੀਵੀ ਦੇ ਡਰਾਮੇ ਉਸ ਵਕਤ ਤੋਂ ਮੈਂ ਸ਼ੁਰੂ ਕੀਤੇ। ਐਂਡ ਦੈਨ ਜਦੋਂ ਮੈਂ ਵਾਪਸ ਆ ਰਹੀ ਸਾਂ ਉਸ ਤੋਂ ਇੱਕ ਮਹੀਨਾ ਪਹਿਲੇ, ਬਲਕਿ ਕੁਛ ਆਪਣੀ ਲਾਸਟ ਜਿਹੜੀ ਰਿਕਾਰਡਿੰਗ ਵਗੈਰਾ ਸੀ ਉਹ ਮੁਕੰਮਲ ਕਰਵਾਈ। ਸੋ I was teacher and I was drama artist। ਬਹੁਤ ਖੁਸ਼ੀ ਦੀ ਗੱਲ ਤੁਹਾਨੂੰ ਇਹ ਲੱਗੇਗੀ ਕਿ ਮੇਰੇ ਪਹਿਲੇ ਪੰਜਾਬੀ ਡਰਾਮਾ ਸੀਰੀਅਲ ਵਿੱਚ ਮੈਨੂੰ ਅਵਾਰਡ ਲਈ ਨੋਮੀਨੇਟ ਕੀਤਾ ਗਿਆ। ਆਈ ਐਮ ਸੋ ਹੈਪੀ। ਅਵਾਰਡ ਮੈਨੂੰ ਨਹੀਂ ਮਿਲਿਆ, ਦੈਟਸ ਓਕੇ, ਉਹ ਜਿਨ੍ਹਾਂ ਨੂੰ ਮਿਲਿਆ ਸ਼ੀ ਵਾਜ਼ ਅ ਸੀਨੀਅਰ ਆਰਟਿਸਟ, ਪਰ ਮੇਰੇ ਲਈ ਇਹ ਬਹੁਤ ਇਜ਼ਾਜ਼ ਦੀ ਗੱਲ ਸੀ ਕਿ ਉਹ ਔਰਤ ਜਿਹਨੂੰ ਸਭ ਕਹਿੰਦੇ ਨੇ ਕਿ ਇਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, she won। that was actually my victory ਕਿ ਮੈਨੂੰ ਉਹਦੇ ਲਈ ਉਹਨਾਂ ਨੇ ਨੋਮੀਨੇਟ ਕੀਤਾ। and that is my story up to ਪਾਕਿਸਤਾਨ। ਹੁਣ ਮੈਨੂੰ ਮੇਰਾ ਹਾਲ ਸਟਾਪ ਕਰਨਾ ਚਾਹੀਦਾ। ਸੋ ਅਗਰ ਕੁਝ ਸਵਾਲ ਕਰਨੇ ਆ ਜਾਂ ਸਮਥਿੰਗ ਤੇ अच्छा जी, क्योंकि मतलब बहुत ही इंस्पायरिंग और यकीनन ਸਮੀਨਾ ਜੀ ਜਿੰਨਾ ਤੁਹਾਡਾ ਜ਼ਿੰਦਗੀ ਦੀ ਜਿਹੜੀ ਤੁਸੀਂ ਲੜਾਈ ਲੜੀ ਔਰ ਜਿਸ ਤਰ੍ਹਾਂ ਇਹਦੇ ਵਿੱਚ ਇੱਕ ਜਿਹੜਾ ਮੈਂ ਇਹਦੇ ਨਾਲ ਜੁੜਿਆ ਸਵਾਲ ਪੁੱਛਣਾ ਚਾਹਾਂਗੀ, ਕਿਉਂਕਿ ਆਮ ਤੌਰ ਤੇ ਸਮਝਿਆ ਜਾਂਦਾ ਹੈ ਇੱਥੇ ਪਾਕਿਸਤਾਨ 'ਚ ਅਸੀਂ ਨਾਰਮਲ ਇਹ ਸਮਝਦੇ ਹਾਂ ਕਿ ਜੀ ਜਿਹੜੀਆਂ ਖਵਾਤੀਨ ਜਿਹੜੀਆਂ ਨੇ ਉਹ ਪ੍ਰੋਫੈਸ਼ਨਲ ਕਰੀਅਰ 'ਚ ਆਪਣੇ ਆਪ 'ਚ ਸਕਸੈਸ 'ਚ ਆ ਜਾਂਦੀਆਂ ਨੇ, ਉਹ ਕਿਸੇ ਅੱਛੀ ਪੋਜੀਸ਼ਨਸ ਤੇ ਪਹੁੰਚ ਜਾਂਦੀਆਂ ਨੇ ਜਾਂ NGOs 'ਚ ਕੰਮ ਕਰਦੀਆਂ ਨੇ, ਤੇ ਉਹ ਜਿਹੜੀਆਂ ਨੇ ਨਾ ਉਹ ਬਿਲਕੁਲ ਜਿਹੜਾ ਹੈ ਨਾ ਉਹ ਮਰਦ ਮੁਖਾਲਫ ਹੋ ਜਾਂਦੀਆਂ ਨੇ ਔਰ ਉਹ ਤੇ ਮਰਦਾਂ ਨੂੰ ਵੇਖਣਾ ਹੀ ਨਹੀਂ ਚਾਹੁੰਦੀਆਂ। ਜਦ ਕਿ ਤੁਹਾਡੀਆਂ ਨਜ਼ਮਾਂ 'ਚ ਮੈਂ ਦੇਖਿਆ ਕਿ ਤੁਸੀਂ ਮਰਦਾਂ ਦੇ ਸਪੋਰਟ, ਮਤਲਬ ਮਰਦਾਂ ਦੇ ਦੁੱਖਾਂ ਨੂੰ ਵੀ ਬਿਆਨ ਕੀਤਾ ਹੈ ਨਾ, ਉਹਨਾਂ ਦੇ ਨਾਲ ਕੀ ਬੀਤਦੀ ਹੈ। ਮੈਂ ਰੀਸੈਂਟਲੀ ਤੁਹਾਡਾ ਇੱਕ ਨਜ਼ਮ ਪੜ੍ਹੀ ਜਿਹਦੇ 'ਚ ਤੁਸੀਂ ਲਿਖਿਆ ਕਿ ਕਦੋਂ ਉਹ ਵਿਚਾਰਾ 26 ਤੋਂ 56 ਕ੍ਰਾਸ ਕਰ ਜਾਂਦਾ ਉਹਨੂੰ ਪਤਾ ਹੀ ਨਹੀਂ ਚੱਲਦਾ। ਤੇ ਮੈਂ ਇਹ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਇਸ ਸਾਰੇ ਸਫ਼ਰ ਦੇ ਵਿੱਚ ਜ਼ਾਹਿਰ ਹੈ ਕਿ ਤੁਹਾਡੇ ਸ਼ੌਹਰ ਨੇ ਤੇ ਆਪਣਾ ਵਾਅਦਾ ਨਿਭਾਇਆ ਕਿ ਤੁਹਾਨੂੰ ਪੜ੍ਹਨ ਲਈ ਸਪੋਰਟ ਕੀਤਾ, ਕੰਮ ਲਈ ਸਪੋਰਟ ਕੀਤਾ, ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਓਵਰਆਲ ਜਿਹੜਾ ਮਰਦਾਂ ਦਾ ਰੋਲ ਰਿਹਾ ਤੁਹਾਡੀ ਸਾਰੀ ਸਕਸੈਸ 'ਚ? ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਰੁਕਾਵਟਾਂ ਵੀ ਪੈਦਾ ਕੀਤੀਆਂ ਹੋਣ, ਲੇਕਿਨ ਸਕਸੈਸ 'ਚ ਜਿਹੜੀ ਸਪੋਰਟ ਜਾਂ ਜਿਹੜਾ ਕੋਈ ਹੋਰ ਕੋਈ ਫੈਕਟਰ ਤੁਸੀਂ ਕੀ ਸਮਝਦੇ ਹੋ ਕਿ ਸਮੀਨਾ ਬਣਨ ਦੇ ਵਿੱਚ ਕਿਸ ਤਰ੍ਹਾਂ ਬਾਕੀ ਜਿਹੜੇ ਤੁਹਾਡੇ ਇਰਦ ਗਿਰਦ ਲੋਕ ਸਨ ਉਹਨਾਂ ਨੇ ਕੀ ਤੁਹਾਡੀ ਕੰਟਰੀਬਿਊਸ਼ਨ ਕੀਤੀ ਉਹਨਾਂ ਨੇ? ਇਹ ਹੁਣ ਬੜਾ ਹੀ ਟ੍ਰਿਕੀ ਕੁਐਸਚਨ ਹੈ ਉਹਨੂੰ ਰਿਪਲਾਈ ਕਰਨਾ, ਪਰ ਆਨਸਰ ਉਹਦਾ ਸਿਰਫ ਸਿੱਧੇ ਸਾਦੇ ਲਫ਼ਜ਼ਾਂ 'ਚ ਉਹੀ ਜੋ ਮੈਂ ਕਹਿ ਚੁੱਕੀ ਹਾਂ ਕਿ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਕੁਝ, ਕੋਈ ਚੀਜ਼ ਤੁਹਾਨੂੰ ਨਹੀਂ ਰੋਕ ਸਕਦੀ। ਨੰਬਰ 1। ਬਿਲਕੁਲ ਸਹੀ। ਨੰਬਰ 2 ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਅਲਹਮਦੁਲਿਲਾ ਮੈਂ ਕਦੀ ਕਿਸੇ ਦੇ ਉੱਤੇ ਡਿਪੈਂਡ ਹੀ ਨਹੀਂ ਕੀਤਾ। ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਮੈਂ ਇਹ ਕਰ ਲਾਂ। ਮੈਂ ਹਮੇਸ਼ਾ ਦੱਸਿਆ ਕਿ ਜੀ ਮੈਂ ਹੁਣ ਇਹ ਕਰਨ ਜਾ ਰਹੀ ਹਾਂ, ਤੇ ਇਸ ਸਿਲਸਿਲੇ 'ਚ ਤੁਸੀਂ ਮੈਨੂੰ ਜਿੰਨਾ ਰੋਕਣਾ ਚਾਹੁੰਦੇ ਹੋ, ਜਿੰਨੀ ਮੁਖਾਲਫਤ ਕਰਨਾ ਚਾਹੁੰਦੇ ਹੋ, ਜੋ ਬੁਰਾ ਭਲਾ ਕਹਿਣਾ ਚਾਹੁੰਦੇ ਹੋ, ਫਟਾਫਟ ਕਹਿ ਕੇ ਫਾਰਗ ਹੋ ਜਾਓ ਤਾਂ ਕਿ ਮੈਂ ਆਪਣਾ ਕੰਮ ਸ਼ੁਰੂ ਕਰ ਲਾਂ। ਦਿਸ ਇਜ਼ ਦਾ ਪੁਆਇੰਟ। ਅੱਛਾ ਜੀ, ਸਾਡੇ ਸੌਰੀ ਟੂ ਕੱਟ ਯੂ ਸਮੀਨਾ, ਤੁਹਾਨੂੰ ਮੈਂ ਵਿੱਚ ਹੋਈਆਂ ਦੇ 'ਚ ਮੁਖਲ, ਲੇਕਿਨ ਇਹ ਕਿ ਸਾਡੇ ਜਿਹੜੇ ਸਾਥੀ ਜਿਹੜੇ ਸਾਨੂੰ ਵੇਖ ਰਹੇ ਨੇ ਇਸ ਪ੍ਰੋਗਰਾਮ ਨੂੰ, ਉਹ ਖਾਸ ਤੌਰ ਤੇ ਉਹਨਾਂ ਦੀ ਤਰਫੋਂ ਬੜੀ ਪੁਰਜ਼ੋਰ ਫਰਮਾਇਸ਼ ਆ ਰਹੀ ਹੈ ਕਿ ਜੀ ਸਮੀਨਾ ਜੀ ਆਪਣੀ ਕੋਈ ਸ਼ਾਇਰੀ ਸੁਣਾਉਣ, ਕੋਈ ਨਜ਼ਮ ਸੁਣਾਉਣ। ਔਰ ਮੈਨੂੰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਪੰਜਾਬੀ ਵੀ ਸ਼ਾਇਰੀ ਕੀਤੀ ਹੈ, ਤੇ ਅਗਰ ਤੁਸੀਂ ਪੰਜਾਬੀ ਸਾਨੂੰ ਸੁਣਾਉਣਾ ਚਾਹੋ ਤੇ ਸਾਡੇ ਲਈ ਬੜਾ ਮਤਲਬ ਖੁਸ਼ੀ ਦਾ ਮੌਕਾ ਹੈ, ਲੇਕਿਨ ਅਗਰ ਤੁਸੀਂ ਉਰਦੂ ਵੀ ਸੁਣਾਉਣਾ ਚਾਹੋ, ਜਿਸ ਤਰ੍ਹਾਂ ਤੁਸੀਂ ਮਤਲਬ ਜਿਹੜਾ ਤੁਹਾਡਾ ਦਿਲ ਕਰ ਰਿਹਾ, ਲੇਕਿਨ ਸਾਡੇ ਜਿਹੜੇ ਵਿਊਅਰਸ ਨੇ ਉਹ ਤੁਹਾਡੀ ਸ਼ਾਇਰੀ ਸੁਣਨਾ ਚਾਹੁੰਦੇ ਨੇ। ਜੀ ਥੈਂਕ ਯੂ ਸੋ ਮਚ, ਮਿਹਰਬਾਨੀ ਵੀਰ ਜੀ। ਸੁਰਿੰਦਰਪ੍ਰੀਤ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੀ ਕੋਈ ਸੁਣਾ ਦੇਵਾਂ, ਕੋਈ ਨਜ਼ਮ ਜਾਂ ਗਜ਼ਲ ਸੁਣਾ ਦੇਵਾਂ, ਪਰ ਗੱਲ ਇਹ ਹੈਗੀ ਵੀਰ ਜੀ ਕਿ ਅੱਜ ਸਿਰਫ ਸਮੀਨਾ ਦੀ ਪ੍ਰੋਫੈਸ਼ਨਲ ਲਾਈਫ ਸਟੋਰੀ ਸੁਣੋ।
सॉरी अबाउट दैट, लेकिन मेरे को इस वक्त कोई किताब कोई चीज़ नहीं है कि सामने। अगर ਤੁਸੀਂ ਮੈਨੂੰ ਜਾਣਦੇ ਹੋ ਜਾਂ ਬਾਕੀ ਸਾਰੇ ਲੋਕ, ਮੈਂ ਕਦੀ ਕਿਸੇ ਮੁਸ਼ਾਇਰੇ ਦੇ ਵਿੱਚ ਕੋਈ ਨਜ਼ਮਾਂ ਸ਼ਜ਼ਮਾਂ ਨਹੀਂ ਪੜ੍ਹੀਆਂ। ਅੱਜ ਤੱਕ ਮੈਨੂੰ ਆਪਣੀ ਕੋਈ ਨਜ਼ਮ ਜ਼ਬਾਨੀ ਯਾਦ ਨਹੀਂ ਹੋਈ, क्योंकि एक तो बाद दूजी, दूजी तो बाद तीजी लिखते रहना मुसलसल। पर आई प्रॉमिस कि अगर मनु ताहिरा जी ने किसी अगले प्रोग्राम में इनवाइट किया तो उस दिन मैं सिर्फ अपनियां नज़मां, गज़लां और नसर ही शेयर करांगी, उर्दू दियां भी और पंजाबी दियां भी। मनु उम्मीद है कि तुसी इस गल नूं माफ कर दोगे। ਹਾਂਜੀ, ਔਰ ਮੈਂ ਵੀ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਥੋੜਾ ਜਿਹਾ ਕਲੈਰੀਫਾਈ ਕਰਨਾ ਚਾਹਾਂਗੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸਮੀਨਾ ਜੀ ਨਾਲ ਮੈਂ ਕਰ ਰਹੀ ਸੀ, ਕਿਉਂਕਿ ਸਮੀਨਾ ਜੀ ਦੀ ਮਾਸ਼ਾਅੱਲਾ ਪਰਸਨੈਲਿਟੀ ਇੰਨੀ ਡਾਇਵਰਸ ਹੈ, ਤੇ ਇਹਦੇ ਵਿੱਚ ਜਿਹੜਾ ਮੇਰਾ ਫੋਕਸ ਵੀ ਸੀ ਉਹ ਮੇਨਲੀ ਇਹਨਾਂ ਦੀ ਪ੍ਰੋਫੈਸ਼ਨਲ ਜਰਨੀ ਸੀ, ਔਰ ਇਹਨਾਂ ਦੀ ਜਿਹੜੀ ਸਟਰਗਲ ਹੈ ਲਾਈਫ ਦੇ ਵਿੱਚ ਐਜ਼ ਅ ਵੂਮਨ, ਔਰ ਪਾਕਿਸਤਾਨੀ ओरिजिन वुमन ਹੋਣ ਦੇ ਨਾਤੇ ਇੱਕ ਨਵੀਂ ਸੋਸਾਇਟੀ 'ਚ ਆਪਣੇ ਆਪ ਨੂੰ ਮਨਵਾਉਣਾ ਔਰ ਸਾਰਾ, ਔਰ ਫਿਰ ਖਾਸ ਤੌਰ ਤੇ ਸਾਡਾ ਜਿਹੜਾ ਪੰਜਾਬੀ ਔਰਤਾਂ ਦੇ ਹਵਾਲੇ ਨਾਲ ਇੱਕ ਜਿਹੜਾ ਕਨਸੈਪਟ ਹੈ ਜਾਂ ਕਹਿ ਲਓ ਕਿ ਗਲਤ ਫਹਿਮੀ ਹੈ, ਮੈਂ ਤੁਹਾਨੂੰ ਕਹਾਂਗੀ ਕਿ ਇੱਕ ਮਿਸਕਨਸੈਪਸ਼ਨ ਹੈ ਕਿ ਜੀ ਪੰਜਾਬੀ ਔਰਤਾਂ ਤੇ ਸਿਰਫ ਚੁੱਲ੍ਹਾ ਚੌਖਾ ਤੇ ਹਾਂਡੀ ਰੋਟੀ ਕਰਨ ਜੋਗੀਆਂ ਨੇ, ਜਾਂ ਉਹਨਾਂ ਨੂੰ ਮਤਲਬ ਉਹ ਜਿਹੜੇ ਬਾਕੀ ਕੰਮ ਨੇ। ਦੇਖੋ ਇਹ ਤੇ ਹਰ ਔਰਤ ਦੀ ਆਪਣੀ ਚੁਆਇਸ, ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਫਰੀडम ਆਫ ਚੁਆਇਸ, ਕਿ ਉਹਦੀ ਆਪਣੀ ਚੁਆਇਸ ਹੈ ਕਿ ਉਹ ਘਰ ਰਹਿ ਕੇ ਸਿਰਫ ਚੁੱਲ੍ਹਾ ਚੌਖਾ ਹੀ ਕਰਨਾ ਚਾਹੁੰਦੀ ਹੈ, ਉਹ ਵੀ ਉਹਦੀ ਆਪਣੀ ਚੁਆਇਸ ਹੈ। ਜਾਂ ਉਹ ਆਪਣੀ ਅਗਰ ਉਹਦੇ ਕੋਲ ਤਾਲੀਮ ਹੈ ਜਾਂ ਕੋਈ ਹੁਨਰ ਹੈ ਤੇ ਉਹਨੂੰ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ 'ਚ ਕੋਈ ਹੋਰ ਕੰਮ ਕਰਨਾ ਚਾਹੁੰਦੀ ਹੈ, ਕੋਈ ਪ੍ਰੋਫੈਸ਼ਨਲ ਜਿਹੜਾ ਰਾਸਤਾ ਉਹ ਵੀ ਇਖਤਿਆਰ ਕਰਨਾ ਚਾਹੁੰਦੀ ਹੈ, ਤੇ ਵੀ ਉਹਦੀ ਆਪਣੀ ਚੁਆਇਸ ਹੀ ਹੋਣੀ ਚਾਹੀਦੀ ਹੈ। ਤੇ ਇੱਥੋਂ ਮੈਂ ਉਹਨੇ ਇੱਕ ਬੜੀ ਅਹਿਮ, ਮੈਂ ਇਸ ਤੋਂ ਪਹਿਲੇ ਕਿ ਸਾਡੇ ਬਾਕੀ ਸਾਰੇ ਸਾਥੀ ਜਿਹੜੇ ਨੇ ਉਹ ਕਹਿਣ ਕਿ ਜੀ ਇਹ ਜ਼ਰਾ ਲੰਬਾ ਹੋ ਗਿਆ ਹੈ, ਯਕੀਨਨ ਤੁਹਾਨੂੰ ਮੈਂ ਰਿਕੁਐਸਟ ਅੱਧੇ ਘੰਟੇ ਦੀ ਕੀਤੀ ਸੀ, ਲੇਕਿਨ ਅਸੀਂ ਕੋਈ ਘੰਟੇ ਤੱਕ ਪਹੁੰਚ ਗਏ ਹਾਂ। ਤੇ ਮੈਂ ਇੱਕ ਬੜਾ ਅਹਿਮ ਸਵਾਲ ਜਿਹੜਾ ਕਿ ਤੁਸੀਂ ਕਰ ਰਹੇ ਹੋ, ਜਿਹੜਾ ਤੁਹਾਡੀ ਸ਼ਖਸੀਅਤ ਦਾ ਇੱਕ ਪਹਿਲੂ ਜਿਹੜਾ ਮੈਂ ਚਾਹੁੰਦੀ ਹਾਂ ਕਿ ਉਹ ਵੀ ਤੁਸੀਂ ਥੋੜਾ ਉਹਦੇ ਬਾਰੇ 'ਚ ਵੀ ਰੋਸ਼ਨੀ ਪਾਓ, ਕਿ ਤੁਸੀਂ ਕੈਨੇਡਾ 'ਚ ਰਹਿੰਦੇ ਹੋਇਆਂ ਵੀ ਇੱਥੇ ਪਾਕਿਸਤਾਨ ਦੇ ਲੋਕਾਂ ਦੇ ਨਾਲ, ਇੱਥੇ ਦੇ ਮਸਲਿਆਂ ਦੇ ਨਾਲ ਇੰਨੇ ਗੂੜੀ ਤਰ੍ਹਾਂ ਜੁੜੇ ਹੋਏ ਹੋ, ਔਰ ਜਿਹੜਾ ਤੁਸੀਂ ਐਜ਼ ਅ ਫਿਲੈਂਥਰੋਪਿਸਟ, ਐਜ਼ ਅ ਟੀਚਰ ਵਾਦੀ ਤੀਰਾ ਖੈਬਰ ਏਜੰਸੀ ਦੇ ਵਿੱਚ ਜਿਹੜੇ ਤੁਸੀਂ ਟੈਂਟ ਸਕੂਲ ਬਣਾਏ ਨੇ, ਉਹ ਸਕੂਲਾਂ ਦਾ ਤੁਹਾਡੇ ਜ਼ਿਹਨ, ਉਹਨਾਂ ਦੀ ਉਸ ਜ਼ਰੂਰਤ ਦੇ ਹਵਾਲੇ ਨਾਲ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ? ਤੁਸੀਂ ਤੇ ਇੰਨੀ ਦੂਰ 7 ਸਮੁੰਦਰ ਪਾਰ ਬੈਠੇ ਹੋਏ ਹੋ, ਤੇ ਤੁਹਾਨੂੰ ਕਿਸ ਤਰ੍ਹਾਂ ਖਿਆਲ ਆਇਆ ਕਿ ਜੀ ਉੱਥੇ ਵਾਦੀ ਤੀਰਾ 'ਚ ਹੀ ਬੱਚਿਆਂ ਦੀ ਇਹ ਸ਼ਦੀਦ ਜ਼ਰੂਰਤ ਹੈ, ਜਦ ਕਿ ਅਸੀਂ ਜਿਹੜੇ ਇੱਥੇ ਦੇ ਰਹਿਣ ਵਾਲੇ ਹਾਂ, ਅਸੀਂ ਵੀ ਉਸ ਇਲਾਕੇ 'ਚ ਜਾਂਦੇ ਹੋਏ ਡਰ ਰਹੇ ਹਾਂ। ਤੇ ਮੈਂ ਵੇਖਿਆ ਜਦੋਂ ਤੁਸੀਂ ਆਏ ਪਾਕਿਸਤਾਨ, ਤੇ ਤੁਸੀਂ ਤੇ ਜਨਾਬ ਕੋਈ ਇਲਾਕਾ ਛੱਡਿਆ ਹੀ ਨਹੀਂ ਨਾ ਕਿ ਜਿੱਥੇ ਜਾਣਾ ਹੈ ਔਰ ਉੱਥੇ ਲੋਕਾਂ ਨਾਲ ਆਪ ਮਿਲੇ ਹੋ, ਉੱਥੇ ਬੱਚਿਆਂ ਨਾਲ, ਬੱਚੀਆਂ ਨਾਲ, ਖਵਾਤੀਨ ਨਾਲ ਤੁਸੀਂ ਆਪ ਮਿਲੇ ਹੋ, ਉੱਥੇ ਦੇ ਮਸਲਿਆਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਇਹ ਤੁਸੀਂ ਜਿਹੜਾ ਤੁਹਾਡਾ ਖਾਸ ਐਫਰਟ ਹੈ ਸਕੂਲਸ ਉੱਥੇ ਸ਼ੁਰੂ ਕਰਨ ਦੀ, ਉਹਦੇ ਪਿੱਛੇ ਕੀ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਇਆ ਔਰ ਕਿਉਂ ਤੁਸੀਂ ਇਹ ਸੋਚਿਆ? ਯਕੀਨਨ ਇੱਕ ਬਹੁਤ ਹੀ ਨੋਬਲ ਕਾਜ਼ ਹੈ, ਬਹੁਤ ਹੀ ਨੋਬਲ ਕੰਮ ਹੈ, ਤੇ ਮੈਂ ਚਾਹਾਂਗੀ ਤੁਸੀਂ ਥੋੜਾ ਜਿਹਾ ਸਾਡੇ ਵਿਊਅਰਸ ਨੂੰ ਉਹਦੇ ਬਾਰੇ 'ਚ ਵੀ ਦੱਸੋ। जी जी बिल्कुल, बहुत अहम सवाल है। पर और ताहिरा जी ਉਹਦੇ ਲਈ ਇੱਕ ਲੰਬੀ ਉਹਦੇ ਇੱਕ ਸਟਰਗਲ ਸੀ ਉਹਦੇ ਨਾਲ, ਪਰ ਉਹ ਮੈਂ ਡੈਫੀਨਿਟਲੀ ਮੈਂਸ਼ਨ ਕਰਨਾ ਚਾਹੁੰਦੀ ਹਾਂ। ਇਸ ਇਹਨਾਂ ਸਾਰੇ ਮਤਲਬ ਇਸ ਜਿਹੜੇ ਮੇਰੇ ਟ੍ਰਿਪ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਮੇਰੇ ਮਾਲਾਕਨ ਡਿਵੀਜ਼ਨ ਦਾ ਟ੍ਰਿਪ ਸੀ, ਜਿੱਥੇ ਮੈਂ ਸਾਰੇ ਮਤਲਬ ਉਹਨਾਂ ਪਹਾੜੀਆਂ 'ਚ ਦੂਰ ਦੂਰ ਵਸੇ ਹੋਏ ਲੋਕਾਂ ਨੂੰ ਜਾ ਕੇ ਮਿਲੀ, ਉੱਥੇ ਦੇਖਿਆ ਕਿ ਉੱਥੇ ਔਰਤਾਂ ਔਰ ਬੱਚਿਆਂ ਦੀ ਜ਼ਿੰਦਗੀ ਕੈਸੀ ਹੈ, ਕਿ ਉਹਨਾਂ ਦੇ ਜਿਹੜੇ ਇੱਕ ਤਾਲਬਾਨੀ ਦੌਰ ਸੀ, ਉਸ ਤੋਂ ਪਹਿਲੇ ਉੱਥੇ ਦਾ ਨਵਾਬੀ ਦੌਰ ਸੀ, ਉਸ ਤੋਂ ਬਾਅਦ ਇੱਕ ਆਰਮੀ ਦੇ ਆਪਰੇਸ਼ਨ ਸਨ, ਉਹਨਾਂ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਰਹੀ ਹੈ, ਔਰ ਸਾਰਾ ਕੁਝ ਹੋਇਆ। ਉਹ ਮੇਰਾ ਪਹਿਲਾ ਟ੍ਰਿਪ ਸੀ ਇਸ ਹਵਾਲੇ ਨਾਲ। ਲੇਕਿਨ ਇਹ ਕੰਮ ਔਰ ਇਹ ਖਿਆਲ ਸ਼ੁਰੂ ਹੋਣ ਤੋਂ ਪਹਿਲੇ ਹੀ ਮੈਂ ਪਾਕਿਸਤਾਨ 3-4 ਜਿਸ ਤਰ੍ਹਾਂ ਜੇਲਮ ਵਿੱਚ ਹੈਗਾ, ਸਖਰ ਦੇ ਵਿੱਚ 3-4 ਹੋਰ ਸਕੂਲ ਸੀ ਜਿਹੜੇ ਮੈਂ ਚਲਾ ਰਹੀ ਸੀ, ਮਤਲਬ ਛੋਟੇ ਬਹੁਤ ਲੈਵਲ ਤੇ, ਕਿ ਜਿੱਥੇ ਬੱਚਿਆਂ ਨੂੰ ਅਸੀਂ ਮੁਫਤ ਕਿਤਾਬਾਂ ਔਰ ਲੰਚ ਦਿੰਦੇ ਸੀ, ਸਿਰਫ ਉਹਨਾਂ ਬਹੁਤ ਗਰੀਬ ਬੱਚਿਆਂ ਨੂੰ ਕਿ ਜਿਹੜੇ ਗਲੀਆਂ 'ਚ ਮੰਗਦੇ ਫਿਰਦੇ ਸੀ ਕਿ ਉਹ ਆਉਣ। ਉਹਨਾਂ ਦਾ ਇੰਟਰਸਟ ਕਿਉਂਕਿ ਹੁੰਦਾ ਸੀ ਕਿ ਉਹਨੂੰ ਰੋਟੀ ਮਿਲ ਜਾਏ, ਮੇਰਾ ਇੰਟਰਸਟ ਹੁੰਦਾ ਸੀ ਕਿ ਉਹ 2 ਲਫ਼ਜ਼ ਪੜ੍ਹ ਲੈਣ, ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਕੰਪਲਸਰੀ ਹੈ ਕਿ 2 ਘੰਟੇ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਫ੍ਰੀ ਲੰਚ ਮਿਲੇਗਾ। ਤੇ ਅਸੀਂ ਉੱਥੇ ਸ਼ੁਰੂ ਕੀਤਾ ਸੀ, ਉਹ ਬਹੁਤ ਅੱਛਾ ਸਾਡਾ ਸਿਸਟਮ ਰਿਹਾ। ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਕਿਤਾਬ ਲਿਖੀ ਸਰਬੁਲੰਦੀ ਤੇਰੀ ਇਨਾਇਤ ਹੈ, ਉਮਹਾਤੁਲ ਮੋਮਿਨੀਨ ਦੇ ਬਾਰੇ 'ਚ, ਔਰ ਉਹਨਾਂ ਦੇ ਉਸ ਵਕਤ ਮੈਂ ਬਹੁਤ ਹੀ
ਬਾਰੀਕੀ ਦੇ ਨਾਲ ਜਿਹੜੇ ਇਸਲਾਮੀ ਹਕੂਕ ਨੇ ਔਰਤਾਂ ਨੂੰ ਮਿਲੇ ਹੋਏ ਉਹਨਾਂ ਦੇ ਬਾਰੇ 'ਚ ਪੜ੍ਹਨਾ ਸ਼ੁਰੂ ਕੀਤਾ। ਉਸ ਵਕਤ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਸਾਰੇ ਹਕੂਕ ਜਿਹੜੇ ਹੁਣ ਮੈਂ ਕੈਨੇਡਾ 'ਚ ਰਹਿ ਕੇ ਇੰਜੋਏ ਕਰ ਰਹੀ ਹਾਂ, ਉਹ ਜਿਨ੍ਹਾਂ ਨੇ ਮੈਨੂੰ ਇੱਕ ਸਟਰੋਂਗ ਔਰਤ ਬਣਾਇਆ ਹੈ, ਉਹ ਸਾਰੇ ਹਕੂਕ ਅੱਜ ਤੋਂ 1400 ਸਾਲ ਪਹਿਲੇ ਇਸਲਾਮ ਸਾਨੂੰ ਦੇ ਚੁੱਕਿਆ। ਔਰ ਉਹਨਾਂ ਦੇ ਹੀ ਐਨੀਵੇਜ਼ ਜਿਸ ਵਕਤ ਮੈਂ ਇਹ ਸਾਰਾ ਕੁਝ ਦੇਖਿਆ ਕਿ ਅਗਰ ਸਾਨੂੰ ਇੰਨੇ ਹਕੂਕ ਮਿਲੇ ਹੋਏ ਨੇ ਔਰ ਅਸੀਂ ਪਾਕਿਸਤਾਨ ਵਿੱਚ ਦੇਖਦੇ ਹਾਂ ਆਲ ਓਵਰ ਦਾ ਵਰਲਡ, ਅਸੀਂ ਜਿਸ ਵਕਤ ਦੁਨੀਆ 'ਚ ਤਾਲਬਾਨੀ ਤਹਿਰੀਕਾਂ ਦੇਖ ਰਹੇ ਹਾਂ ਕਿ ਜਿਹੜੇ ਸਕੂਲ ਚਲਾ ਰਹੇ ਨੇ ਔਰਤਾਂ, ਅਗਰ ਬੱਚੀਆਂ ਸਕੂਲ ਜਾ ਰਹੀਆਂ ਨੇ ਉਹਨਾਂ ਨੂੰ ਅਗਵਾ ਕਰਕੇ ਲੈ ਜਾਣਗੇ, ਉਹਨਾਂ ਨੂੰ ਮਤਲਬ ਜ਼ੁਲਮ ਜੋ ਵੀ ਦੱਸ ਹੈਗੀ ਸਾਰੀ ਸਟੋਰੀ ਤੁਹਾਨੂੰ ਪਤਾ ਹੈ ਕਿਉਂ ਹੋ ਰਿਹਾ। ਔਰ ਉਹ ਸਭ ਕੁਝ ਹੋ ਰਿਹਾ ਸੀ ਕਿ ਜੀ ਇਸਲਾਮ ਨਹੀਂ ਹਕੂਮਤ ਇਜਾਜ਼ਤ ਦਿੰਦਾ, ਕਿ ਇਸ ਗੈਰ ਇਸਲਾਮੀ ਕੰਮ ਹੋ ਰਿਹਾ ਹੈ, ਬੱਚੀਆਂ ਦੇ ਸਕੂਲ ਖੋਲ ਕੇ ਔਰ ਇਹ ਸਾਰਾ ਕੁਝ। ਤੇ ਮੈਂ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਕਿ ਆਖਿਰ ਇਹ ਕਿਉਂ ਸ਼ੁਰੂ ਹੋਇਆ ਸਭ ਕੁਝ, ਕਿਉਂ ਤੁਸੀਂ ਇਸਲਾਮ ਨੂੰ ਜਾਂ ਕਿਉਂ ਇਹਨਾਂ ਨੇ ਤਾਲਿਬਾਨ ਨੇ ਇਸਲਾਮ ਦਾ ਇਹ ਚਿਹਰਾ ਇੰਨਾ ਮਸਖ ਕਰ ਦਿੱਤਾ ਕਿ ਕਈ ਦਫਾ ਇਹ ਹੋਇਆ ਕਿ ਜਿਸ ਵਕਤ ਅਗਰ ਮੈਂ ਲੋਕਾਂ ਦੇ ਵਿੱਚ ਬੈਠੀ ਹੋਈ ਹਾਂ ਗੱਲਬਾਤ ਕਰ ਰਹੀ ਹਾਂ ਤੇ ਉਹ ਹੈਰਾਨ ਹੋ ਕੇ ਪੁੱਛਣਗੇ ਕਿ ਮਤਲਬ ਜੋ ਵੀ ਹੈ ਕਿ ਤੁਸੀਂ ਪਾਕਿਸਤਾਨ ਤੋਂ ਹੋ, ਤੁਸੀਂ ਮੁਸਲਮਾਨ ਹੋ, ਤੁਸੀਂ ਇੰਨੇ ਇੰਡੀਪੈਂਡੈਂਟ ਔਰ ਇੰਨੇ ਕਿਸ ਤਰ੍ਹਾਂ ਹੋ ਗਏ। ਐਂਡ ਇਟ ਵਾਸ ਨਾਟ ਕਿ ਸਮਥਿੰਗ ਕਿ ਜਿਹੜੀ ਕਿ ਮੈਨੂੰ ਬਹੁਤ ਕੋਈ ਫਖਰ ਮਹਿਸੂਸ ਹੋਏ, ਉਹ ਮੈਨੂੰ ਗੁੱਸਾ ਦਿਲਾਉਂਦੀ ਸੀ ਕਿ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਇੱਕ ਪਾਕਿਸਤਾਨੀ ਔਰਤ ਸਿਰਫ ਇੱਕ ਜਾਹਿਲ ਔਰਤ ਹੈ, ਇੱਕ ਗੰਦੀ ਮੰਦੀ ਔਰਤ ਹੈ, ਉਹਨੂੰ ਸਵਾਏ ਰੋਟੀ ਹਾਂਡੀ ਕਰਨ ਦੇ ਹੋਰ ਕੁਝ ਪਤਾ ਨਹੀਂ ਹੈ, ਉਹਨੂੰ ਦੁਨੀਆ ਦਾ ਕੁਝ ਪਤਾ ਨਹੀਂ ਹੈ, ਉਹਨੂੰ ਹਕੂਕ ਦਾ ਕੁਝ ਪਤਾ ਨਹੀਂ ਹੈ। ਉਸ ਗੁੱਸੇ ਦੇ ਨਾਲ ਉਸ ਚੀਜ਼ ਨੂੰ ਐਕਸਪਲੇਨ ਕਰਨ ਲਈ ਕਿ ਇਸਲਾਮ ਨੇ ਸਾਨੂੰ ਕੀ ਦਿੱਤਾ, ਫਿਰ ਮੈਂ ਆਪਣੀ ਉਹ ਕਿਤਾਬ ਤੇ ਕੰਮ ਕੀਤਾ ਮੁਕੰਮਲ। ਉਹ ਤੁਸੀਂ ਅਗਰ ਕਿਤਾਬ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਹਰ ਨਜ਼ਮ ਦੇ ਵਿੱਚ ਇੱਕ ਕਿਸੇ ਹੱਕ ਦੀ ਗੱਲ ਕੀਤੀ ਗਈ ਹੈ ਜੋ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਰਿਆਸਤ ਮਦੀਨਾ 'ਚ ਔਰਤਾਂ ਨੂੰ ਦਿੱਤੇ। ਉਹ ਹਰ ਨਜ਼ਮ ਇੱਕ ਹੱਕ ਦੀ ਗੱਲ ਕਰਦੀ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਸਾਰੇ ਹਕੂਕ ਨੇ ਜਿਹੜੇ ਮੈਂ ਅੱਜ ਇੱਥੇ ਕੈਨੇਡਾ 'ਚ ਇੰਜੋਏ ਕਰ ਰਹੀ ਹਾਂ। ਤੇ ਜਿਸ ਵਕਤ ਉਹ ਮੈਂ ਸਾਰਾ ਕੁਝ ਦੇਖਣਾ ਸ਼ੁਰੂ ਕੀਤਾ ਔਰ ਮੈਂ ਸੋਚਿਆ ਕਿ ਆਖਿਰ ਇਸਲਾਮੀ ਮੁਲਕਾਂ ਦੇ ਵਿੱਚੋਂ ਔਰ ਖਾਸ ਤੌਰ ਸੇ ਪਾਕਿਸਤਾਨ ਦੇ ਵਿੱਚ ਇਹ ਤਾਲਿਬਾਨੀ ਤਹਿਰੀਕਾਂ ਕਿਸ ਤਰ੍ਹਾਂ ਸ਼ੁਰੂ ਹੋ ਗਈਆਂ ਔਰ ਉਹਨਾਂ ਨੇ ਕੀ ਉੱਥੇ ਪਰੇਸ਼ਾਨੀਆਂ ਕ੍ਰੀਏਟ ਕੀਤੀਆਂ ਲੋਕਾਂ ਲਈ, ਔਰਤਾਂ ਔਰ ਬੱਚਿਆਂ ਲਈ ਖਾਸ ਤੌਰ ਤੇ। ਉਹਦੇ ਲਈ ਫਿਰ ਮੈਂ ਤਹਿਕੀਕ ਜਦੋਂ ਕਰਨੀ ਸ਼ੁਰੂ ਕੀਤੀ, ਤਾਲਿਬਾਨੀ ਤਹਿਰੀਕਾਂ ਸੀ, ਫਿਰ TTP ਸੀ ਖਾਸ ਤੌਰ ਤੇ, ਫਿਰ ਉਸ ਤੋਂ ਬਾਅਦ ਤਹਿਰੀਕ ਨਫਾਜ਼ ਸ਼ਰੀਆ ਮੁਹੰਮਦੀ ਦਾ ਸੂਫੀ ਮੁਹੰਮਦ ਵਾਜ਼ ਅ ਕੈਰੈਕਟਰ ਕਿ ਜਿਹਦੀ ਵਜ੍ਹਾ ਤੋਂ ਔਰ ਜਿਹੜਾ ਫਜ਼ਲੁੱਲਾ ਸੀ ਉਹਦਾ ਦਾਮਾਦ, ਉਹਨਾਂ ਦੋ ਕੈਰੈਕਟਰਸ ਨੂੰ ਪੜ੍ਹਦੇ ਮੈਨੂੰ ਅੰਦਾਜ਼ਾ ਹੋਇਆ ਕਿ ਉਹਨਾਂ ਨੇ ਮਾਲਾਕੰਡ ਡਿਵੀਜ਼ਨ ਦੇ ਵਿੱਚ ਜਿਸ ਵਕਤ ਕਬਜ਼ਾ ਕਰ ਲਿਆ ਸੀ ਔਰ ਉਹਨਾਂ ਨੇ ਕਿਸ ਤਰ੍ਹਾਂ ਔਰਤਾਂ ਦੇ ਬੱਚਿਆਂ ਦੇ ਸਭ ਦੇ ਹੀ ਖੈਰ ਹਕੂਕ ਨੂੰ ਪਾਮਾਲ ਕੀਤਾ ਔਰ ਉਹਨਾਂ ਨੂੰ ਇੱਕ ਬਹੁਤ ਹੀ ਪੂਰੀ ਦੁਨੀਆ ਦੇ ਵਿੱਚ ਇਸਲਾਮ ਦਾ ਬਿਲਕੁਲ ਉਹ ਚਿਹਰਾ ਪੇਸ਼ ਕੀਤਾ ਜਿਹਦਾ ਇਸਲਾਮ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਖੁਦ ਉਹਨਾਂ ਇਲਾਕਿਆਂ 'ਚ ਜਾਵਾਂਗੀ, ਮੈਂ ਲੋਕਾਂ ਨੂੰ ਮਿਲਾਂਗੀ ਔਰ ਮੈਂ ਦੇਖਾਂਗੀ ਕਿ ਉੱਥੇ ਕੀ ਹੋ ਰਿਹਾ ਐਕਚੁਅਲੀ। ਤੇ ਇਹ ਮੇਰਾ ਉਸ ਟ੍ਰਿਪ ਦਾ ਮਕਸਦ ਸੀ। ਫਿਰ ਮੈਂ ਉੱਥੇ ਮਾਲਾਕੰਡ ਗਈ। ਸਭ ਤੋਂ ਜ਼ਿਆਦਾ ਜਿਹੜੀ ਮੇਰੇ ਲਈ ਪਰੇਸ਼ਾਨੀ ਦੀ ਗੱਲ ਹੋਈ ਇਹ ਸੀ ਕਿ ਤਾਲਿਬਾਨ ਆਪਰੇਸ਼ਨ ਜ਼ਰਬੇ-ਜ਼ਬ ਤੋਂ ਬਾਅਦ ਤਾਲਿਬਾਨ ਔਰ ਜਿਹੜੇ ਬਾਕੀ ਅੱਲਮ ਕਲਮ ਸਾਰੀ ਦੁਨੀਆ ਤੋਂ ਜਮਾ ਹੋਇਆ ਸੀ, ਉਹ ਪਾਕ ਆਰਮੀ ਨੇ ਉਹਨਾਂ ਦਾ ਤੇ ਸਫਾਇਆ ਕਰ ਦਿੱਤਾ, ਉਹਨਾਂ ਨੂੰ ਸਭ ਨੂੰ ਉੱਥੋਂ ਕੱਢ ਦਿੱਤਾ। ਕੁਝ ਲੋਕ ਮਾਰੇ ਗਏ, ਕੁਝ ਉੱਥੋਂ ਨਸ ਗਏ। ਪਿੱਛੇ ਕੀ ਰਹਿ ਗਿਆ? ਪਿੱਛੇ ਰਹਿ ਗਏ ਆ ਔਰਤਾਂ ਔਰ ਬੱਚੇ ਜਿਨ੍ਹਾਂ ਦਾ ਕੋਈ ਪਾਲਣ ਪੋਸ਼ਣ ਦੇਖਣ ਵਾਲਾ ਕੁਝ ਨਹੀਂ, ਜਿਹੜੇ ਪਹਾੜਾਂ ਦੀਆਂ ਚੋਟੀਆਂ ਤੇ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਖਾਣ ਲਈ ਕੁਝ ਨਹੀਂ, ਨਾ ਬਿਜਲੀ ਨਾ ਪਾਣੀ, ਕਿਤਾਬਾਂ ਤੇ ਖੈਰ ਬਹੁਤ ਵੱਡੀ ਅਯਾਸ਼ੀ ਦੀ ਗੱਲ ਹੈਗੀ, ਕੁਝ ਵੀ ਨਹੀਂ। ਤੇ ਉਹ ਯਕੀਨ ਕਰੋ ਕਿ ਅਸੀਂ ਜਦੋਂ ਟਰੈਵਲ ਕਰ ਰਹੇ ਸੀ ਤੇ ਅਸੀਂ 16 ਘੰਟੇ ਪਹਾੜਾਂ ਦੇ ਵਿੱਚ ਫਿਰਦੇ ਸੀ। ਮਤਲਬ 5-6 ਘੰਟੇ ਲੱਗਦੇ ਸੀ ਪਹਾੜ ਦੇ ਉੱਤੇ ਜਾਣ ਵਿੱਚ। ਫਿਰ ਉੱਥੇ ਉਹ ਇੱਕ ਛੋਟੀ ਜਿਹੀ ਆਬਾਦੀ ਹੁੰਦੀ ਸੀ, 8-10 ਘਰ, ਤਾਲਿਬਾਨ ਦੇ ਬੱਚਿਆਂ ਦੇ, ਉਹਨਾਂ ਦੀ ਫੈਮਿਲੀ ਔਰ ਉਹ ਸਾਰੀਆਂ ਔਰਤਾਂ, ਉਹਨਾਂ ਨੂੰ ਮਿਲਣਾ, ਉਹਨਾਂ ਨਾਲ ਗੱਲ ਕਰਨੀ, ਫਿਰ ਵਾਪਸ ਥੱਲੇ ਆਣਾ। ਤਾਂ ਇਟ ਵਾਸ ਵੈਰੀ ਡਿਫਿਕਲਟ ਫॉर ਮੀ। ਲੇਕਿਨ ਉਹਦੇ ਨਾਲ ਮੈਂ ਇਹ ਸਿੱਖਿਆ ਕਿ ਉਸ ਇਲਾਕੇ ਦੇ ਵਿੱਚ ਕੰਮ ਕਰਨ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਕਿ ਅਗਰ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਚਲੇ ਜਾਈਏ, ਪੰਜਾਬ ਵਿੱਚ ਚਲੇ ਜਾਈਏ, ਸਿੰਧ ਬਲੋਚਿਸਤਾਨ ਸਭ ਜਗ੍ਹਾ ਹੀ ਕੁਝ ਨਾ ਕੁਝ ਕੰਮ ਹੋ ਰਿਹਾ, ਪਰ ਉਹਨਾਂ ਇਲਾਕਿਆਂ ਦੇ ਵਿੱਚ ਇੱਕ ਤੇ ਹੈ ਕਿ ਉਹ ਕਿਉਂਕਿ ਡੇਂਜਰਸ ਨੇ ਇਲਾਕੇ, ਇਸ ਵਕਤ ਇੰਨੇ ਸੇਫ ਨਹੀਂ। ਉਸ ਵਕਤ ਸੀ ਕੁਝ ਸਿਲਸਿਲੇ ਚੱਲ ਰਹੇ ਜਿਸ ਤਰ੍ਹਾਂ ਖੈਰ ਵਜ਼ੀਰਿਸਤਾਨ ਵਿੱਚ ਤੇ ਅਜੇ ਵੀ ਮਸਾਇਲ ਨੇ। ਤਾਂ ਮੈਨੂੰ ਲੱਗਾ ਕਿ ਅਸਲ ਵਿੱਚ ਜਗ੍ਹਾ ਇਹੋ ਹੀ ਹੈ ਕਿ ਜਿੱਥੇ ਅਸੀਂ ਬੱਚਿਆਂ ਦੇ ਲਈ ਔਰ ਔਰਤਾਂ ਦੇ ਲਈ ਅਸੀਂ ਕੁਝ ਕੰਮ ਕਰ ਸਕਦੇ ਹਾਂ। ਤੇ ਇਹ ਹੈਗਾ ਬੈਕਗਰਾਉਂਡ ਕਿ ਜਿਹਨੇ ਮੈਨੂੰ ਉਸ ਇਲਾਕੇ ਦੇ ਵਿੱਚ ਸਕੂਲ ਖੋਲਣ ਤੇ ਕਾਫੀ ਉਹਦੇ ਤੇ ਮੈਨੂੰ ਫੋਕਸ ਕਰਨਾ ਪਿਆ।
ਲੱਕੀਲੀ ਜਦੋਂ ਮੈਂ ਇਸ ਬਾਰੇ 'ਚ ਪੜ੍ਹਨਾ ਸ਼ੁਰੂ ਕੀਤਾ, ਸਾਰੀ ਤਹਿਕੀਕ ਕੀਤੀ ਕਿ ਹੁਣ ਮੈਂ ਕਿਸ ਤਰ੍ਹਾਂ ਕੰਮ ਕਰਾਂ, ਤੇ ਉੱਥੇ ਦੇ ਜਿਹੜੇ ਵਜ਼ੀਰਿਸਤਾਨ ਦੇ ਔਰ ਫਾਟਾ ਦੇ ਕੁਝ ਲੋਕ ਨੇ, ਉਹ ਮੇਰੇ ਨਾਲ ਮਿਲ ਗਏ ਔਰ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਇਸ ਚੀਜ਼ ਦਾ ਕੀਤਾ ਕਿ ਜੀ ਆਪ ਅਗਰ ਤੁਸੀਂ ਸਾਡੇ ਨਾਲ ਕੰਮ ਕਰੋਗੇ ਤੇ ਅਸੀਂ ਵੀ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗੇ ਔਰ ਜੋ ਕੁਝ ਹੋ ਸਕਦਾ ਅਸੀਂ। ਤੇ ਇੱਥੇ ਉਹਦਾ ਆਬਿਦ ਅਫਰੀਦੀ ਦਾ ਜ਼ਿਕਰ ਨਾ ਕਰਨਾ ਜ਼ਿਆਦਤੀ ਹੋਏਗੀ ਕਿ ਉਹ ਐਕਚੁਅਲੀ ਪਾਕਿਸਤਾਨ ਜਿਹੜੇ ਮੇਰੇ ਟੈਂਟ ਸਕੂਲ ਸਿਸਟਮ ਹੈ, ਜਦੋਂ ਮੈਂ ਉਹਨੂੰ ਦੱਸਿਆ ਤੇ ਉਸ ਵਕਤ ਉਹ ਵੀ ਥੋੜਾ ਹੋਇਆ ਕਿ ਅਸੀਂ ਕਿਸ ਤਰ੍ਹਾਂ ਕਰਾਂਗੇ। ਪਰ ਇੱਥੇ ਰਹਿ ਕੇ ਜਦੋਂ ਮੈਂ ਸੋਚਿਆ ਕਿ ਅਸੀਂ ਅਗਰ ਕੋਈ ਅਜ਼ੀਮੁਸ਼ਾਨ ਪਲਾਨ ਕਰਨਾ ਸ਼ੁਰੂ ਕਰ ਦਾਂਗੇ ਕਿ ਅਜ਼ੀਮੁਸ਼ਾਨ ਕੰਮ ਕਰੀਏ ਔਰ ਇੰਜ ਹੋਏ ਤੇ ਅਗਲੇ 5-7 ਸਾਲ ਤੇ ਉਂਝ ਹੀ ਜ਼ਾਇਆ ਹੋ ਜਾਣੇ, ਮਤਲਬ ਇੱਕ ਜਨਰੇਸ਼ਨ ਹੋਰ ਉੱਥੇ ਉਹਨਾਂ ਇਲਾਕਿਆਂ ਦੇ ਬੱਚਿਆਂ ਦੀ ਜਿਹੜੀ ਹੈ ਉਹ ਜ਼ਾਇਆ ਹੋ ਜਾਏਗੀ ਬਗੈਰ ਤਾਲੀਮ ਦੇ। ਤੇ ਉਹ ਇਸ ਲਈ ਫਿਰ ਮੈਂ ਉਹਨੂੰ ਜਿਸ ਵਕਤ ਦੇਖਿਆ ਕਿ ਯੂਐਨਓ ਜਿਸ ਵਕਤ ਕਿਸੇ ਵਾਰ ਜ਼ੋਨ ਦੇ ਵਿੱਚ ਇਹੋ ਜਿਹੇ ਇਲਾਕਿਆਂ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਰਦੀ ਹੈ ਔਰਤਾਂ ਲਈ, ਤੇ ਉਹ ਕੀ ਕਰਦੇ ਨੇ, ਉੱਥੋਂ ਮੈਨੂੰ ਫਿਰ ਟੈਂਟ ਸਕੂਲਾਂ ਦਾ ਆਈਡੀਆ ਮਿਲਿਆ। ਤੇ ਮੈਂ ਉਹਨੂੰ ਕਿਹਾ ਆਬਿਦ ਨੂੰ ਕਿ ਅਸੀਂ ਟੈਂਟ ਸਕੂਲ ਸ਼ੁਰੂ ਕਰਦੇ ਹਾਂ ਫॉर ਨਾਓ, ਕਿ ਜਿੰਨਾ ਕੀ ਹੋ ਸਕੇ। ਤੇ ਸਭ ਤੋਂ ਵੱਡਾ ਚੈਲੰਜ ਸੀ ਕਿ ਉੱਥੋਂ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਆਪਣੇ ਸਕੂਲਾਂ 'ਚ ਲੈ ਕੇ ਆਈਏ। ਉਹਦੇ ਲਈ ਆਬਿਦ ਨੇ ਔਰ ਉਹਦੀ ਟੀਮ ਨੇ ਬਹੁਤ ਮਿਹਨਤ ਕੀਤੀ, ਬਹੁਤ ਲੋਕਾਂ ਦੀਆਂ ਗੱਲਾਂ ਸੁਣੀਆਂ, ਗਾਲੀਆਂ ਸੁਣੀਆਂ, ਬਹੁਤ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ। ਪਰ ਮੈਨੂੰ ਖੁਸ਼ੀ ਹੈ ਕਿ ਉਹਦੀ ਟੀਮ ਨੇ ਔਰ ਜਿਹੜੇ ਸਾਡੇ ਟੀਚਰਸ ਨੇ ਉੱਥੇ ਸਭ ਨੇ ਬੜੀ ਹੀ ਬਹਾਦਰੀ ਦੇ ਨਾਲ, ਬੜੀ ਹੀ ਜਿਸ ਤਰ੍ਹਾਂ ਕਹਿੰਦੇ ਨੇ ਨਾ ਇੱਕ ਮਜ਼ਬੂਤ ਇਰਾਦਿਆਂ ਦੇ ਨਾਲ ਉਹ ਮੇਰਾ ਸਾਥ ਦਿੱਤਾ। ਤੇ ਹੁਣ ਮਾਸ਼ਾਅੱਲਾ ਸਾਡੇ ਵਜ਼ੀਰਿਸਤਾਨ ਦੇ ਵਿੱਚ ਇਸ ਵਕਤ 2 ਨੇ, ਅਸੀਂ ਤੀਸਰੇ ਸਕੂਲ ਤੇ ਕੰਮ ਕਰ ਰਹੇ ਹਾਂ। ਤੇ ਕਿਉਂਕਿ ਹੁਣ ਸਕੂਲ ਅਸੀਂ ਐਸੇ ਇਲਾਕੇ 'ਚ ਖੋਲਣਾ ਚਾਹੁੰਦੇ ਹਾਂ ਕਿ ਜਿਹੜਾ ਵਾਕਈ ਫਾਰ ਅਵੇ ਹੈਗਾ, ਜਿੱਥੇ ਆਮ ਲੋਕਾਂ ਦੀ ਪਹੁੰਚ ਨਹੀਂ ਹੈ, ਤਾਂ ਕਿ ਅਸੀਂ ਤੇ ਇੱਕ ਟਾਈਮ ਸੀ ਤਾਹਿਰਾ ਜੀ ਉੱਥੇ ਕਿ ਸਾਡੇ ਕੋਲ ਮੇਰਾ ਖਾਬ ਇੱਕ ਸੀ ਕਿ ਅਸੀਂ ਉੱਥੇ ਆਪਣੇ ਕੁੜੀਆਂ ਦੀ ਕਲਾਸ ਸ਼ੁਰੂ ਕਰੀਏ ਕਿਸੇ ਤਰੀਕੇ ਨਾਲ। ਤੇ ਉਸ ਵਕਤ ਪਹਿਲੇ ਤੇ ਲੋਕਾਂ ਨੇ ਕਿਹਾ ਕਿ ਇੰਪੋਸੀਬਲ ਹੈ, ਕੁੜੀਆਂ ਨੂੰ ਕੋਈ ਸਕੂਲ ਨਹੀਂ ਭੇਜੇਗਾ। ਪਰ ਮੈਂ ਪੁਸ਼ ਕਰਦੀ ਰਹੀ ਉਹਨੂੰ, ਤੇ ਉਹ ਯਕੀਨ ਕਰੋ ਕਿ ਜਿਸ ਦਿਨ ਆਬਿਦ ਨੇ ਮੈਨੂੰ ਦੱਸਿਆ ਕਿ ਅੱਜ ਅਸੀਂ ਆਪਣਾ ਪਹਿਲਾ ਸਕੂਲ ਸ਼ੁਰੂ ਕਰ ਰਹੇ ਹਾਂ ਤੇ ਅਗਰ ਸਾਡੇ ਕੋਲ 100 ਬੱਚੇ ਵੀ ਆ ਜਾਣ ਨਾ ਤੇ ਇਹ ਤੁਹਾਡੀ ਬਹੁਤ ਕਾਮਯਾਬੀ ਹੋਏਗੀ। ਤੇ ਮੈਂ ਕਿਹਾ ਇਨਸ਼ਾਅੱਲਾ ਅੱਛਾ ਹੋਏਗਾ, ਇਨਸ਼ਾਅੱਲਾ ਅਸੀਂ ਕਰਾਂਗੇ ਕੁਛ ਨਾ ਕੁਛ। ਔਰ ਯਕੀਨ ਕਰੋ ਕਿ ਉਹਨੇ ਫਿਰ ਸ਼ਾਮ ਤੱਕ ਉਹਨੇ ਫਿਰ ਮੈਨੂੰ ਦੁਬਾਰਾ ਮੈਸੇਜ ਕੀਤਾ ਕਿ ਮੈਡਮ ਤੁਸੀਂ ਹੈਰਾਨ ਹੋਵੋਗੇ, ਅਸੀਂ 100 ਦੀ ਗੱਲ ਕਰ ਰਹੇ ਸੀ, ਸਿਰਫ ਅੱਜ ਸਾਡੇ ਕੋਲ 350 ਬੱਚੇ ਰਜਿਸਟਰ ਹੋਏ ਨੇ ਪਹਿਲੇ ਦਿਨ। ਵਾਹ ਮਾਈ ਗॉड। ਔਰ ਅਗਲੇ ਦਿਨ ਉਹਨੇ ਮੈਨੂੰ ਕਿਹਾ ਕਿ ਅੱਜ ਤੁਹਾਡੇ ਲਈ ਵਾਕਈ ਖੁਸ਼ਖਬਰੀ ਦਾ ਦਿਨ ਹੈ ਕਿ ਸਾਡੀ ਪਹਿਲੀ ਕਲਾਸ ਹੈਗੀ ਜਿਹਦੇ ਵਿੱਚ ਅਸੀਂ 8 ਕੁੜੀਆਂ ਵੀ ਰਜਿਸਟਰ ਕੀਤੀਆਂ ਨੇ। ਔਰ ਇਹ ਉਸ ਇਲਾਕੇ ਦੀ ਜਿਹੜੀ ਹਿਸਟਰੀ ਹੈ ਉਹਦੇ 'ਚ ਤੁਸੀਂ ਯਕੀਨਨ ਤੁਹਾਨੂੰ ਪਤਾ ਹੈ ਕਿ ਉੱਥੇ ਕੁੜੀਆਂ ਦਾ ਸਕੂਲ ਜਾਣਾ ਇੱਕ ਯਕੀਨ ਕਰੋ ਤਾਹਿਰ ਜੀ, ਉਸ ਵਕਤ ਉਹਨੇ ਮੈਨੂੰ ਮੈਸੇਜ ਕੀਤਾ ਰਾਤ ਨੂੰ, ਕੋਈ ਪਤਾ ਨਹੀਂ ਕਿਸ ਵਕਤ ਮੈਂ ਉਹਦਾ ਮੈਸੇਜ ਦੇਖਿਆ ਔਰ ਮੈਂ ਆਪਣੇ ਬੈੱਡ ਤੇ ਬੈਠ ਕੇ धाड़ा मार मार के रोना शुरू कर देता। That was my real success actually. Sorry. So great, no doubt. ਹੁਣ ਮੇਰੇ ਲਈ ਖੁਸ਼ੀ ਦੀ ਗੱਲ ਹੈ ਆਬਿਦ ਲਈ ਵੀ, ਉਹਦੀ ਪੂਰੀ ਟੀਮ ਲਈ, ਸਾਡੇ ਸਭ ਟੀਚਰਸ ਲਈ ਅਲਹਮਦੁਲਿਲਾ। ਸਾਡੇ ਉਹਨਾਂ ਦੋਨਾਂ ਸਕੂਲਾਂ 'ਚ 80 ਬੱਚਿਆਂ ਨੇ ਮਾਸ਼ਾਅੱਲਾ। ਔਰ ਬੱਚੇ ਨੇ ਜਿਹੜੇ ਉਹ 1200 ਤੋਂ ਜ਼ਿਆਦਾ ਨੇ। ਇਹ ਸਿਰਫ 2 ਟੈਂਟ ਸਕੂਲਾਂ ਦੀ ਗੱਲ ਹੈ। ਸਾਡੇ ਟੀਚਰਸ ਦੇ ਉੱਤੇ ਬਹੁਤ ਜ਼ਿਆਦਾ ਬੋਝ ਹੈ, ਬਹੁਤ ਪ੍ਰੈਸ਼ਰ ਹੈ, ਪਰ ਅਫਰੀਨ ਹੈ ਉਹਨਾਂ ਤੇ ਕਿ ਉਹਨਾਂ ਨੇ ਕਦੀ ਹਾਰ ਨਹੀਂ ਮੰਨੀ। ਉਹਨਾਂ ਨੇ ਕਦੀ ਨਹੀਂ ਕਿਹਾ ਕਿ ਟੀਚਰ ਇਹ ਨਹੀਂ ਹੈ ਤੇ ਉਹ ਨਹੀਂ ਹੈ। ਸਭ ਆਪਣਾ ਕੰਮ ਕਰ ਰਹੇ ਨੇ ਇਸ ਲਈ ਕਿ ਉਹ ਵੀ ਆਪਣੇ ਲੋਕਾਂ ਦੇ ਨਾਲ, ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਲੋਕ ਨੇ। ਔਰ ਇਹੋ ਹੀ ਚੀਜ਼ ਹੈ ਜਿਹੜੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ, ਕਿਉਂਕਿ ਨਾ ਮੈਨੂੰ ਕਿਸੇ ਚੀਜ਼ ਦਾ ਕੋਈ ਫਾਇਦਾ ਹੋ ਰਿਹਾ ਹੈ, ਨਾ ਮਾਲੀ ਤੌਰ ਤੇ, ਨਾ ਵੈਸੇ, ਨਾ ਹੀ ਉਹਨਾਂ ਨੂੰ ਹੋ ਰਿਹਾ। ਉਹ ਮੁਸ਼ਕਿਲ ਹਾਲਾਤ 'ਚ ਗੁਜ਼ਰ ਕੇ ਆਪਣੇ ਰੋਜ਼ਾਨਾ ਬਾਕਾਇਦਾ ਕਲਾਸਾਂ ਲੈਂਦੇ ਨੇ ਔਰ ਬਾਕਾਇਦਾ ਸਾਡੇ ਬੱਚੇ ਪੜ੍ਹ ਰਹੇ ਨੇ। ਔਰ ਮੇਰੇ ਲਈ ਸਾਰੇ ਬੱਚੇ ਇੱਕੋ ਜਿਹੇ ਨੇ, ਉਹ ਭਾਵੇਂ ਪੰਜਾਬ ਵਿੱਚ ਹੋਣ, ਸਿੰਧ ਵਿੱਚ ਹੋਣ, ਬਲੋਚਿਸਤਾਨ ਵਿੱਚ ਹੋਣ। ਫਾਟਾ ਦੇ ਬੱਚੇ ਵੀ ਮੇਰੇ ਆਪਣੇ ਬੱਚੇ ਨੇ, ਫਾਟਾ ਦੇ ਲੋਕ ਮੇਰੇ ਆਪਣੇ ਲੋਕ ਨੇ, ਮੇਰੇ ਆਪਣੇ ਭੈਣ ਭਰਾ ਨੇ। ਮੈਂ ਤੇ ਕਦੀ ਸੋਚਿਆ ਹੀ ਨਹੀਂ, ਮੈਂ ਸਿਰਫ ਇਹ ਸੋਚਦੀ ਹਾਂ ਕਿ ਉਹ ਇਲਾਕੇ ਦੂਰ, ਬਹੁਤ ਦੁਸ਼ਵਾਰ ਗੁਜ਼ਾਰ ਇਲਾਕੇ ਨੇ, ਦੂਰ ਦਰਾਜ਼ ਨੇ, ਉੱਥੇ ਆਮ ਲੋਕ ਨਹੀਂ ਪਹੁੰਚ ਸਕਦੇ। ਤੇ ਲੈਟਸ ਸਟਾਰਟ ਸਮਥਿੰਗ ਕਿ ਅਸੀਂ ਹੁਣ ਉਹਨੂੰ ਆਪਣਾ ਇੱਕ ਪ੍ਰੋਸੈਸ ਸ਼ੁਰੂ ਕਰ ਲਿਆ ਤੇ ਇਨਸ਼ਾਅੱਲਾ ਜਿਸ ਵਕਤ ਹਾਲਾਤ ਅੱਛੇ ਹੋਣਗੇ ਤੇ ਅਸੀਂ ਉਹਨੂੰ ਗਵਰਨਮੈਂਟ ਨੂੰ ਕਵਾਂਗੇ ਕਿ ਉਹਨਾਂ ਦੀ ਟੇਕ ਕੇਅਰ ਕਰਨ, ਤਾਂ ਕਿ ਸਾਡੇ ਜਿਹੜੇ ਬੱਚੇ ਹੁਣ ਪੜ੍ਹ ਜਾਣਗੇ ਉਹਨਾਂ ਦਾ ਮੁਸਤਕਬਲ ਜਿਹੜਾ ਉਹ ਸੇਫ ਹੁੰਦਾ ਰਹੇ, ਕਿ ਉਹ ਪ੍ਰੋਗਰੈਸ ਕਰਦੇ ਰਹਿਣ ਜ਼ਿੰਦਗੀ ਦੇ ਵਿੱਚ। ਇਹ ਮੇਰੀ ਕਹਾਣੀ ਹੈਗੀ ਜੀ ਵਜ਼ੀਰਿਸਤਾਨ ਦੇ ਸਕੂਲਾਂ ਦੀ, ਅਲਹਮਦੁਲਿਲਾ। ਬਹੁਤ ਜ਼ਬਰਦस्त ਜੀ। ਥੈਂਕ ਯੂ ਸੋ ਮਚ।
ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨਾ ਜ਼ਿਆਦਾ ਟਾਈਮ ਦਿੱਤਾ ਹੈ, ਔਰ ਤੁਹਾਡਾ ਵੀਕਐਂਡ ਵੀ ਹੈ ਯਕੀਨਨ, ਔਰ ਮਸਰੂਫੀਅਤ ਤੁਹਾਡੀ ਦਾ ਸਾਨੂੰ ਅੰਦਾਜ਼ਾ ਹੈ, ਔਰ ਅਸੀਂ ਬੜੇ ਤੁਸੀਂ ਸਾਨੂੰ ਮਾਣ ਦਿੱਤਾ ਹੈ ਕਿ ਤੁਸੀਂ ਪੰਜਾਬਿਕਾ ਦੇ ਸਾਡੇ ਸ਼ੋਅ 'ਚ ਆਏ ਹੋ। ਤੇ ਹੁਣ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ, ਦਰਖਾਸਤ ਕਰਾਂਗੀ ਕਿ ਖਾਸ ਤੌਰ ਤੇ ਜਿਹੜੇ ਸਾਡੇ ਸਾਰੇ ਪੰਜਾਬੀ ਬੋਲਣ ਵਾਲੇ ਭੈਣ ਭਰਾ ਨੇ, ਚਾਹੇ ਉਹ ਪਾਕਿਸਤਾਨ 'ਚ ਨੇ, ਇੰਡੀਆ 'ਚ ਨੇ, ਜੀ ਕੈਨੇਡਾ, ਅਮਰੀਕਾ, ਜਿੱਥੇ ਜਿੱਥੇ ਵੀ ਨੇ, ਔਰ ਚੂੰਕਿ ਉਹਨਾਂ ਦੀ ਮਿਹਰਬਾਨੀ ਹੈ ਕਿ ਸਾਡੇ ਪੰਜਾਬੀ ਬੋਲਣ ਵਾਲੇ ਜਿਹੜੇ ਭੈਣ ਭਰਾ ਨੇ, ਮਾਂ ਬੋਲੀ ਦੀ ਸਾਂਝ ਦੀ ਵਜ੍ਹਾ ਕਰਕੇ ਸਾਡੇ ਪੇਜ ਨੂੰ ਸਰਾਹੁੰਦੇ ਨੇ ਔਰ ਇਹਨੂੰ ਪਸੰਦ ਕਰਦੇ ਨੇ। ਤੇ ਤੁਸੀਂ ਪੰਜਾਬਿਕਾ ਨੂੰ ਔਰ ਸਾਡੇ ਸਾਰੇ ਪੰਜਾਬੀ ਬੋਲਣ ਵਾਲੇ ਭੈਣ ਭਰਾਵਾਂ ਨੂੰ ਕੀ ਜਾਂਦਿਆਂ ਜਾਂਦਿਆਂ ਪੈਗਾਮ ਦੇਣਾ ਚਾਹੋਗੇ ਕਿ ਉਹ ਜਿਹੜਾ ਹੈ ਸਾਡੇ ਲਈ ਇੱਕ ਮਸ਼ਲੇ ਰਾਹ ਬਣੇ, ਔਰ ਅਸੀਂ ਸਾਰੇ ਜਿਹੜੇ ਆ ਉਹ ਮੁਹੱਬਤਾਂ ਵੰਡੀਏ ਔਰ ਬਿਲਕੁਲ ਇੱਕ ਬਿਲਕੁਲ। ਵਿਚਾਰ ਸਾਂਝ ਬਣਾਈਏ। ਤਾਹਿਰਾ ਜੀ ਬਹੁਤ ਸ਼ੁਕਰੀਆ ਇਸ ਸਵਾਲ ਲਈ, ਕਿਉਂਕਿ ਆਪਣੇ ਪੰਜਾਬੀਆਂ ਦੇ ਨਾਲ, ਆਪਣੇ ਕਲਚਰ ਦੇ ਨਾਲ ਜੁੜੇ ਹੋਣਾ ਮੇਰੇ ਲਈ ਬਹੁਤ ਇੱਜ਼ਤ ਔਰ ਮਾਣ ਦੀ ਗੱਲ ਹੈ। ਇੱਥੇ ਆ ਕੇ ਵੀ ਮੈਂ ਕਦੀ ਨਹੀਂ ਸੋਚਿਆ ਕਿ ਕੋਈ ਸਿੱਖ ਹੈ ਜਾਂ ਕੋਈ ਮੁਸਲਮਾਨ ਹੈ, ਉਹ ਪੰਜਾਬੀ ਨੇ, ਉਹ ਮੇਰੇ ਆਪਣੇ ਨੇ ਆਲਵੇਜ਼। ਤੇ ਇਹ ਚੀਜ਼ ਮੈਂ ਆਪਣੀ ਮਦਰ ਤੋਂ ਸਿੱਖੀ ਹੈ ਕਿ ਅਸੀਂ ਬਚਪਨ ਦੇ ਵਿੱਚ ਜਾਂਦੇ ਹੁੰਦੇ ਸੀ ਵਿਸਾਖੀ ਦੇ ਜ਼ਮਾਨੇ 'ਚ, ਜਦੋਂ ਯਾਤਰੀ ਆਉਂਦੇ ਸੀ ਹਸਨ ਅਬਦਾਲ ਪੰਜਾ ਸਾਹਿਬ, ਤੇ ਅਸੀਂ ਮੇਰੀ ਮਦਰ ਬਕਾਇਦਾ ਉਹ ਗੇਰਵੇ ਦੁਪੱਟੇ ਲੈ ਕੇ ਉਹਨਾਂ ਤੇ ਅਸੀਂ ਗੋਟਾ ਲਗਾਉਂਦੇ ਸੀ, ਸਾਗ, ਮੱਖਣ, ਲੱਸੀ ਸਭ ਕੁਝ ਤਿਆਰ ਕਰਕੇ ਅਸੀਂ ਬਕਾਇਦਾ ਜਾਂਦੇ ਸੀ ਹਸਨ ਅਬਦਾਲ। ਔਰ ਮੈਂ ਅੰਮੀ ਨੂੰ ਇੱਕ ਦਿਨ ਪੁੱਛਿਆ ਕਿ ਅੰਮੀ ਇਸ ਤਰ੍ਹਾਂ ਕਿਉਂ ਕਰਦੇ ਹੋ ਤੁਸੀਂ? ਤੇ ਅੰਮੀ ਕਹਿੰਦੇ ਨੇ ਹਾਈ ਸਮੀਨਾ, ਆਪਣੇ ਲੋਕ ਨੇ, ਆਪਣੇ ਪੰਜਾਬੀ ਨੇ, ਐਂਡ ਦੈਟਸ ਇਟ। ਉਸ ਤੋਂ ਬਾਅਦ ਮੇਰੇ ਲਈ ਮੇਰੇ ਪਾਕਿਸਤਾਨ ਦੇ ਪੰਜਾਬੀਆਂ 'ਚ ਜਾਂ ਇੰਡੀਅਨ ਪੰਜਾਬ ਦੇ ਪੰਜਾਬੀਆਂ 'ਚ ਕੋਈ ਫਰਕ ਨਹੀਂ ਰਿਹਾ। ਇੱਥੇ ਵੀ ਸਭ ਜਿਹੜੇ ਮੇਰੇ ਦੋਸਤ ਅਹਿਬਾਬ ਨੇ ਸਭ ਜਾਣਦੇ ਨੇ। ਅੱਜ ਇਸ ਗੱਲ ਤੇ ਇਸ ਮੌਕੇ ਤੇ ਮੈਂ ਜ਼ਰੂਰ ਪੈਗਾਮ ਦੇਣਾ ਚਾਹਾਂਗੀ, ਇਸ ਲਈ ਕਿ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਦੱਸ ਸਕਾਂ ਕਿ ਅੱਜ ਕੱਲ੍ਹ ਜੋ ਕੁਝ ਨਿਊ ਦਿੱਲੀ ਦੇ ਮਾਮਲੇ 'ਚ ਔਰ ਜੋ ਕੁਝ ਉਹਨਾਂ ਦੇ ਕਿਸਾਨਾਂ ਦੇ ਹਕੂਕ ਦੇ ਬਾਰੇ 'ਚ ਜੋ ਕੁਝ ਉਹਨਾਂ ਦੇ ਨਾਲ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਨੇ, ਮੈਂ ਅਲਲ ਐਲਾਨ ਇਹ ਕਹਿੰਦੀ ਹਾਂ ਕਿ ਮੈਂ ਆਪਣੇ ਪੰਜਾਬੀ ਕਿਸਾਨਾਂ ਦੇ ਨਾਲ ਹਾਂ। ਉਹਨਾਂ ਦੀਆਂ ਜੋ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ, ਔਰ ਉਹਨਾਂ ਨੂੰ ਮੁਕੰਮਲ ਤੌਰ ਤੇ ਗਵਰਨਮੈਂਟ ਨੂੰ ਸੁਣਨਾ ਚਾਹੀਦਾ ਹੈ, ਉਹਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਬਹੁਤ ਵੱਡੇ ਦਿਲ ਦਿਮਾਗ ਦੇ ਲੋਕ ਨੇ, ਉਹ ਕਦੀ ਸੜਕਾਂ ਤੇ ਨਹੀਂ ਆਉਂਦੇ, ਪਰ ਜਿਸ ਵਕਤ ਉਹ ਸੜਕਾਂ ਤੇ ਆ ਗਏ ਨੇ, ਆਪਣਾ ਹੱਕ ਲਏ ਬਗੈਰ ਉਹਨਾਂ ਨੇ ਵਾਪਸ ਨਹੀਂ ਜਾਣਾ। ਤੇ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਹਾਂ। ਜਿੱਥੇ ਵੀ ਤੁਹਾਨੂੰ ਜ਼ਰੂਰਤ ਹੋਏ ਮੈਨੂੰ ਆਵਾਜ਼ ਦੇ ਲੈਣਾ। ਸਮੀਨਾ ਤਬਸਮ ਇੱਥੇ ਵੀ ਤੁਹਾਡੇ ਨਾਲ ਹੈ, ਕੈਨੇਡਾ 'ਚ ਵੀ, ਔਰ ਚੜ੍ਹਦੇ ਪੰਜਾਬ ਵਿੱਚ ਵੀ, ਔਰ ਲਹਿੰਦੇ ਪੰਜਾਬ ਵਿੱਚ ਵੀ। ਸੋ ਸਭ ਨੂੰ ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਸਮੀਨਾ ਜੀ, ਤੇ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਏ, ਸਾਨੂੰ ਟਾਈਮ ਦਿੱਤਾ, ਆਪਣੀ ਗੱਲਾਂ ਸਾਂਝੀਆਂ ਕੀਤੀਆਂ। ਤੇ ਮੈਂ ਸਭ ਆਪਣੇ ਸੁਣਨ ਵਾਲਿਆਂ ਦਾ, ਵੇਖਣ ਵਾਲਿਆਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਦਿਲਚਸਪੀ ਨਾਲ ਸਾਡੇ ਨਾਲ ਜੁੜੇ ਰਹੇ, ਔਰ ਹਜੇ ਜੀ ਤੱਕ ਸਾਡੇ ਬਹੁਤ ਸਾਰੇ ਭੈਣ ਭਰਾ ਸਾਡੇ ਨਾਲ ਨੇ। ਤੇ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਇਹ ਅਗਰ ਤੁਹਾਡੇ ਸਾਰਿਆਂ ਚੋਂ ਕੋਈ ਸਾਥੀ ਸਮੀਨਾ ਜੀ ਦੇ ਜਿਹੜਾ ਪ੍ਰੋਜੈਕਟ ਤੇ ਜਿਹੜਾ ਕਿ ਪ੍ਰੋਗਰਾਮ ਹੈ, ਖਾਸ ਤੌਰ ਤੇ ਵਾਦੀਏ ਤੀਰਾ ਦੇ ਵਿੱਚ ਬੱਚੇ ਜਿਹੜੇ ਫੈਮਲੀਜ਼ ਉੱਥੇ ਜਿਹੜੀਆਂ ਮੁਤਾਸਰੀਨ ਨੇ, ਉਹਨਾਂ ਦੇ ਬੱਚੇ ਔਰ ਬੱਚੀਆਂ ਲਈ ਜਿਹੜੀ ਤਾਲੀਮ ਦੀ ਮੁਹੱਈਆ ਕਰਨ ਲਈ ਜਿਹੜਾ ਪ੍ਰੋਜੈਕਟ ਕਰ ਰਹੇ ਨੇ, ਉਹ ਬਹੁਤ ਹੀ ਇੱਕ ਆਲਾ ਐਫਰਟ ਹੈ। ਤੇ ਅਗਰ ਕੋਈ ਭੈਣ ਭਰਾ ਉਹਦੇ ਬਾਰੇ 'ਚ ਇਹਨਾਂ ਦੇ ਕੋਲੋਂ ਜਾਣਨਾ ਚਾਹੇ ਜਾਂ ਮਜ਼ੀਦ ਕੋਈ ਨਾਲ ਮੋਢਾ ਲਾਣਾ ਚਾਹੇ, ਤੇ ਤੁਸੀਂ ਸਮੀਨਾ ਜੀ ਨੂੰ ਮੈਸੇਜ ਕਰ ਸਕਦੇ ਹੋ। ਇੱਥੇ ਪੰਜਾਬਿਕਾ ਦੇ ਪ੍ਰੋਗਰਾਮ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਸਮੀਨਾ ਜੀ ਉਹ ਤੁਹਾਡੇ ਕਮੈਂਟ ਜ਼ਰੂਰ ਦੇਖਣਗੇ, ਔਰ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਕੋਈ ਨਾਲ ਹਿੱਸਾ ਪਾਣਾ ਚਾਹੋ ਤੇ ਸਮੀਨਾ ਜੀ ਨਾਲ ਤੁਸੀਂ ਰਾਬਤਾ ਕਰੋ ਜੀ। ਬਹੁਤ ਸ਼ੁਕਰੀਆ ਸਮੀਨਾ ਜੀ, ਰੱਬ ਰਾਖਾ, ਰੱਬ ਰਾਖਾ इंशाल्लाह। जी। ओके, अस्सलाम वालेकुम जी।